रिकॉर्डिंग लगा दो हाँ जी प्लीज हाँ जी गुड मॉर्निंग जी ਸਾਰਿਆਂ ਨੂੰ ਸਪੈਸ਼ਲੀ ਪ੍ਰਧਾਨ ਜੀ ਨੂੰ ਸਾਡੇ ਸੈਕਟਰੀ ਸਾਹਿਬ ਨੂੰ ਔਰ ਬੰਸਲ ਆਪਣੇ ਬੰਸਲ ਜੀ ਨੂੰ ਡਾਕਟਰ ਸਾਹਿਬ ਨੂੰ ਅੱਜ ਜਿਹੜਾ ਸੈਸ਼ਨ ਹੈਗਾ ਆ ਉਹ ਫਾਈਨੈਂਸ਼ੀਅਲ ਐਂਡ ਟੈਕਸੇਸ਼ਨ ਲਾਜ਼ ਅਲੋਂਗ ਵਿਦ ਅਦਰ ਜਿਹੜੇ ਕਾਰਪੋਰੇਟ ਲਾਜ਼ ਹੈਗੇ ਉਹਨਾਂ ਦੇ ਉੱਤੇ ਬੇਸ ਆਪਾਂ ਕਰਦੇ ਪਏ ਆ ਪਰ ਜਿਹੜੇ ਕਿ ਸਾਡੇ ਰੂਟੀਨ ਦੇ ਵਿੱਚ ਰਜਿਸਟ੍ਰੇਸ਼ਨ ਦੇ ਕੰਮ ਨੂੰ ਜਾਂ ਅਸੀਂ ਜਿਹੜਾ ਰੈਵਨਿਊ ਦਾ ਬਾਕੀ ਕੰਮ ਕਰਦੇ ਆ ਉਹਨੇ ਹੀ ਸੈਕਸ਼ਨਸ ਮੈਂ ਡਿਸਕਸ ਕਰਨੇ ਆ ਉਹਦਾ ਰੀਜ਼ਨ ਇਹ ਹੈਗਾ ਆ ਕਿ ਅਦਰਵਾਈਜ਼ ਨਹੀਂ ਤਾਂ ਕਨਫਿਊਜ਼ਨ ਬਹੁਤ ਹੋ ਜੂਗੀ ਕਿਉਂਕਿ ਚਾਹੇ ਇਨਕਮ ਟੈਕਸ ਐਕਟ ਲੈ ਲਈਏ 290 ਸੈਕਸ਼ਨਸ ਦਾ ਔਰ ਅੱਗੇ ਉਹਦੇ ਸਬ ਸੈਕਸ਼ਨਸ ਮਿਲਾ ਕੇ ਉਹ ਬਹੁਤ ਵੱਡਾ ਐਕਟ ਹੈਗਾ ਕੰਪਨੀਜ਼ ਐਕਟ ਹੈ ਉਸ ਤੋਂ ਵੀ ਵੱਡਾ ਹੈ ਸੋ ਜਾਂ ਆਪਾਂ ਫੇਮਾ ਦੀ ਗੱਲ ਕਰਦੇ ਆ ਉਹ ਵੀ ਕਾਫੀ ਵੱਡਾ ਉਹ ਵੱਡਾ ਤਾਂ ਨਹੀਂ ਹੈ ਪਰ ਥੋੜਾ ਟੈਕਨੀਕਲ ਹੈ ਕਿਉਂਕਿ ਉਹਦੇ ਵਿੱਚ ਸਰਕੂਲਰਸ ਆਰਬੀਆਈ ਦੇ ਜਾਰੀ ਕਰਨੇ ਹੁੰਦੇ ਉਹ ਕਾਫੀ ਕਰਦੇ ਆ ਸੋ ਅੱਜ ਜਿਹੜਾ ਆ ਮੈਂ ਤਿੰਨ ਚੀਜ਼ਾਂ ਦੇ ਉੱਤੇ ਕਨਸੈਂਟਰੇਟ ਕਰਨਾ ਆ ਇੱਕ ਜੋ ਕਿ ਆਪਾਂ ਨੇ ਮਿਊਟੇਸ਼ਨਸ ਦੇ ਟਾਈਮ ਤੇ ਜਾਂ ਕੋਈ ਐਗਜ਼ੰਪਸ਼ਨਸ ਦੇਣ ਦੇ ਟਾਈਮ ਤੇ ਜਿਹੜਾ ਫਾਰਮਸ ਆਫ ਆਰਗੇਨਾਈਜੇਸ਼ਨ ਹੈ ਜਿਹੜਾ ਉਸ ਦਿਨ ਤੁਸੀਂ ਮੈਮੋਰੈਂਡਮ ਵੀ ਦੇਖਿਆ ਹੋਣਾ ਸਰ ਨੇ ਪਾਇਆ ਸੀ ਗਰੁੱਪ ਦੇ ਵਿੱਚ ਉਹ ਫਾਰਮਸ ਆਫ ਆਰਗੇਨਾਈਜੇਸ਼ਨ ਸੈਕੰਡ ਇਨਕਮ ਟੈਕਸ ਐਕਟ ਦੀਆਂ ਕਿਹੜੀਆਂ ਪ੍ਰੋਵੀਜ਼ਨਸ ਆ ਜਿਹੜੀਆਂ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਔਰ ਕਿਹੜੀਆਂ ਉਹ ਜਿੱਥੇ ਆਪਾਂ ਡਾਇਰੈਕਟਲੀ ਰਿਸਪੌਂਸਿਬਲ ਹੁੰਨੇ ਆ ਸੈਕੰਡ ਪੁਆਇੰਟ ਇਹ ਹੈ ਥਰਡ ਪੁਆਇੰਟ ਹੈਗਾ ਆ ਜਿਹੜਾ ਕਿ ਫੇਮਾ ਦੇ ਦੋ ਸੈਕਸ਼ਨਸ ਹੀ ਆਪਾਂ ਡਿਸਕਸ ਕਰਨੇ ਆ that is related to registration of properties in the name of NRIs fourth ਜਿਹੜਾ ਹੈਗਾ ਆ ਉਹ ਬਹੁਤ ਥੋੜਾ forms of organizations with the special respect to companies act ਤੇ ਤਾਂ ਹੈਗਾ ਆ ਉਹ ਜ਼ਿਆਦਾ ਉਹਦਾ ਹਾਲੇ ਕੋਈ ਓਵਰਆਲ ਹੀ ਦੇਖਿਆ ਜਾਈਏ ਜਿੱਦਾਂ ਸਾਡੀ ਲਾਈਨ ਚ ਮਤਲਬ ਸੀਏ ਵਾਲੀ ਲਾਈਨ ਚ ਵੀ ਉਹਦਾ ਕੋਈ ਇੰਨਾ ਉਹਦਾ ਮਚਿਆ ਤਾਂ ਨਹੀਂ ਹੈਗਾ ਕੰਮ ਬਟ ਯੈਸ ਆਉਣ ਵਾਲੇ ਟਾਈਮ 'ਚ ਬਹੁਤ ਇੰਪੋਰਟੈਂਟ ਹੋ ਜਾਣਾ ਉਹ ਹੈਗਾ ਆ ਪ੍ਰੋਹਿਬਿਸ਼ਨ ਆਫ ਬਿਨਾਮੀ ਟ੍ਰਾਂਜੈਕਸ਼ਨਸ ਇਨ ਪ੍ਰਾਪਰਟੀ ਐਕਟ ਸੋ ਇਹ ਬੜਾ ਇੰਟਰਸਟਿੰਗ ਐਕਟ ਆ ਮੈਨੂੰ ਮਤਲਬ ਸਾਰੇ ਐਕਟਸ ਨਾਲੋਂ ਇਹ ਜ਼ਿਆਦਾ ਇੰਟਰਸਟਿੰਗ ਲੱਗਿਆ ਸੋ ਮੈਨੂੰ ਲੱਗਿਆ ਵੀ ਮੈਂ ਸ਼ੇਅਰ ਕਰਾਂ ਸੋ ਲੈਟ ਅਸ ਸਟਾਰਟ ਵਿਦ ਯੋਰ ਪਰਮਿਸ਼ਨ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਾਰਮਸ ਆਫ ਆਰਗੇਨਾਈਜੇਸ਼ਨ ਦੀ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਇੱਕ ਹੈਗੀ ਆ ਸਪੈਸ਼ਲੀ ਜਦੋਂ ਕਮਰਸ਼ੀਅਲ ਟ੍ਰਾਂਜੈਕਸ਼ਨ ਦੀ ਗੱਲ ਆਉਂਦੀ ਆ ਉਹਦੇ ਵਿੱਚ ਫਰਸਟ ਇਜ਼ ਜਿਹੜੀ ਪ੍ਰੋਪਰਾਈਟਰਸ਼ਿਪ ਹੈ ਸੈਕੰਡ ਪਾਰਟਨਰਸ਼ਿਪ ਹੈ ਫਰਮ ਥਰਡ ਜਿਹੜੀ ਕੰਪਨੀ ਹੈ ਫੋਰਥ ਹੈਗੀ ਐਸੋਸੀਏਸ਼ਨ ਆਫ ਪਰਸਨਸ ਐਂਡ ਫਿਫਥ ਇਜ਼ ਬਾਡੀ ਆਫ ਇੰਡੀਵਿਜੂਅਲਸ ਅਪਾਰਟ ਫਰਮ ਜਿਹੜੇ ਹੁਣ ਸਾਡੇ ਟਰਸਟ ਹੈਗੇ ਆ ਸੁਸਾਇਟੀਜ਼ ਹੁੰਦੀਆਂ ਹੈਗੀਆਂ ਆ ਉਹਨਾਂ ਤੋਂ ਇਲਾਵਾ ਇਹ ਜਿਹੜੀਆਂ ਇੰਪੋਰਟੈਂਟ ਆਪਣੇ ਕੋਲ ਜਾਂ HUFs ਨੇ ਇਹ ਜਿਹੜੀ ਫਾਰਮਸ ਆਫ ਆਰਗੇਨਾਈਜੇਸ਼ਨ ਹੈ ਸੋ ਸਾਰੀਆਂ ਦੇ ਤਾਂ ਨਹੀਂ ਬਟ ਤਿੰਨ ਚਾਰ ਦੇ ਉੱਤੇ ਮੈਂ ਕਨਸੈਂਟਰੇਟ ਕਰੂੰਗਾ ਫਰਸਟ ਜਿਹੜੀ ਆਪਾਂ ਨੂੰ ਮੇਨ ਪ੍ਰੋਬਲਮ ਆਉਂਦੀ ਆ ਜਿਹੜਾ ਉਸ ਦਿਨ ਤੁਸੀਂ ਮੈਮੋਰੈਂਡਮ ਉਹਨੂੰ ਇੱਕ ਵਾਰੀ ਦੁਬਾਰਾ ਤੇ ਪੜ੍ਹੀ ਉਹਦੇ ਤੋਂ ਬੜੀ ਗੱਲ ਕਲੀਅਰ ਹੋ ਜਾਣੀ ਆ ਕਿ ਜਦੋਂ ਰਜਿਸਟਰੀ ਹੋਈ ਆ ਉਦੋਂ ਜਿਹੜੀ ਪ੍ਰਾਪਰਟੀ ਜਿਹੜੀ ਸੀ ਅਗਲੇ ਨੇ ਆਪਣੇ ਨਾਮ ਤੇ ਇੰਡੀਵਿਜੂਅਲ ਦੇ ਨਾਮ ਤੇ ਤਾਂ ਨਹੀਂ ਕਰਾਈ ਪਰ ਆਪਣੀ ਪ੍ਰੋਪਰਾਈਟਰਸ਼ਿਪ ਫਰਮ ਦੇ ਨਾਮ ਤੇ ਕਰਾ ਲਈ ਹੈਗੀ ਆ ਪ੍ਰੋਪਰਾਈਟਰਸ਼ਿਪ ਫਰਮ ਦੇ ਨਾਮ ਤੇ ਕਰਾ ਲਈ ਫॉर ਐਗਜ਼ਾਮਪਲ ਜਿਸ ਤਰ੍ਹਾਂ ਕਿ ਮੋਸਟਲੀ ਆੜਤੀਆਂ ਦੀ ਫਰਮ ਦੇ ਇਹ ਚੀਜ਼ ਬਹੁਤ ਤੁਹਾਡੇ ਨਜ਼ਰ ਆਊਗੀ ਜਿੱਦਾਂ ਸਪੋਜ਼ ਕਰੋ ਲਿਖਿਆ ਹੋਇਆ ਸ਼ਿਵ ਸ਼ੰਕਰ ਟ੍ਰੇਡਿੰਗ ਕੰਪਨੀ ਜਾਂ ਲਿਖਿਆ ਵਿਸ਼ਵਨਾਥ ਐਂਡ ਸੰਸ ਸੋ ਇਹ ਜਿਹੜੀ ਆ ਪ੍ਰੋਪਰਾਈਟਰਸ਼ਿਪ ਫਰਮ ਹੈਗੀ ਵਰਡ ਕੰਪਨੀ ਯੂਜ਼ ਕੀਤਾ ਬਟ ਇਹ ਕੰਪਨੀ ਨਹੀਂ ਹੈਗੀ ਇਹ ਪ੍ਰੋਪਰਾਈਟਰਸ਼ਿਪ ਫਰਮ ਹੈਗੀ ਇਹ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਜਿੱਥੇ ਪਬਲਿਕ ਲਿਮਟਿਡ ਜਾਂ ਪ੍ਰਾਈਵੇਟ ਲਿਮਟਿਡ ਕੰਪਨੀ ਹੋਏਗੀ ਉੱਥੇ ਵਰਡ ਯੂਜ਼ ਕੀਤਾ ਹੋਣਾ ਲਿਮਿਟਿਡ ਜਾਂ ਪ੍ਰਾਈਵੇਟ ਲਿਮਿਟਿਡ ਮਤਲਬ ਕੰਪਨੀ ਦੀ ਫਾਰਮ ਦੇ ਵਿੱਚ ਹਮੇਸ਼ਾ ਲਿਮਿਟਿਡ ਜਾਂ ਪ੍ਰਾਈਵੇਟ ਲਿਮਿਟਿਡ ਵਰਡ ਲਿਖਿਆ ਹੀ ਜਾਣਾ ਹੈ ਉਸ ਤੋਂ ਬਗੈਰ ਇਹ ਕੰਪਨੀ ਨਹੀਂ ਹੈ ਇੱਕ ਇਹਦੇ ਵਿੱਚ ਹੋਰ ਪੋਸਿਬਿਲਿਟੀ ਹੋ ਸਕਦੀ ਸੀ ਜਿਵੇਂ ਆਪਾਂ ਲਿਖਿਆ ਸ਼ਿਵ ਸ਼ੰਕਰ ਟ੍ਰੇਡਿੰਗ ਕੰਪਨੀ ਇਹ ਕੰਪਨੀ ਹੋ ਸਕਦਾ ਇੱਕ ਪਾਰਟਨਰਸ਼ਿਪ ਫਰਮ ਹੋਵੇ ਪਾਰਟਨਰਸ਼ਿਪ ਫਰਮ ਜਾਂ ਪ੍ਰੋਪਰਾਈਟਰਸ਼ਿਪ ਦੋਨਾਂ ਦੇ ਵਿੱਚੋਂ ਇੱਕ ਕੁਝ ਵੀ ਹੋ ਸਕਦੀ ਹੈ ਸੋ ਆਪਣੇ ਲਈ ਰਿਲੇਟਡ ਜਿਹੜਾ ਮੈਟਰ ਹੈ ਉਹ ਇਹ ਹੈਗਾ ਕਿ ਇਹਦੇ ਵਿੱਚ ਕੀ ਤਬਦੀਲ ਮਲਕੀਅਤ ਜੇ ਅਗਲਾ ਕਰਨਾ ਚਾਹੇ ਬਲੱਡ ਰਿਲੇਸ਼ਨ ਦੇ ਵਿੱਚ ਇਹ ਹੋ ਸਕਦੀ ਜਾਂ ਨਹੀਂ ਹੋ ਸਕਦੀ ਜੇ ਆਪਾਂ ਚੈੱਕ ਕਿੱਦਾਂ ਕਰਨਾ ਤੇ ਕੀ ਕਰਨਾ ਹੈਗਾ ਸੋ ਉਹਦੇ ਵਿੱਚ ਇੱਕ ਤੁਸੀਂ ਇਹਨਾਂ ਦੀ ਜਿਹੜੀ ਰਿਟਰਨ ਹੈਗੀ ਇਨਕਮ ਟੈਕਸ ਦੀ ਉਹ ਮੰਗਾਓ ਤੇ ਇੱਕ ਪੈਨ ਕਾਰਡ ਮੰਗਾ ਲਓ ਜਿਵੇਂ ਕਿ ਪੈਨ ਕਾਰਡ ਜੇ ਮੰਗਾਉਂਦੇ ਆ ਜਦੋਂ ਪਾਰਟਨਰਸ਼ਿਪ ਫਰਮ ਹੁੰਦੀ ਆ ਉਹ ਇਨਕਮ ਟੈਕਸ ਐਕਟ ਦੇ ਵਿੱਚ ਜਾਂ ਉਸ ਅਥਾਰਟੀ ਦੇ ਵਿੱਚ ਇਹ ਇੱਕ ਡਿਫਰੈਂਟ ਐਂਟੀਟੀ ਮੰਨੀ ਜਾਂਦੀ ਹੈ ਡਿਫਰੈਂਟ ਫਰੋਮ ਇਟ ਪਾਰਟਨਰਸ ਇਹਦਾ ਮਤਲਬ ਉਸ ਫਰਮ ਦਾ ਜਿਹੜਾ ਪੈਨ ਕਾਰਡ ਆ ਉਹ ਅਲੱਗ ਹੋਊਗਾ ਪਾਰਟਨਰਸ ਦਾ ਪੈਨ ਕਾਰਡ ਅਲੱਗ ਹੋਊਗਾ ਜੇ ਪ੍ਰੋਪਰਾਈਟਰਸ਼ਿਪ ਫਰਮ ਹੈ
ਫਿਰ ਉਹਦਾ ਕਿਤੇ ਨਾਮ ਹੀ ਨਹੀਂ ਹੋਣਾ, ਫਿਰ ਉਹ ਜਿਹੜੀ ਉਹਦੀ ਰਿਟਰਨ ਆ ਜਾਂ ਉਹਦੇ ਜਿਹੜੇ ਅਕਾਊਂਟਸ ਆ ਜਾਂ ਉਹਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਜਿਹਨੂੰ ਆਪਾਂ ਬੈਲੈਂਸ ਸ਼ੀਟ ਕਹਿੰਦੇ ਆ, ਉਹਦੇ ਵਿੱਚ ਉਹ ਲੈਂਡ ਉਹਦੇ ਆਪਣੇ ਨਿੱਜੀ ਨਾਮ ਤੇ ਹੋਊਗਾ, ਉਹਦੇ ਨਿੱਜੀ ਨਾਮ ਤੇ ਹੋਊਗਾ, ਕਿਸੇ ਫਰਮ ਦੇ ਨਾਮ ਤੇ ਨਹੀਂ ਹੋਊਗਾ। ਉਹਦੀ ਇਨਕਮ ਟੈਕਸ ਦੀ ਰਿਟਰਨ ਦੇ ਵਿੱਚ ਉਹਦੇ ਐਸੈਟਸ ਦੇ ਵਿੱਚ, ਐਸੈਟਸ ਇੱਕ ਹੁੰਦਾ ਲਾਇਬਿਲਿਟੀਜ਼, ਲਾਇਬਿਲਿਟੀਜ਼ ਜੋ ਉਹਦੀ ਦੇਣਦਾਰੀ, ਐਸੈਟਸ ਜੋ ਉਹਦੇ ਆਪਣੀ ਕੋਈ ਲੈਣਦਾਰੀ ਆ ਜਾਂ ਜੋ ਉਹਦੀ ਚੀਜ਼ ਆਪਣੀ ਮਲਕੀਅਤ ਹੈ, ਉਹਦੇ ਆਪਣੇ ਇੰਡੀਵਿਜੂਅਲ ਦੇ ਨਾਮ ਤੇ ਹੋਊਗਾ। ਸੋ ਉਹਦੇ ਵਿੱਚ ਪੈਨ ਕਾਰਡ ਵੀ ਦੇਖੋਗੇ ਉਹ ਬੰਦੇ ਦੇ ਨਾਮ ਤੇ ਹੋਊਗਾ, ਉਸੇ ਪੈਨ ਨੰਬਰ ਤੋਂ ਉਹ ਰਿਟਰਨ ਗਈ ਹੋਊਗੀ, ਉਸ ਰਿਟਰਨ ਦੇ ਵਿੱਚ ਹੀ ਜਿਹੜਾ ਆ ਪ੍ਰਾਪਰਟੀ ਨੂੰ ਸ਼ੋ ਕੀਤਾ ਹੋਊਗਾ। ਮਤਲਬ ਕਿ ਆਪਾਂ ਨੂੰ ਇੰਨੀ ਗੱਲ ਕਲੀਅਰ ਹੋ ਗਈ ਵੀ ਇਹ ਜਿਹੜੀ ਪ੍ਰਾਪਰਟੀ ਆ ਬੰਦੇ ਦੇ ਇੰਡੀਵਿਜੂਅਲ ਨਾਮ ਤੇ ਹੈ, ਬੰਦੇ ਦੇ ਇੰਡੀਵਿਜੂਅਲ ਨਾਮ ਤੇ ਹੈ। ਸੋ ਉੱਥੇ ਉਹੀ ਗੱਲ ਆ ਜਾਂਦੀ ਹੈ, ਜੇ ਇੰਡੀਵਿਜੂਅਲ ਨਾਮ ਤੇ ਹੈ ਉਹ ਬੰਦਾ ਬਲੱਡ ਰਿਲੇਸ਼ਨ ਦੇ ਵਿੱਚ ਟ੍ਰਾਂਸਫਰ ਕਰ ਸਕਦਾ। ਉਹਦੇ ਵਿੱਚ ਉਹਨੂੰ ਜਿਹੜੀ ਐਗਜ਼ੰਪਸ਼ਨ ਆ ਸਟੈਂਪ ਡਿਊਟੀ ਐਂਡ ਰਜਿਸਟ੍ਰੇਸ਼ਨ ਫੀਸ ਦੀ, ਉਹ ਮਿਲ ਸਕਦੀ ਹੈ। ਸੈਕਿੰਡ ਆ ਜਾਂਦੀ ਆ ਪਾਰਟਨਰਸ਼ਿਪ ਫਰਮ। ਪਾਰਟਨਰਸ਼ਿਪ ਫਰਮ ਜੇ ਆਪਾਂ ਟੈਕਨੀਕਲੀ ਗੱਲ ਕਰੀਏ, ਕੰਪਨੀ ਦੇ ਵਿੱਚ ਕੀ ਹੁੰਦਾ ਹੈ, ਕੰਪਨੀ ਨੂੰ ਇੱਕ ਟੈਕਨੀਕਲ ਵਰਡ ਯੂਜ਼ ਕੀਤਾ ਜਾਂਦਾ, ਉਹਨੂੰ ਕਹਿੰਦੇ ਸੈਪਰੇਟ ਲੀਗਲ ਐਂਟੀਟੀ, ਜਿਹੜੀ ਪ੍ਰਾਈਵੇਟ ਲਿਮਟਿਡ ਤੇ ਪਬਲਿਕ ਲਿਮਟਿਡ ਕੰਪਨੀ ਹੈ। ਸੋ ਸੈਪਰੇਟ ਲੀਗਲ ਐਂਟੀਟੀ ਉਹ ਕੰਪਨੀ ਹੁੰਦੀ ਆ। ਫਰਮ ਜਿਹੜੀ ਆ ਉਹ ਤਾਂ ਇਹਨਾਂ ਦਾ ਪਾਰਟਨਰਸ ਦਾ ਮਿਊਚੁਅਲ ਰਿਲੇਸ਼ਨਸ਼ਿਪ ਹੈ, ਮਿਊਚੁਅਲ ਰਿਲੇਸ਼ਨਸ਼ਿਪ ਹੈਗਾ ਆ। ਉਹਦੇ ਵਿੱਚ ਇਹਨਾਂ ਨੇ ਆਪਣੇ ਐਸੈਟਸ, ਜ਼ਮੀਨ ਜਾਇਦਾਦ, ਉਹ ਸਾਰੀ ਕਲੱਬ ਕੀਤੀ ਹੁੰਦੀ ਆ, ਉਸ ਕਲੱਬ ਕਹਿ ਲਓ ਜਾਂ ਉਹਦੇ ਵਿੱਚ ਉਹਨਾਂ ਨੇ ਪਾਈ ਹੁੰਦੀ ਆ, ਆਪਣੀ ਇਕੱਠੀ ਕੀਤੀ ਹੁੰਦੀ ਆ ਬਿਜ਼ਨਸ ਚਲਾਉਣ ਵਾਸਤੇ। ਬਟ ਜੇ ਆਪਣੇ ਫਰਦ ਦੇ ਵਿੱਚ ਕਿਸੇ ਫਰਮ ਦੇ ਨਾਮ ਤੇ, ਮਤਲਬ ਕਿ ਪਾਰਟਨਰਸ਼ਿਪ ਫਰਮ ਦੇ ਨਾਮ ਤੇ ਕੋਈ ਪ੍ਰਾਪਰਟੀ ਹੈ, ਸਟੈਂਡ ਕਰਦੀ ਆ, ਤਾਂ ਜੇ ਕੋਈ ਪਾਰਟਨਰ ਕਵੇ ਕਿ ਮੈਂ ਆਪਣੇ ਮੁੰਡੇ ਦੇ ਨਾਮ ਤੇ ਇਹਨੂੰ ਟ੍ਰਾਂਸਫਰ ਕਰ ਰਿਹਾ ਹਾਂ, ਇਹਦੀਆਂ ਦੋ ਇੰਪਲੀਕੇਸ਼ਨਸ, ਪਹਿਲੀ ਕੀ ਉਹ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਚਾਹੇ ਸੇਲ ਲਾ ਲਓ ਚਾਹੇ ਟ੍ਰਾਂਸਫਰ ਲਾ ਲਓ, ਉਹ ਕਰ ਸਕਦਾ ਜਾਂ ਨਹੀਂ ਕਰ ਸਕਦਾ। ਸੈਕਿੰਡ ਕਿ ਕੀ ਜੇ ਉਹ ਆਪਣੇ ਮੁੰਡੇ ਦੇ ਨਾਂ ਤੇ ਟ੍ਰਾਂਸਫਰ ਕਰ ਰਿਹਾ ਤਾਂ ਕੀ ਉਹਨੂੰ ਜਿਹੜਾ ਐਗਜ਼ੰਪਸ਼ਨ ਆਫ ਸਟੈਂਪ ਡਿਊਟੀ ਐਂਡ ਰਜਿਸਟ੍ਰੇਸ਼ਨ ਫੀਸ ਮਿਲਣਾ ਜਾਂ ਨਹੀਂ ਮਿਲਣਾ। ਸੋ ਆਪਾਂ ਪਹਿਲੀ ਗੱਲ ਤੇ ਆਉਂਦੇ ਹਾਂ ਕਿ ਉਹ ਬੰਦਾ ਸੇਲ ਜਾਂ ਟ੍ਰਾਂਸਫਰ ਕਰ ਸਕਦਾ ਜਾਂ ਨਹੀਂ ਕਰ ਸਕਦਾ। ਹੁਣ ਮੈਂ ਇੱਥੋਂ ਟ੍ਰਾਂਸਫਰ ਵਾਲਾ ਵਰਡ ਵੀ ਹਟਾ ਰਿਹਾ, ਸਿਰਫ ਇੰਨਾ ਹੀ ਲਾ ਲਓ ਵੀ ਇੱਕ ਪਾਰਟਨਰ ਕੀ ਆਪਣੀ ਫਰਮ, ਪਾਰਟਨਰਸ਼ਿਪ ਫਰਮ ਦੀ ਪ੍ਰਾਪਰਟੀ ਨੂੰ ਇੰਡੀਵਿਜੂਅਲੀ ਸੇਲ ਕਰ ਸਕਦਾ ਜਾਂ ਨਹੀਂ ਕਰ ਸਕਦਾ। ਉਹ ਇਸ ਤਰ੍ਹਾਂ ਤਾਂ ਕਰ ਸਕਦਾ ਜੇ ਫਰਮ ਨੇ ਉਹਨੂੰ ਆਥੋਰਾਈਜ਼ ਕੀਤਾ ਹੋਵੇ। ਅਥਾਰਟੀ ਲੈਟਰ, ਫਰਮ ਦੇ ਲੈਟਰ ਹੈਡ ਦੇ ਉੱਤੇ ਪਾਰਟਨਰਸ ਸਾਰੇ ਜਿਹੜੇ ਆ ਜਾਂ ਜਿਹੜੇ ਐਕਟਿਵ ਪਾਰਟਨਰਸ ਹੈ ਉਸ ਨੂੰ ਅਥਾਰਟੀ ਦਿੰਦੇ ਹੋਣ। ਸੈਕਿੰਡ ਕੇਸ ਤਾਂ ਹੋ ਸਕਦਾ ਜੇ ਉਹਦੀ ਡਿਸੋਲੂਸ਼ਨ ਹੋ ਜਾਵੇ। ਆਉਂਦੀ ਆ, ਤੁਸੀਂ ਮਤਲਬ ਕਿ ਇੱਕ ਪਾਰਟਨਰਸ਼ਿਪ ਫਰਮ ਦੀ ਪਾਰਟਨਰਸ਼ਿਪ ਡੀਡ ਦੇਖ ਲਓ, ਰਜਿਸਟਰਡ ਡਾਕੂਮੈਂਟ ਹੋਣਾ, ਉਹ ਰਜਿਸਟਰਡ ਡਾਕੂਮੈਂਟ ਆਪਣੇ ਕੋਲੋਂ ਨਹੀਂ ਹੁੰਦਾ, ਰਜਿਸਟਰਾਰ ਆਫ ਫਰਮਸ ਵੱਲੋਂ ਇਹ ਰਜਿਸਟਰ ਕੀਤਾ ਹੋਇਆ ਹੁੰਦਾ। ਰਜਿਸਟਰਡ ਡਾਕੂਮੈਂਟ ਹੋਣਾ ਤੇ ਨਾਲ ਹੀ ਉਹਦੀ ਡਿਸੋਲੂਸ਼ਨ ਡੀਡ ਵੀ ਜੇ ਹੋ ਚੁੱਕੀ ਹੈ, ਫਿਰ ਉਹ ਜਿਹੜੀ ਪ੍ਰਾਪਰਟੀ ਜੇ ਉਸ ਡਿਸੋਲੂਸ਼ਨ ਡੀਡ ਦੇ ਮੁਤਾਬਕ ਇੱਕ ਪਾਰਟਨਰ ਦੇ ਨਾਮ ਤੇ ਆਈ ਆ, ਫਿਰ ਉਹਦੀ ਇੰਡੀਵਿਜੂਅਲ ਬਣ ਗਈ, ਫਿਰ ਉਹ ਕਰ ਸਕਦਾ। ਮਤਲਬ ਕਿ ਸੋ ਲੌਂਗ ਡਿਸੋਲੂਸ਼ਨ ਨਹੀਂ ਹੋਈ, ਇਹ ਫਰਮ ਦੇ ਨਾਂ ਦੀ ਪ੍ਰਾਪਰਟੀ ਆ, ਉਨੀ ਦੇਰ ਤੱਕ ਇਹ ਬਲੱਡ ਰਿਲੇਸ਼ਨ 'ਚ ਟ੍ਰਾਂਸਫਰ ਨਹੀਂ ਹੋ ਸਕਦੀ, ਕੋਈ ਐਗਜ਼ੰਪਸ਼ਨ ਨਹੀਂ, ਇਵਨ ਟ੍ਰਾਂਸਫਰ ਵੀ ਨਹੀਂ ਹੋ ਸਕਦੀ ਹੈ। ਸੋ ਇਹ ਪੁਆਇੰਟ ਜਿਹੜਾ ਆਪਣਾ ਕਲੀਅਰ ਹੋ ਗਿਆ। ਥਰਡ ਥਿੰਗ ਮੈਂ ਚੱਲਦਾ ਕੰਪਨੀਜ਼ ਵੱਲ, ਜਿਹੜੀਆਂ ਕਿ ਪਬਲਿਕ ਲਿਮਿਟਿਡ ਐਂਡ ਪ੍ਰਾਈਵੇਟ ਲਿਮਿਟਿਡ ਕੰਪਨੀਜ਼ ਹੈ। ਹੁਣ ਪਬਲਿਕ ਲਿਮਿਟਿਡ, ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਨਾਂ ਤੇ ਜਿਹੜੀ ਪ੍ਰਾਪਰਟੀ ਆ, ਉਹ ਫਰਦ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵਰਡ ਨਾਲ ਲਿਮਿਟਿਡ ਲਿਖਿਆ ਹੋਣਾ। ਜਿਵੇਂ ਕਿ ਸਪੋਜ਼ ਕਰੋ ਹੀਰੋ ਸਾਈਕਲਸ ਲਿਮਿਟਿਡ ਲਿਖਿਆ ਹੋਣਾ, ਜੇ ਜ਼ਮੀਨ ਲਿਮਿਟਿਡ ਨਾਮ ਤੇ ਕੰਪਨੀ ਦੇ ਨਾਂ ਤੇ ਹੈ। ਉਸ ਕੇਸ ਦੇ ਵਿੱਚ ਆਪਾਂ ਇੱਕ ਚੀਜ਼ ਦੇਖਣੀ ਆ ਕਿ ਇਹਨਾਂ ਦਾ ਰੈਜ਼ੋਲੂਸ਼ਨ ਪਿਆ ਹੁੰਦਾ। ਦੇਖੋ ਕੰਪਨੀ ਦੇ ਪ੍ਰਾਈਵੇਟ ਲਿਮਿਟਿਡ ਤੇ ਕੰਪਨੀ ਪਬਲਿਕ ਲਿਮਿਟਿਡ, ਇਹਨਾਂ ਦੀ ਜਿੰਨੀ ਟ੍ਰਾਂਜੈਕਸ਼ਨ ਹੈ, ਜਿੰਨਾ ਵੀ ਕੰਮ ਹੈ, ਸਾਰਾ ਵੈਰੀ ਵੈਲ ਡਾਕੂਮੈਂਟਡ ਹੁੰਦਾ। ਔਰ ਮੈਂ ਜ਼ਿਆਦਾ ਇੰਟ੍ਰਿਕੇਸਿਸ ਮਤਲਬ ਜ਼ਿਆਦਾ ਗਹਿਰਾਈ 'ਚ ਨਹੀਂ ਜਾਊਂਗਾ ਕਿ ਇਹਦੇ ਵਿੱਚ ਕੀ ਡਾਕੂਮੈਂਟੇਸ਼ਨ ਕਿੱਦਾਂ ਹੁੰਦੀ, ਬਟ ਯੈਸ ਇਹਨਾਂ ਦਾ ਸਾਰਾ ਜੋ ਹੈ ਡਾਕੂਮੈਂਟਡ ਹੁੰਦਾ। ਇਹਨਾਂ ਦੇ ਨਾਮ ਤੱਕ ਚੇਂਜ ਕਰਨਾ, ਮਤਲਬ ਕਿਸੇ ਨੇ ਲਿਖ ਲਿਆ ਗਲੋਬਲ ਫਾਈਨੈਂਸ ਇੰਡੀਆ ਲਿਮਿਟਿਡ, ਜੇ ਇੰਡੀਆ ਵਰਡ ਵੀ ਹਟਾਣਾ ਉਹਦਾ ਵੀ ਬੜਾ ਲੰਬਾ ਚੌੜਾ ਪ੍ਰੋਸੀਜਰ ਹੈ। ਜੇ ਕੰਪਨੀ ਨੂੰ ਖਤਮ ਕਰਨਾ ਉਸ ਚੀਜ਼ ਨੂੰ ਵੀ ਹਾਈ ਕੋਰਟ ਤੋਂ ਹੁੰਦੀ ਹੈ।
ਆਪ ਨਹੀਂ ਕਰ ਸਕਦੇ। ਇੱਕ ਵਾਰੀ ਪਬਲਿਕ ਲਿਮਟਿਡ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ, ਸੋ ਇਸ ਚੀਜ਼ ਤੋਂ ਬੜਾ ਕਲੀਅਰ ਹੁੰਦਾ ਵੀ ਕੰਪਨੀ ਦਾ ਜਿਹੜਾ ਕੰਮ ਹੈ ਉਹ ਬੜਾ ਹੀ ਕਹ ਲੋ ਵੈਲ ਡਾਕੂਮੈਂਟਡ ਹੋਣਾ ਹੈਗਾ ਜੀ। ਖਾ ਲਓ ਜੀ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਇਸ ਦੇ ਵਿੱਚ ਕੀ ਆ ਕਿ ਕੰਪਨੀ ਦੀ ਮੰਨ ਲਓ ਕੋਈ ਲੈਂਡ ਆ, ਜੇ ਉਹਨੂੰ ਡਿਸਪੋਜ਼ ਆਫ ਕਰਨਾ ਮਤਲਬ ਸੇਲ ਕਰਨਾ, ਉਹਦੇ ਵਿੱਚ ਵੀ ਕੰਪਨੀ ਦੇ ਲੈਟਰ ਹੈਡ ਤੇ ਤੁਹਾਨੂੰ ਪ੍ਰੋਪਰ ਰੈਜ਼ੋਲੂਸ਼ਨ ਮਿਲੂਗਾ। ਰੈਜ਼ੋਲੂਸ਼ਨ ਉਹਦੇ ਡਾਇਰੈਕਟਰਸ ਜਿਨ੍ਹਾਂ ਨੂੰ ਅਥਾਰਟੀ ਮਿਲੀ ਹੋਈ ਹੈ, ਉਹ ਰੈਜ਼ੋਲੂਸ਼ਨ ਤੁਹਾਨੂੰ ਮਿਲੂਗਾ। ਫਿਰ ਤੁਸੀਂ ਜਿਹੜਾ ਆ ਉਸ ਰੈਜ਼ੋਲੂਸ਼ਨ ਦੇ ਬੇਸ ਤੇ ਮੰਨ ਸਕਦੇ ਆ ਕਿ ਇਹ ਬੰਦਾ ਜਿਹੜਾ ਡਾਇਰੈਕਟਰ ਆ ਇਸ ਚੀਜ਼ ਨੂੰ ਸੇਲ ਆਊਟ ਕਰ ਰਿਹਾ ਹੈਗਾ। ਹੁਣ ਦੂਸਰੀ ਚੀਜ਼, ਇੱਕ ਆਪਣੇ ਕੋਲ ਲੁਧਿਆਣੇ ਦੇ ਵਿੱਚ ਫਰੈਂਡਸ ਦੇ ਫੋਨ ਆਉਂਦੇ ਹੁੰਦੇ ਆ, ਉੱਥੇ ਕੇਸ ਆਂਦਾ ਮੇਰੇ ਕੋਲ, ਜਦੋਂ ਮੈਂ ਗੜਸ਼ੰਕਰ ਸੀ ਉੱਥੇ ਹੀ ਕੇਸ ਆਇਆ ਸੀ ਵੀ ਕੰਪਨੀ ਆ, ਸਪੋਜ਼ ਕਰੋ ਕੁਛ ਵੀ ਆ, ਮੰਨ ਲਓ ਲਿਖਿਆ ਫਾਲਕਨ ਇੰਡੀਆ ਲਿਮਿਟਿਡ, ਉਹਨਾਂ ਨੇ ਆਪਣਾ ਨਾਮ ਚੇਂਜ ਕਰਕੇ ਸਪੋਜ਼ ਕਰੋ ਲਿਖ ਕੁਛ ਵੀ ਹੋਰ ਰੱਖ ਲਿਆ, ਮੰਨ ਲਓ ਕੋਈ ਨਾਮ ਵੀ ਸੋਚ ਲਓ XYZ ਇੰਡੀਆ ਲਿਮਿਟਿਡ, ਨਾਮ ਚੇਂਜ ਕਰ ਲਿਆ ਤੇ ਉਹ ਕਹਿੰਦੇ ਜੀ ਜਮਾਬੰਦੀ ਦੇ ਵਿੱਚ ਹੁਣ ਸਾਡਾ ਨਾਮ ਚੇਂਜ ਕਰਨਾ ਹੈਗਾ, ਤਾਂ ਉਹਦੇ ਲਈ ਸਾਨੂੰ ਕਿਸ ਤਰ੍ਹਾਂ ਕਰਨਾ ਪਏਗਾ। ਜਿਹੜਾ ਬੇਸਿਕ ਰੂਲ ਆਪਣੀ ਜਿਹੜੀ ਪੰਜਾਬ ਗਵਰਨਮੈਂਟ ਦੀ ਲੈਟਰ ਆ ਉਹ ਤਾਂ ਸੇਮ ਹੀ ਰਹੂਗਾ, ਬਟ ਆਪਣੇ ਲਈ ਕੀ ਜ਼ਰੂਰੀ ਹੈ, ਕੀ ਡਾਕੂਮੈਂਟਸ ਦੇਖਣੇ ਹੈਗੇ। ਕੰਪਨੀ ਦੇ ਵਿੱਚ ਦੇਖੋ 3 ਡਾਕੂਮੈਂਟ ਮੇਨ ਨੇ, 3 ਡਾਕੂਮੈਂਟ ਮੇਨ ਹੈਗੇ ਆ। ਫਰਸਟ ਇਜ਼ ਸਰਟੀਫਿਕੇਟ ਆਫ ਇਨਕਾਰਪੋਰੇਸ਼ਨ, ਸਰਟੀਫਿਕੇਟ ਆਫ ਇਨਕਾਰਪੋਰੇਸ਼ਨ। ਸੈਕਿੰਡ ਇਹਨਾਂ ਦਾ ਹੁੰਦਾ ਮੈਮੋਰੈਂਡਮ ਆਫ ਐਸੋਸੀਏਸ਼ਨ। ਥਰਡ ਹੁੰਦਾ ਆਰਟੀਕਲਸ ਆਫ ਐਸੋਸੀਏਸ਼ਨ। ਆਰਟੀਕਲਸ ਆਫ ਐਸੋਸੀਏਸ਼ਨ ਉਹ ਆਪਣੇ ਲਈ ਸਬ ਰਜਿਸਟਰਾਰ ਲਈ ਜ਼ਿਆਦਾ ਇੰਪੋਰਟੈਂਟ ਨਹੀਂ, ਆਪਣੇ ਲਈ ਮੈਮੋਰੈਂਡਮ ਤੇ ਸਰਟੀਫਿਕੇਟ ਆਫ ਇਨਕਾਰਪੋਰੇਸ਼ਨ। ਤੁਸੀਂ ਮੈਮੋਰੈਂਡਮ ਆਫ ਐਸੋਸੀਏਸ਼ਨ ਲੈ ਲੈਣਾ। ਮੈਮੋਰੈਂਡਮ ਆਫ ਐਸੋਸੀਏਸ਼ਨ 'ਚ ਜੇ ਨਾਮ ਚੇਂਜ ਹੋਇਆ ਹੋਊਗਾ, ਉਹਦੇ ਵਿੱਚ ਕਲੌਜ਼ ਮੁੜ ਕੇ ਨੇਮ ਕਲੌਜ਼ ਦੇ ਵਿੱਚ ਅਮੈਂਡਮੈਂਟ ਹੋਈ ਹੋਣੀ ਆ, ਉਹ ਤੁਸੀਂ ਦੇਖ ਲਓ। ਜੇ ਉਹ ਹੋਈ ਆ ਤੇ ਕੰਪਨੀ ਲਾਅ ਕਹਿੰਦਾ ਆ ਕਿ once memorandum is altered then everybody he can be sure ਕਿ ਜੋ ਵੀ ਇਹਦੀਆਂ ਲੀਗਲ ਪ੍ਰੈਸੀਡੈਂਟਸ ਸੀਗੇ ਜਾਂ ਪ੍ਰੋਸੀਜਰ ਸੀ, ਇਹ ਡਿਊਲੀ ਫੋਲੋ ਹੋ ਚੁੱਕੇ ਹੈਗੇ ਆ। ਸੋ ਆਪਾਂ ਨੂੰ ਉਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ। ਫਿਰ ਆਪਾਂ ਆਪਣੀ ਗਵਰਨਮੈਂਟ ਦੀ ਜਿਹੜੀ ਲੈਟਰ ਹੈਗੀ ਨਾਮ ਚੇਂਜ ਕਰਨ ਦੀ, ਉਹਨੂੰ ਸਿੰਪਲੀ ਫੋਲੋ ਕਰਕੇ ਆਪਾਂ ਜਿਹੜਾ ਆ ਉਹਦਾ ਨਾਮ ਚੇਂਜ ਕਰਨ ਦਾ ਜਿਹੜਾ ਫਰਦ ਦੇ ਵਿੱਚ ਐਂਟਰੀ ਕਰਵਾ ਸਕਦੇ ਹਾਂ, ਰਪਟ ਪਵਾ ਕੇ ਜੋ ਵੀ ਆਪਣਾ ਪ੍ਰੋਸੀਜਰ ਹੈਗਾ ਉਹਦੇ ਮੁਤਾਬਕ ਆਪਾਂ ਕਰ ਸਕਦੇ ਹੈਗੇ। ਸੋ ਇਹ ਆਪਾਂ 3 ਐਸਪੈਕਟਸ ਅੱਜ ਹੁਣ ਡਿਸਕਸ ਕਰ ਚੁੱਕੇ ਆ ਫਾਰਮਸ ਆਫ ਆਰਗੇਨਾਈਜੇਸ਼ਨ ਨੂੰ ਲੈ ਕੇ। ਪਹਿਲਾ, ਜੇ ਪ੍ਰੋਪਰਾਈਟਰਸ਼ਿਪ ਦੇ ਨਾਮ ਤੇ ਆਪਾਂ ਨੂੰ ਕਿੱਦਾਂ ਆਪਾਂ ਦੇਖਣਾ ਵੀ ਜਿਹੜੀ ਪ੍ਰਾਪਰਟੀ ਪ੍ਰੋਪਰਾਈਟਰਸ਼ਿਪ ਦੇ ਨਾਮ ਤੇ ਆ ਜਾਂ ਇਹ ਫਰਮ ਹੈਗੀ ਐਕਚੁਅਲੀ, ਉਹ ਆਪਾਂ ਇਹ ਦੇਖ ਲਿਆ ਕਿ ਆਪਾਂ ਪੈਨ ਕਾਰਡ ਲਿਖ ਲਓ, ਰਿਟਰਨ ਦੇਖ ਲਓ, ਉਹਦੇ ਤੋਂ ਗੱਲ ਕਲੀਅਰ ਹੋ ਜੂਗੀ। ਤਾਂ ਫਰਮ ਦੇ ਕੇਸ ਦੇ ਵਿੱਚ ਮਤਲਬ ਪਾਰਟਨਰਸ਼ਿਪ ਫਰਮ ਦੇ ਕੇਸ, ਜੇ ਟ੍ਰਾਂਸਫਰ ਡੀਡ ਹੋਣੀ ਆ ਜਾਂ ਸੇਲ ਹੋਣੀ, ਉਹ ਕਿਸ ਤਰ੍ਹਾਂ ਹੋਣੀ, ਉਹਦੇ ਲਈ ਕੀ ਦੇਖਣਾ ਸੀਗਾ। ਥਰਡ ਥਿੰਗ ਕਿ ਕੰਪਨੀ ਹੈ ਲਿਮਿਟਿਡ ਜਾਂ ਪ੍ਰਾਈਵੇਟ ਲਿਮਿਟਿਡ, ਉਸ ਕੇਸ ਦੇ ਵਿੱਚ ਆਪਾਂ ਕੀ ਦੇਖਣਾ। ਸੋ ਇਹ ਜਿਹੜੀ ਚੀਜ਼ ਹੈ, ਫਰਸਟ ਪਾਰਟ ਆਪਣਾ ਜਿਹੜਾ ਆ ਅੱਜ ਦੀ ਡਿਸਕਸ਼ਨ ਦਾ, ਇਹਦੇ ਵਿੱਚ ਮੈਂ ਸਮਝਦਾ ਖਤਮ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਸੈਕਿੰਡ ਪਾਰਟ ਵੱਲ। ਜਿਹੜੀਆਂ ਕੁਐਰੀਜ਼ ਹੋਊਗੀਆਂ ਉਹ ਮੈਂ ਪਲੀਜ਼ ਰਿਕੁਐਸਟ ਕਰੂੰਗਾ, ਮੈਂ ਆਪਾਂ ਬਾਅਦ ਚੋਂ ਲੈ ਲਾਂਗੇ। ਇਵਨ ਮੈਂ ਆਡਿਟ ਦੇ ਵੀ ਥੋੜੇ ਜਿਹੇ ਐਸਪੈਕਟਸ ਜਿਹੜੇ ਆ ਉਹ ਡਿਸਕਸ ਕਰੂੰਗਾ। ਸੈਕਿੰਡ ਐਸਪੈਕਟ ਜਿਹੜਾ ਕਿ ਸਾਨੂੰ ਹਮੇਸ਼ਾ ਹੀ ਬਹੁਤ ਜ਼ਿਆਦਾ ਕਨਫਿਊਜ਼ਨ ਵਾਲਾ ਲੱਗਦਾ, ਸਾਨੂੰ ਕਿ ਸਾਰਿਆਂ ਨੂੰ ਹੀ ਲੱਗਦਾ, ਇਵਨ ਆਮ ਇੰਡੀਵਿਜੂਅਲ ਬਿਜ਼ਨਸਮੈਨ ਨੂੰ ਤੁਸੀਂ ਪੁੱਛੋਗੇ, ਉਹ ਹੈਗਾ ਇਨਕਮ ਟੈਕਸ ਦੀਆਂ ਕਿਹੜੀਆਂ ਪ੍ਰੋਵੀਜ਼ਨਸ ਹੈ। ਆਪਾਂ ਨੂੰ ਬਹੁਤ ਇਸ ਚੀਜ਼ ਦਾ ਡਰ ਵੀ ਲੱਗਦਾ, ਆਪਾਂ ਮਤਲਬ ਕਨਫਿਊਜ਼ ਵੀ ਹੁੰਦੇ ਹੈਗੇ। ਇਨਕਮ ਟੈਕਸ ਐਕਟ ਦੀਆਂ ਕਿਹੜੀਆਂ ਪ੍ਰੋਵੀਜ਼ਨਸ ਆ ਜਿਹੜੀਆਂ ਸਬ ਰਜਿਸਟਰਾਰ ਨੇ ਫੋਲੋ ਕਰਨੀਆਂ ਹੈਗੀਆਂ। ਸੋ ਇਹ ਮੈਂ ਤੁਹਾਨੂੰ ਸਾਰੇ ਜਿਹੜੇ ਐਕਟ ਦੇ ਸੈਕਸ਼ਨਸ ਹੈਗੇ ਆ, ਉਹ ਮੈਂ ਸਾਰੇ ਪ੍ਰਿੰਟ ਕਰਕੇ ਕੱਢੇ ਹੋਏ, ਮੈਂ PDF ਬਣਾ ਕੇ ਗਰੁੱਪ ਦੇ ਵਿੱਚ ਸ਼ੇਅਰ ਕਰ ਲਊਂਗਾ। ਤੁਸੀਂ ਪਲੀਜ਼ ਇਸ ਚੀਜ਼ ਨੂੰ ਧਿਆਨ ਨਾਲ ਕਾਈਂਡਲੀ ਸੁਣ ਲਈਓ। ਹਾਲੇ ਹੋਰ ਜ਼ਿਆਦਾ ਕੋਈ ਨਹੀਂ, ਬਹੁਤ ਸਿੰਪਲ ਕੰਮ ਹੈ। ਮੈਂ ਕਨਫਿਊਜ਼ਨ ਦੂਰ ਕਰਨ ਲਈ ਹੀ ਸਾਰਾ ਸਿੰਪਲੀਫਾਈ ਕੀਤਾ ਹੈਗਾ। ਸੋ ਦੇਖੋ, ਐਸਪੈਕਟਸ ਤਾਂ ਕਾਫੀ ਸਾਰੇ ਆ, ਚਾਹੇ ਉਹ ਪੇਮੈਂਟ ਮੋਰ ਦੈਨ 20,000 ਇਨ ਕੈਸ਼ ਹੋਵੇ, ਚਾਹੇ ਆਪਾਂ TDS in case of sale of property by NRI ਹੋਵੇ, TDS in case of residential property when value is more than 50,000 ਉਹ ਹੋਵੇ। ਸੋ ਦੇਖਣ ਵਾਲੀਆਂ ਚੀਜ਼ਾਂ ਤਾਂ ਬਹੁਤ ਹੈ, ਬਟ ਯੈਸ ਜਿਹੜਾ ਲਾਅ ਹੈਗਾ ਉਹ ਡਾਇਰੈਕਟਲੀ ਇਹਨਾਂ ਕੇਸਿਸ ਵਿੱਚ ਆਪਾਂ ਨੂੰ ਰਿਸਪੌਂਸਿਬਲ ਨਹੀਂ ਠਹਿਰਾ ਰਿਹਾ ਹੈਗਾ, ਇਹਨਾਂ ਕੇਸਿਸ ਵਿੱਚ ਡਾਇਰੈਕਟਲੀ ਰਿਸਪੌਂਸਿਬਲ ਨਹੀਂ ਠਹਿਰਾ ਰਿਹਾ। ਜਿਹੜੇ 3 ਇੰਪੋਰਟੈਂਟ ਕੇਸ ਹੈ, ਹੁਣ ਮੈਂ ਅੱਗੇ 3 ਹੋਰ
ਕੇਸਿਸ ਡਿਸਕਸ ਕਰਨ ਲੱਗਿਆ ਕਿਹੜੀਆਂ ਤਿੰਨ ਚੀਜ਼ਾਂ ਜਿਹਦੇ ਵਿੱਚ ਆਪਾਂ ਡਾਇਰੈਕਟਲੀ ਰਿਸਪੌਂਸਿਬਲ ਹੁੰਦੇ, ਜਿਹੜਾ ਸਬ ਰਜਿਸਟਰਾਰ ਆ ਜਿਹੜਾ ਡਾਇਰੈਕਟਲੀ ਰਿਸਪੌਂਸਿਬਲ ਹੈ। ਸੋ ਆਪਾਂ ਨੂੰ ਪਹਿਲੇ ਐਸਪੈਕਟਸ ਵਿੱਚ ਜ਼ਰੂਰ ਚੈੱਕ ਕਰੀਏ, ਨੋ ਇਸ਼ੂਜ਼, ਬਟ ਉਹਦੇ ਵਿੱਚ ਥੋੜੀ ਲਿਵਰੇਜ ਮਿਲ ਜਾਂਦੀ ਆ। ਅਗਲੇ ਜਿਹੜੇ ਤਿੰਨ ਐਸਪੈਕਟਸ ਆ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਲਿਵਰੇਜ ਨਹੀਂ ਮਿਲਣਾ, ਉਹਦੇ ਵਿੱਚ ਹੈਵੀ ਪੈਨਲਟੀਜ਼ ਹੈਗੀਆਂ। ਸਬ ਰਜਿਸਟਰਾਰ ਇੰਡੀਵਿਜੂਅਲੀ ਬਾਈ ਹਿਸ ਪਰਸਨਲ ਨੇਮ ਰਿਸਪੌਂਸਿਬਲ ਹੈ, ਬਾਈ ਹਿਸ ਪਰਸਨਲ ਨੇਮ, ਮੈਂ ਬਾਰ-ਬਾਰ ਫੇਰ ਰਿਕੁਐਸਟ ਕਰਦਾ, ਬਾਈ ਹਿਸ ਪਰਸਨਲ ਨੇਮ ਰਿਸਪੌਂਸਿਬਲ ਹੈ। ਸੋ ਇਹਦੇ ਵਿੱਚ ਪਹਿਲਾ ਬੜਾ ਹੀ ਸਿੰਪਲ ਹੈ ਸਬ ਰਜਿਸਟਰਾਰ ਲਈ, ਉਹ ਹੈਗਾ ਜੀ ਸਾਲ ਦੇ ਵਿੱਚ 30 ਲੱਖ ਤੋਂ ਉੱਤੇ ਦੀਆਂ ਜਿੰਨੀਆਂ ਵੀ ਰਜਿਸਟਰੀਆਂ ਹੋਈਆਂ ਨੇ ਉਹਦੀ ਡਿਟੇਲ, ਚਾਹੇ ਕੋਈ ਵੀ ਹੈ, ਚਾਹੇ ਐਗਰੀਕਲਚਰ ਹੈ, ਕਮਰਸ਼ੀਅਲ ਹੈ, ਕੁਝ ਵੀ ਹੈ, ਉਹਦੀ ਡਿਟੇਲ ਆਪਾਂ ਹਰ ਸਾਲ ਤੋਂ ਬਾਅਦ ਦੇਣੀ ਹੁੰਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ। ਇੱਕ ਸੈਕਸ਼ਨ ਹੈ ਇਹਦਾ, ਉਹ ਹੈਗਾ 285B ਹੈ। 285 ਮੈਂ ਦੇ ਦੇਵਾਂਗਾ ਤੁਹਾਨੂੰ ਸੈਕਸ਼ਨ ਵੀ ਸਾਰਾ। ਉਹ ਸੈਕਸ਼ਨ ਕਹਿੰਦਾ ਵੀ ਜਿਹੜਾ ਸਬ ਰਜਿਸਟਰਾਰ ਜਾਂ ਇੰਸਪੈਕਟਰ ਜਨਰਲ ਆਫ ਰਜਿਸਟ੍ਰੇਸ਼ਨ ਜਿਹੜੇ ਆਪਣੇ DLR ਸਾਹਿਬ ਹੁੰਦੇ, ਇਹ ਦੋਨੋਂ ਪਰਸਨਲ ਰਿਸਪੌਂਸਿਬਲ ਆ ਕਿ ਸਾਲ ਦੇ ਵਿੱਚ ਜਿੰਨੀਆਂ 30 ਲੱਖ ਤੋਂ ਉੱਤੇ ਦੀਆਂ ਰਜਿਸਟਰੀਆਂ ਹੋਈਆਂ ਉਹਨਾਂ ਦੀ ਡਿਟੇਲ ਜਿਹੜੀ ਆ ਉਹ ਇਨਕਮ ਟੈਕਸ ਡਿਪਾਰਟਮੈਂਟ ਨੂੰ ਦੇਣ। ਜੇ ਉਹ ਨਹੀਂ ਦਿੰਦੇ ਤਾਂ ਉਹ ਸਬ ਰਜਿਸਟਰਾਰ ਪਰਸਨਲੀ ਰਿਸਪੌਂਸਿਬਲ ਹੈ, ਉਹਦੇ ਤੇ ਪੈਨਲਟੀ ਲੱਗਦੀ ਹੈਗੀ ਆ ਪਰ ਡੇ ਦੇ ਹਿਸਾਬ ਨਾਲ ਸ਼ਾਇਦ 200 ਰੁਪਈਆ ਹੁਣ ਇਹਨਾਂ ਨੇ ਕੀਤੀ ਹੋਈ ਆ। ਔਰ ਇੱਕ ਐਸਪੈਕਟ ਇਹਦਾ ਤੁਹਾਨੂੰ ਮੈਂ ਹੋਰ ਵੀ ਦੱਸਦਾ, ਇਹ ਮਰਜ਼ੀ ਅਪੀਲ ਕਰ ਲਓ, ਕਦੀ ਵੀ ਪੈਨਲਟੀ ਵੇਵ ਆਫ ਹੀ ਨਹੀਂ ਹੋਣੀ, ਹਾਈ ਕੋਰਟ ਤੱਕ ਇਦਾਂ ਹੀ ਰਹਿੰਦੀ ਹੈ। ਇਹਦੇ ਵਿੱਚ ਜਿਹੜੀਆਂ ਐਪਲੀਟ ਅਥਾਰਟੀਜ਼ ਆ ਇਸ ਮੈਟਰ ਦੀਆਂ, ਜਿਹੜੀਆਂ 285 ਵਾਲਿਆਂ, ਇਹਦੇ ਵਿੱਚ ਤੁਹਾਡਾ ਜਾਂਦਾ ਹੈਗਾ ਡਾਇਰੈਕਟਰ ਕੋ ਕੇਸ, ਫਿਰ ਜਾਂਦਾ ਟ੍ਰਿਬਿਊਨਲ ਚ, ਟ੍ਰਿਬਿਊਨਲ ਤੋਂ ਬਾਅਦ ਹਾਈ ਕੋਰਟ ਜਾਂਦਾ। ਮੈਂ n ਨੰਬਰ ਆਫ ਕੇਸਿਸ ਸਟੱਡੀ ਕੀਤੇ ਆ, ਕਿਤੇ ਵੀ ਕਦੀ ਵੀ ਇਸ ਚੀਜ਼ ਤੋਂ ਬਾਅਦ ਚੋਂ ਪੈਨਲਟੀ ਵੇਵ ਆਫ ਨਹੀਂ ਹੋਈ। ਸੋ ਆਪਾਂ ਨੂੰ ਬੜਾ ਇਹ ਅਹਿਮੀਅਤ ਦੇ ਨਾਲ ਇਸ ਸੈਕਸ਼ਨ ਨੂੰ ਖਾਸ ਕਰਕੇ ਜਿਹੜਾ 30 ਲੱਖ ਤੋਂ ਉੱਤੇ ਦੀਆਂ ਹੈਗੀਆਂ, ਉਹ ਆਪਾਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਹਰ ਸਾਲ ਇਨਫੋਰਮੇਸ਼ਨ ਦੇਣੀ ਹੁੰਦੀ ਆ। ਇਹ ਨਿਯਮ ਬਣਾ ਕੇ ਆਪਾਂ ਦੇਣੀ ਹੈਗੀ ਆ। ਇਹ ਆਨਲਾਈਨ ਜਾਂਦੀ ਹੈ, ਪਹਿਲਾਂ ਮੈਨੂਅਲ ਮੋਡ 'ਚ ਜਾਂਦੀ ਸੀ, ਇਹਨਾਂ ਨੇ ਪਿਛਲੇ ਸਾਲ ਤੋਂ ਪੋਰਟਲ ਦੇ ਵਿੱਚ ਚਾੜਨ ਦਾ ਕਰਤਾ। ਥੋੜਾ ਜਿਹਾ ਕੰਮ ਰਿਸਕੀ ਆ, ਰਿਸਕੀ ਨਹੀਂ ਬਲਕਿ ਕਹਿ ਸਕਦੇ ਆ, ਕਿਉਂਕਿ ਆਪਾਂ ਕੱਲੀ ਟ੍ਰਾਂਜੈਕਸ਼ਨ ਦੇ ਜਿਹੜੇ ਵਿੱਚ ਅਮਾਉਂਟ ਲਿਖ ਕੇ, ਬਾਇਰ ਸੈਲਰ ਦਾ ਨਾਮ ਲਿਖ ਕੇ, ਪੈਨ ਨੰਬਰ ਵਗੈਰਾ ਪਾ ਕੇ ਅਪਡੇਟ ਕਰਨਾ ਹੁੰਦਾ ਹੈਗਾ। ਸੋ ਬੈਟਰ ਆ ਜੇ ਤਾਂ ਤੁਹਾਡੇ RC ਵਗੈਰਾ ਕਰ ਸਕਦੇ ਵੈਲ ਐਂਡ ਗੁੱਡ, ਨਹੀਂ ਤਾਂ ਇਹਦੇ ਵਿੱਚ ਜਿਹੜਾ ਪ੍ਰੋਫੈਸ਼ਨਲ ਆ CA ਜਾਂ ਵਕੀਲ, ਉਹਦੀ ਹੈਲਪ ਲੈ ਕੇ ਆਪਾਂ ਇਸ ਚੀਜ਼ ਨੂੰ, ਇਸ ਰਿਟਰਨ ਨੂੰ ਕਰ ਦਈਏ। ਇਹਦੀ ਜਿਹੜੀ ਲਾਸਟ ਡੇਟ ਹੁੰਦੀ ਉਹ 31 ਅਗਸਤ ਹੁੰਦੀ ਹੈ ਯੂਜੂਅਲੀ। ਇਸ ਸਾਲ ਗਵਰਨਮੈਂਟ ਨੇ 30 ਨਵੰਬਰ ਕਰ ਦਿੱਤੀ ਹੋਈ ਆ। ਸੋ ਆਪਣੇ ਕੋਲ ਟਾਈਮ ਹੈ, ਜਿਹੜੇ ਆਪਾਂ ਨਹੀਂ ਭਰੇ ਉਹ ਹੁਣ ਆਪਾਂ ਭਰ ਦਈਏ ਇਸ ਕੇਸ ਦੇ ਵਿੱਚ। ਔਰ ਇਹ ਜਿਹੜਾ ਆ ਤੁਸੀਂ, ਮੈਂ ਵੀ ਨਹੀਂ ਭਰੀ ਹੋਈ ਹੈ ਕਿ ਆਪਣੀ RC ਦੀ ਡਿਊਟੀ ਲਾਤੀ ਆ ਵੀ ਤੂੰ ਸਾਰਾ ਇਹਦਾ ਪਰਫਾਰਮਾ ਬਣਾ ਲਾ। ਪਰਫਾਰਮਾ ਬਣਾ ਕੇ 30 ਨਵੰਬਰ ਤੋਂ ਕੋਸ਼ਿਸ਼ ਕਰੋ ਅਕਤੂਬਰ 'ਚ ਹੀ ਭਰ ਦਿਓ, ਕਿਉਂਕਿ ਨਵੰਬਰ ਦੇ ਵਿੱਚ ਨਾ ਜਿਹੜੇ CAs ਹੁੰਦੇ ਆ ਉਹ ਕੰਪਨੀ ਲਾਅ ਦੀ ਉਦੋਂ ਫਾਈਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਕੋਲ ਟਾਈਮ ਘੱਟ ਹੁੰਦਾ, ਫਿਰ ਫੀਸ ਵੀ ਜ਼ਿਆਦਾ ਲੈਂਦੇ ਆ। ਸੋ ਬੈਟਰ ਹੈ ਆਪਾਂ ਅਕਤੂਬਰ ਦੇ ਵਿੱਚ ਹੀ ਭਰ ਦਈਏ। ਸੋ ਜਿੱਥੇ ਆਪਣੀ ਪਰਸਨਲ ਰਿਸਪੌਂਸਿਬਿਲਿਟੀ, ਉਹ ਹਾਲੇ ਪਹਿਲਾ ਇੱਕ ਸੈਕਸ਼ਨ ਆਇਆ 285BA, ਜਿਹਦੇ ਵਿੱਚ ਆਪਾਂ 30 ਲੱਖ ਤੋਂ ਉੱਤੇ ਦੀ ਜਿਹੜੀ ਟ੍ਰਾਂਜੈਕਸ਼ਨਸ ਨੇ ਉਹਦੀ ਇੱਕ ਡਿਟੇਲ ਦੇਣੀ ਹੈ। ਪਹਿਲਾ ਸੈਕਸ਼ਨ ਕੰਪਲੀਟ ਹੋ ਗਿਆ। ਸੈਕੰਡ ਸੈਕਸ਼ਨ ਹੈ 139A। ਇਹ ਸੈਕਸ਼ਨ ਕੀ ਕਹਿੰਦਾ ਆ, ਜਿਹੜੀ ਰਜਿਸਟਰੀ ਦੇ ਵਿੱਚ ਪੇਮੈਂਟ ਜਿਹੜੀ ਆ ਉਹ 10 ਲੱਖ ਤੋਂ ਉੱਤੇ ਹੋਈ ਹੈ, ਉਹਦੇ ਵਿੱਚ ਕੀ ਕਰਨਾ? ਕੁਝ ਖਾਸ ਨਹੀਂ ਕਰਨਾ, ਆਪਣੀ ਡਿਊਟੀ ਸਿਰਫ ਇੱਕ ਹੈ, ਆਪਾਂ ਜਿਹੜਾ ਆ ਉਹਨਾਂ ਦੇ ਕੋਲ ਪੈਨ ਨੰਬਰ ਲਿਖਵਾਉਣਾ ਆ, ਬਸ ਕੁਝ ਵੀ ਨਹੀਂ। ਮਤਲਬ ਕਿ ਆਪਣੇ ਵਸੀਕਿਆਂ ਨੂੰ ਬੁਲਾ ਕੇ ਆਪਾਂ ਕਹਿ ਦਈਏ ਕਿ ਰਜਿਸਟਰੀ ਦੇ ਵਿੱਚ ਜਿੱਥੇ ਅਮਾਉਂਟ 10 ਲੱਖ ਤੋਂ ਜ਼ਿਆਦਾ ਆ ਉੱਥੇ ਤੁਸੀਂ ਯਾਰ ਪੈਨ ਨੰਬਰ ਜ਼ਰੂਰ ਲੈਣਾ ਹੈ। ਜੇ ਕੋਈ ਕਹਿੰਦਾ ਮੇਰੇ ਕੋਲ ਪੈਨ ਨੰਬਰ ਹੈ ਨਹੀਂ, ਫਿਰ ਵੀ ਕੋਈ ਗੱਲ ਨਹੀਂ, ਫਾਰਮ ਨੰਬਰ 60 ਵਸੀਕਿਆਂ ਕੋਲ ਹੁੰਦਾ ਆ, ਉਹ ਭਰਾ ਕੇ ਸਾਈਨ ਕਰਾ ਕੇ ਰੱਖ ਲਈਏ, ਬਸ ਉਹਦੇ 'ਚ ਆਪਣੀ ਜਿਹੜੀ ਲਾਇਬਿਲਿਟੀ ਖਤਮ ਹੋ ਜਾਂਦੀ। ਇਨ ਕੇਸ ਜੇ ਆਪਾਂ ਨਹੀਂ ਲੈਣੇ, ਉਹਦੇ ਵਿੱਚ ਅਗੇਨ ਵੈਰੀ ਹੈਵੀ ਪੈਨਲਟੀ ਸਾਰਿਆਂ ਨੂੰ, ਜਿਹੜਾ ਬਾਇਰ ਆ ਉਹਨੂੰ ਵੀ, ਜਿਹੜਾ ਸੈਲਰ ਆ ਉਹਨੂੰ ਵੀ, ਤੇ ਜਿਹੜੇ ਆਪਾਂ ਆ ਆਪਾਂ ਨੂੰ ਵੀ 10,000 ਰੁਪਇਆ ਪੈਨਲਟੀ ਹੈਗੀ ਆ, ਉਹ ਵੀ ਬਾਏ ਨੇਮ ਹੈ। ਸੋ ਆਪਾਂ ਜਿਹੜਾ ਆ ਸਿੰਪਲ ਇੱਕ ਇੰਸਟਰਕਸ਼ਨ ਪਾਸ ਕਰ ਦਈਏ, ਉਹ ਇਹੀ ਹੈ ਕਿ ਵਸੀਕਿਆਂ ਨੂੰ ਬੁਲਾ ਕੇ ਵੀ ਜਿੱਥੇ 10 ਲੱਖ ਤੋਂ ਜ਼ਿਆਦਾ ਅਮਾਉਂਟ ਆ ਉੱਥੇ ਪੈਨ ਕਾਰਡ ਲੈਣਾ ਕੰਪਲਸਰੀ ਬਣਾ ਦਿਓ, ਰਜਿਸਟਰੀ 'ਚ ਵੀ ਪੈਨ ਨੰਬਰ ਲਿਖਣਾ ਕੰਪਲਸਰੀ ਬਣਾ ਦਿਓ। ਸੋ ਸੈਕੰਡ ਸੈਕਸ਼ਨ ਬਹੁਤ ਸਿੰਪਲ ਹੈ, 139A। ਕੋਈ ਆਪਾਂ ਰਿਟਰਨ ਨਹੀਂ ਭਰਨੀ, ਕੋਈ ਕੁਛ ਨਹੀਂ, ਸਿੰਪਲ ਜੀ ਇੰਸਟਰਕਸ਼ਨ ਹੈ। ਚੈਕਿੰਗ ਦੇ ਟਾਈਮ ਤੇ ਆਪਾਂ ਸਿੰਪਲ ਜੀ ਚੀਜ਼ ਦੇਖਣੀ। ਥਰਡ ਸੈਕਸ਼ਨ
थर्ड सैक्शन वो सब रजिस्ट्रार वाला DDO ड्राइंग एंड डिसबर्समेंट ऑफिसर ਜਦੋਂ ਆਪਾਂ ਪੇਮੈਂਟਸ ਕਰਦੇ ਆ ਸਬ ਰਜਿਸਟਰਾਰ ਦਾ ਵੀ ਇੱਕ ਐਸਪੈਕਟ ਆਉਂਦਾ, ਉਹ ਵੀ ਮੈਂ ਦੱਸ ਦੂੰਗਾ ਬਾਅਦ ਚੋਂ। ਜਿਹੜਾ ਹੈ ਉਹ ਹੈਗਾ TDS ਆਪਾਂ ਤਿੰਨ ਚੀਜ਼ਾਂ ਦੇ ਉੱਤੇ ਕੱਟਦੇ ਆ। ਕੱਟਦੇ ਤਾਂ ਇੱਥੇ TDS ਦੇ ਬਹੁਤ ਸਾਰੇ ਚੀਜ਼ਾਂ ਆ ਜਿਹਨਾਂ ਤੇ ਉੱਤੇ ਕੱਟਿਆ ਜਾਂਦਾ ਓਵਰਆਲ, ਪਰ ਜਿਹੜੇ ਆਪਣੇ ਆਫਿਸ ਆ ਇਹਦੇ ਵਿੱਚ ਤਿੰਨ ਹੀ ਚੀਜ਼ਾਂ ਨੇ। ਪਹਿਲਾ ਹੈਗਾ ਸੈਲਰੀ 1, ਸੈਕਿੰਡ ਹੈਗਾ ਜਿਹੜੇ ਆਪਾਂ ਟੈਕਨੀਕਲ ਅਸਿਸਟੈਂਟ ਰੱਖੇ ਆ, ਇਹਨਾਂ ਨੂੰ ਜਦੋਂ ਸੈਲਰੀ, ਇਹਨਾਂ ਦੀ ਸੈਲਰੀ ਨਹੀਂ ਹੈਗੀ, ਇਹਨਾਂ ਨੂੰ ਆਪਾਂ ਦਿੰਨੇ ਹੈਗੇ ਕੰਟਰੈਕਟ ਬੇਸ ਤੇ ਫੀਸ ਦਿੱਤੀ ਜਾਂਦੀ ਆ, ਸੋ ਉਹਨਾਂ ਨੂੰ ਜਿਹੜੀ ਫੀਸ ਦਿੱਤੀ ਜਾਂਦੀ ਆ ਉਹ। ਤੇ ਤੀਸਰਾ ਜੇ ਕੋਈ ਤੁਸੀਂ ਕੋਈ ਹੋਰ ਇਸ ਤਰ੍ਹਾਂ ਦੀ ਪੇਮੈਂਟ ਕਰਦੇ ਆ ਕੰਟਰੈਕਟ ਵਾਲੀ ਜਿਹੜੀ ਆ ਜਾਂਦੀ ਆ, ਉਹਦੇ ਤੇ ਜਿਹੜਾ TDS ਕੱਟਿਆ ਜਾਣਾ ਹੈ ਉਹ ਸਿਰਫ ਤਿੰਨ ਚੀਜ਼ਾਂ ਦੇ ਉੱਤੇ ਜਿਹੜਾ ਆਪਾਂ TDS ਕੱਟਣਾ ਹੈਗਾ। ਆਪਾਂ DDOs ਵਾਸਤੇ ਆ ਇਹ ਵਾਲਾ ਜਿਹੜਾ ਚੀਜ਼ ਹੈ, ਇਹ DDOs ਵਾਸਤੇ। ਸੈਲਰੀ ਦਾ ਜਿਹੜਾ ਐਪਲੀਕੇਬਲ ਸੈਕਸ਼ਨ ਹੈਗਾ 192, ਜਿਹਦੇ ਵਿੱਚ ਆਪਾਂ TDS ਕੱਟਿਆ ਜਾਂਦਾ। ਸੈਲਰੀ ਦਾ ਵੈਸੇ ਤਾਂ ਇੱਕ ਫਾਰਮੂਲਾ ਆ ਇਹਦਾ ਕਿ ਜਿੰਨੀ ਐਵਰੇਜ ਸੈਲਰੀ ਦਿੱਤੀ ਉਹਨੂੰ ਮਹੀਨਿਆਂ ਦੇ ਹਿਸਾਬ ਨਾਲ ਡਿਵਾਈਡ ਕਰਕੇ ਉਹ ਸਲੈਬ ਦੇ ਹਿਸਾਬ ਨਾਲ ਹਰ ਮਹੀਨੇ TDS ਕੱਟਿਆ ਜਾਣਾ ਹੁੰਦਾ। ਬਟ ਇੱਕ ਰਿਵਾਇਤ ਇਹ ਚੱਲਦੀ, ਸਾਰੇ ਪਾਸੇ ਇਹ ਚੱਲਦੀ ਆ, ਤਾਂ ਮੈਨੂੰ ਲੱਗਦਾ ਕੋਈ ਉਹਦੇ 'ਚ ਹਰਜ ਵੀ ਨਹੀਂ ਆ। ਉਹ ਇਹ ਆ ਕਿ ਮੋਸਟਲੀ ਸਾਰੇ ਸਾਲ ਦੇ ਐਂਡ ਦੇ ਵਿੱਚ ਕਰਦੇ ਆ ਕਿ ਜਿੰਨਾ TDS ਬਣਿਆ ਉਹਨਾਂ ਕਟਵਾ ਕੇ ਤੇ ਜਮ੍ਹਾਂ ਕਰਾ ਦਿੱਤਾ ਜਾਂਦਾ, ਫਿਰ ਰਿਟਰਨ ਭਰ ਦਿੱਤੀ ਜਾਂਦੀ। ਸੋ ਪਹਿਲਾ ਚੀਜ਼ ਆ ਗਈ ਸੈਲਰੀ। ਹੁਣ ਸੈਕਿੰਡ ਆ ਗਿਆ ਜਿਹੜੀ ਆਪਾਂ ਕੰਟਰੈਕਟ ਬੇਸਡ ਪੇਮੈਂਟ ਕਰਦੇ ਆ ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਫਰਮ ਨੂੰ, ਕਿਉਂਕਿ ਜਿਹੜੇ PLRS ਦੀਆਂ ਜਿਹੜੀਆਂ ਇੰਸਟਰਕਸ਼ਨਸ ਆ ਜੇ ਆਪਾਂ ਪੜ੍ਹੀਆਂ ਹੋਣਗੀਆਂ ਉਹਦੇ ਵਿੱਚ ਇਹ ਲਿਖਿਆ ਹੋਇਆ ਵੀ ਜਿਹੜੇ ਟੈਕਨੀਕਲ ਅਸਿਸਟੈਂਟ ਰੱਖਣੇ ਆ ਉਹ ਆਪਾਂ ਡਾਇਰੈਕਟਲੀ ਨਹੀਂ ਰੱਖ ਸਕਦੇ। ਕਈ ਤਹਿਸੀਲਾਂ ਦੇ ਵਿੱਚ ਡਾਇਰੈਕਟ ਪੇਮੈਂਟ ਹੋ ਰਹੀ ਹੈ, ਦੈਟ ਇਜ਼ ਰੋਂਗ। ਉਹ ਡਾਇਰੈਕਟਲੀ ਨਹੀਂ ਰੱਖ ਸਕਦੇ, ਦੈਟ ਸ਼ੁੱਡ ਬੀ ਇਨ ਕੰਟਰੈਕਟ ਵਿਦ ਸਮ ਫਰਮ। ਉਹ ਫਰਮ ਦਾ ਅੱਗੇ ਆਊਟਸੋਰਸ ਮਤਲਬ ਕਰਨਾ, ਉਹਦੇ ਵਿੱਚ ਵਰਡ ਆਊਟਸੋਰਸ ਯੂਜ਼ ਕੀਤਾ ਹੋਇਆ ਹੈਗਾ। ਇਹਦੇ ਵਿੱਚ ਜਿਹੜਾ ਕੰਟਰੈਕਟਰ ਦੇ TDS ਕੱਟਣ ਦਾ ਸੈਕਸ਼ਨ ਦੈਟ ਇਜ਼ 194C, ਉਹ ਸੈਕਸ਼ਨ ਕੀ ਕਹਿ ਰਿਹਾ? ਉਹ ਸੈਕਸ਼ਨ ਇਹ ਕਹਿ ਰਿਹਾ ਵੀ ਜਿੱਥੇ ਇੱਕ ਬਿੱਲ 30,000 ਰੁਪਏ ਤੋਂ ਉੱਤੇ ਹੋਵੇ ਜਾਂ ਜਿਹੜੀ ਸਾਲ ਦੀ ਪੇਮੈਂਟ ਹੈਗੀ ਲੱਖ ਰੁਪਏ ਤੋਂ ਉੱਤੇ ਹੋਵੇ, ਉੱਥੇ ਆਪਾਂ 1% TDS ਕੱਟਣਾ ਹੁੰਦਾ। TDS ਦੇ ਰੇਟਸ ਜਿਹੜੇ ਰਿਵਾਈਜ਼ਡ ਆ ਹੁਣ, ਕਿਉਂਕਿ ਇਸ ਸਾਲ ਕਰੋਨਾ ਕਰਕੇ ਇਹਨਾਂ ਨੇ 14 ਮਈ ਨੂੰ ਗਵਰਨਮੈਂਟ ਆਫ ਇੰਡੀਆ ਨੇ ਰੇਟਸ ਸਾਰੇ ਘਟਾਏ ਥੋੜੇ। ਉਹ ਜਿਹੜੇ ਆ ਮੈਂ ਤੁਹਾਨੂੰ ਰੇਟਸ ਉਹ ਵੀ ਚਾਰਟ ਪਾ ਦਿਆਂਗਾ। ਇਹ ਚੀਜ਼ ਆ ਗਈ ਜਿਹੜਾ ਆਪਾਂ ਕੰਟਰੈਕਟਰ ਨੂੰ ਪੇਮੈਂਟ ਕਰਦੇ ਆ ਉਹਦੇ ਤੇ ਕਿਹੜਾ TDS ਕੱਟਣਾ ਹੈ। ਸੋ TDS ਕੱਟ ਕੇ ਆਪਾਂ ਕਰਨਾ ਕੀ ਹੈ? ਸੋ ਦੇਖੋ ਇਹਦੇ ਵਿੱਚ ਜੋ ਗਵਰਨਮੈਂਟ ਦੀਆਂ ਪ੍ਰੋਵੀਜ਼ਨਸ ਆ, ਇੱਕ ਤਾਂ ਤੁਸੀਂ TDS ਕੱਟ ਲਿਆ, ਜਮ੍ਹਾਂ ਕਰਾਉਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜੇ ਜਮ੍ਹਾਂ ਨਹੀਂ ਕਰਾਉਂਦੇ ਉਹ ਤਾਂ ਉਸ ਤੋਂ ਵੀ ਹਾਇਰ ਲਾਇਬਿਲਿਟੀਜ਼ ਵਾਲੇ ਕੇਸ ਆਪਾਂ ਚਲੇ ਜਾਂਦੇ ਹੈਗੇ, ਪੈਨਲਟੀਜ਼ ਵਾਲੇ ਕੇਸ। TDS ਗਵਰਨਮੈਂਟ ਦੇ ਸੈਕਟਰ ਦੇ ਵਿੱਚ ਇਹ ਲਿਖਿਆ ਵੀ ਜਦੋਂ ਤੁਸੀਂ ਕਟਾਇਆ ਉਸ ਤੋਂ ਬਾਅਦ ਇਮੀਡੀਏਟਲੀ ਨੈਕਸਟ ਡੇ ਉਹਨੂੰ ਜਮ੍ਹਾਂ ਕਰਾ ਦਿਓ, ਤੇ ਇਮੀਡੀਏਟਲੀ ਜਿੰਨਾ ਵੀ ਤੁਸੀਂ ਜਲਦੀ ਤੋਂ ਜਲਦੀ ਕਰ ਸਕਦੇ ਹੋ ਉਹਨੂੰ ਜਮ੍ਹਾਂ ਤੁਸੀਂ ਕਰਾ ਦਿਓ। ਫਿਰ ਜੋ ਜਮ੍ਹਾਂ ਕਰਾਇਆ ਉਹਦੀ ਰਿਟਰਨ ਭਰਨੀ ਹੁੰਦੀ ਹੈ। ਰਿਟਰਨ ਜਿਹੜੀ ਤੁਸੀਂ ਭਰਨੀ ਆ, ਜਿਹੜੀ ਜੇ ਸੈਲਰੀ ਤੇ ਮੰਥਲੀ ਕੱਟ ਰਹੇ ਆ, ਕੁਆਟਰਲੀ ਰਿਟਰਨ ਜਾਂਦੀ ਹੈ। ਜਦੋਂ ਕੁਆਟਰ ਐਂਡ ਹੋਇਆ ਉਸ ਤੋਂ ਅਗਲੇ ਮਹੀਨੇ ਦੀ ਲਾਸਟ ਤਰੀਕ ਹੈ, ਉਹ ਤਰੀਕਾਂ ਵਾਲਾ ਸ਼ੈਡਿਊਲ ਵੀ ਮੈਂ ਤੁਹਾਨੂੰ ਪਾ ਦੇਵਾਂਗਾ। ਸੋ ਇਸ ਚੀਜ਼ ਨੂੰ ਵੀ ਆਪਾਂ ਇਨਸ਼ੋਰ ਕਰਨਾ। ਹੁਣ ਮੈਂ ਇਹ ਤਿੰਨੋਂ ਪ੍ਰੋਵੀਜ਼ਨ ਨੂੰ ਰਿਪੀਟ ਕਰਨ ਲੱਗਿਆ। ਪਹਿਲਾ ਕੰਮ ਆਪਾਂ ਕੀ ਕਰਨਾ, ਸਾਲ ਦੇ ਵਿੱਚ ਜਿੰਨੀਆਂ 30 ਲੱਖ ਤੋਂ ਉੱਤੇ ਰਜਿਸਟਰੀ ਡੇਲ ਆ ਉਹ ਆਪਾਂ ਰਿਟਰਨ ਭਰਨੀ ਆ, ਉਹ 30 ਨਵੰਬਰ ਤੱਕ ਆਪਾਂ ਭਰਨੀ ਹੈਗੀ ਆ। ਸੈਕਿੰਡ, ਜਿੰਨੀਆਂ ਕੋਈ ਕੰਟਰੈਕਟ ਬੇਸਡ ਪੇਮੈਂਟ ਕੀਤੀਆਂ ਉਹਦੇ ਤੇ TDS ਕੱਟਣਾ ਤੇ ਉਹਦੀ ਰਿਟਰਨ, ਉਹ TDS ਜਮ੍ਹਾਂ ਕਰਾਉਣਾ ਤੇ ਉਹਦੀ ਜਿਹੜੀ ਹੈਗੀ ਆ ਰਿਟਰਨ ਭਰਨੀ ਹੈਗੀ ਆ। ਤੇ ਥਰਡ ਜਿਹੜਾ ਹੈ ਉਹ ਚੀਜ਼ ਹੈਗੀ ਆ ਕਿ ਜਿੰਨੀਆਂ ਆਪਾਂ ਰਜਿਸਟਰੀਆਂ ਦੇ ਵਿੱਚ 10 ਲੱਖ ਤੋਂ ਉੱਤੇ ਦੀ ਵੈਲਿਊ ਹੈ ਉਹਦੇ ਵਿੱਚ ਆਪਾਂ ਪੈਨ ਨੰਬਰ ਲਗਵਾਉਣਾ। ਸੋ ਬੜੀਆਂ ਤਿੰਨ ਸਿੰਪਲ ਪ੍ਰੋਵੀਜ਼ਨਸ ਆ। ਇਹਨਾਂ ਦੇ ਵਿੱਚ ਆਪਾਂ ਪਰਸਨਲੀ ਰਿਸਪੌਂਸਿਵ ਪ੍ਰੋਵੀਜ਼ਨਸ 3-4 ਹੋਰ ਹੈ ਉਹ ਡਿਸਕਸ ਕਰਨ ਲੱਗਿਆ, ਬਟ ਉਹਦੇ ਵਿੱਚ ਕਿਤੇ ਵੀ ਐਕਟ ਦੇ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਸਬ ਰਜਿਸਟਰਾਰ ਇਜ਼ ਡਾਇਰੈਕਟਲੀ ਰਿਸਪੌਂਸਿਬਲ। ਹਾਲਾਂਕਿ 2016 ਦੇ ਵਿੱਚ ਇਹਨਾਂ ਨੇ ਬੰਗਲੌਰ ਦੇ ਵਿੱਚ ਸਬ ਰਜਿਸਟਰਾਰ ਨੂੰ ਨੋਟਿਸ ਜ਼ਰੂਰ ਕੱਢੇ ਸੀ, ਪਰ ਉਹਦੇ ਵਿੱਚ ਕੋਈ ਜ਼ਿਆਦਾ ਸੀਰੀਅਸ ਵਿਊ ਨਹੀਂ ਲਿਆ ਗਿਆ ਹੋਇਆ। ਸੋ ਉਹਦੇ ਵਿੱਚ ਵਿਊ ਲਿਆ ਨਹੀਂ ਗਿਆ। ਹੁਣ ਵੀ ਇਹਨਾਂ ਨੇ ਨੋਇਡਾ ਦੇ ਵਿੱਚ ਕੱਢੇ ਹੈਗੇ ਨੋਟਿਸਿਸ, ਬਟ ਉਹ ਕੋਈ ਇੰਨਾ ਜ਼ਿਆਦਾ ਨਹੀਂ ਹੈ ਕਿ ਜਿੱਥੇ ਆਪਣਾ ਕੋਈ ਛੁਟਕਾਰਾ ਨਹੀਂ ਹੁੰਦਾ ਹੈਗਾ। ਉਹ 3-4 ਪ੍ਰੋਵੀਜ਼ਨਸ ਮੈਂ ਡਿਸਕਸ ਕਰਨ ਲੱਗਿਆ। ਪਹਿਲੀ ਗੱਲ
कि इन्होंने मोदी गवर्नमेंट ने आके एक नवा सैक्शन ऐड किया सी 269 ST, पहला वो ऐड किया, फिर 269 SS 269 SS बहुत देर तो हुंदा सी, ਇਹਦੇ ਵਿੱਚ इन्होंने एक अमेंडमेंट करती, ਉਹ ਇਹ ਕਰਤੀ ਆ ਵੀ ਪਹਿਲਾਂ ਹੁੰਦਾ ਸੀ ਵੀ ਕਿਸੇ ਨੂੰ ਵੀ ਇੱਕ ਬੰਦਾ ਜੇ ਦੂਜੀ ਬੰਦੇ ਨੂੰ ਕੋਈ ਪੇਮੈਂਟ ਦਿੰਦਾ ਜਾਂ ਕੋਈ ਐਡਵਾਂਸ ਦਿੰਦਾ ਜਾਂ ਪੇਮੈਂਟ ਦਿੰਦਾ ਉਹਨੂੰ ਜਾਂ ਡਿਪੋਜ਼ਿਟ ਦਿੰਦਾ ਹੈਗਾ, ਉਹਦੇ ਵਿੱਚ ਸੀ ਵੀ 20,000 ਤੋਂ ਘੱਟ ਅਮਾਉਂਟ ਤਾਂ ਤੁਸੀਂ ਕੈਸ਼ ਦੇ ਸਕਦੇ ਆ, 20,000 ਤੋਂ ਜ਼ਿਆਦਾ ਅਮਾਉਂਟ ਆਪਾਂ ਕੈਸ਼ ਦੇ ਵਿੱਚ ਨਹੀਂ ਦੇ ਸਕਦੇ ਸੀ। ਫਿਰ ਇਹਨਾਂ ਨੇ ਕੀ ਕੀਤਾ, ਇਸ ਸੈਕਸ਼ਨ ਦੇ ਵਿੱਚ ਇੱਕ ਐਕਸਪਲੇਨੇਸ਼ਨ ਪਾਤੀ, ਇੱਕ ਅਮੈਂਡਮੈਂਟ ਕੀਤੀ ਤੇ ਇੱਕ ਐਕਸਪਲੇਨੇਸ਼ਨ ਚ ਲਿਖਤਾ ਵੀ ਕਿਸੇ ਲੋਨ ਡਿਪੋਜ਼ਿਟ ਪੇਮੈਂਟ ਜਾਂ ਲਿਖਤਾ ਸਪੈਸੀਫਾਈਡ ਪਰਪਸ ਵਾਸਤੇ ਵੀ 20,000 ਤੋਂ ਉੱਤੇ ਕੈਸ਼ ਨਹੀਂ ਦਿੱਤਾ ਜਾ ਸਕਦਾ। ਨਾਲ ਨੀਚੇ ਐਕਸਪਲੇਨੇਸ਼ਨ ਚ ਪਾਤਾ ਵੀ ਸਪੈਸੀਫਾਈਡ ਪਰਸਨ ਦਾ ਮਤਲਬ ਇਹ ਆ ਵੀ ਕੋਈ ਪ੍ਰਾਪਰਟੀ ਦੀ ਟ੍ਰਾਂਜੈਕਸ਼ਨ ਜਿਹੜੀ ਆ ਉਹ 20,000 ਤੋਂ ਉੱਤੇ ਨਹੀਂ ਹੋ ਸਕਦੀ। ਸੋ ਬੇਸਿਕਲੀ ਰਜਿਸਟ੍ਰੇਸ਼ਨ ਦੇ ਟਾਈਮ ਤੇ ਆਪਾਂ ਇਸ ਚੀਜ਼ ਦਾ, ਮੈਂ ਤਾਂ ਇੱਥੇ ਇੰਸਟਰਕਸ਼ਨ ਜਾਰੀ ਕੀਤੀ ਹੋਈ ਆ ਵੀ ਅਕਾਊਂਟ ਪੇਈ ਚੈੱਕ ਜਿਹੜਾ ਆ ਉਹ ਹੋਵੇ ਜਾਂ RTGS ਦਾ ਹੁੰਦਾ TRN ਨੰਬਰ ਉਹ ਲੈ ਲਓ, ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਲੈ ਕੇ ਕਿ ਹਾਂਜੀ ਜਿਹੜੀ ਪੇਮੈਂਟ ਆ ਉਹ 20,000 ਤੋਂ ਉੱਤੇ, ਜੇ ਜਿੰਨਾ ਵੀ ਰਜਿਸਟਰੀ ਦੀ ਨੈਚੁਰਲੀ 20,000 ਤੋਂ ਉੱਤੇ ਹੀ ਹੁੰਦੀ ਹੈ, ਸੋ ਇਹ ਜਿਹੜੀ ਹੈ ਕੈਸ਼ ਪੇਮੈਂਟ ਨਹੀਂ ਹੋਈ। ਅੱਛਾ, ਇਨ ਕੇਸ ਜੇ ਕੋਈ ਇਦਾਂ ਦੀ ਰਜਿਸਟਰੀ ਨਿਕਲ ਵੀ ਜਾਂਦੀ ਪਰ ਉਹਦੇ ਚ ਆਪਣੀ ਕੋਈ ਡਾਇਰੈਕਟ ਰਿਸਪੌਂਸਿਬਿਲਟੀ ਐਜ਼ ਸੱਚ ਨਹੀਂ ਬਣਦੀ, ਉਹਦੇ ਚ ਰਿਸਪੌਂਸਿਬਿਲਟੀ ਜਿਹਨੇ ਰਿਸੀਵ ਕੀਤਾ ਉਹਦੀ ਇਨਕਮ ਚ ਐਡ ਹੋ ਜਾਂਦਾ ਤੇ ਜਿਹਨੇ ਪੇ ਕੀਤਾ ਉਹਦੀ ਇਨਕਮ ਚ ਐਡ ਹੋ ਜਾਂਦਾ। ਸੋ ਆਪਣੀ ਕੋਈ ਰਿਸਪੌਂਸਿਬਿਲਟੀ ਐਜ਼ ਸੱਚ ਨਹੀਂ ਬਣਦੀ, ਬਟ ਯੈਸ ਕੰਪਲਾਈਂਸ ਆਫ ਲਾਅ ਇਜ਼ ਆਲਵੇਜ਼ ਬੈਟਰ। ਇਹਦੇ ਵਿੱਚ ਕਈ ਵਾਰੀ ਉਹ ਇਸ ਵਿਊ ਨੂੰ ਲੈ ਲੈਂਦੇ ਕਿ ਹਾਂਜੀ ਯੂ ਹੈਵ ਏਡਡ, ਅਗਲੇ ਦੀ ਹੈਲਪ ਕੀਤੀ ਟੈਕਸ ਇਵੇਜ਼ਨ ਦੇ ਵਿੱਚ, ਸੋ ਆਪਾਂ ਕਾਹਦੇ ਵਾਸਤੇ ਬੇਵਜ੍ਹਾ ਦੀ ਕਿਸੇ ਗੱਲ 'ਚ ਪੈਣਾ। ਸੋ ਇਸ ਚੀਜ਼ ਨੂੰ ਆਪਾਂ ਇਹ ਇੱਕ ਇੰਸਟਰਕਸ਼ਨ ਸਿੰਪਲ ਪਾਸ ਕਰ ਸਕਦੇ। 269 SS ਜੋ ਕਿ 20,000 ਤੋਂ ਉੱਤੇ ਦੀ ਕੈਸ਼ ਪੇਮੈਂਟ ਵਾਲਾ ਸੀ। ਇਸ ਤੋਂ ਬਾਅਦ ਇੱਕ ਜਿਹੜਾ ਬਹੁਤ ਹੀ ਜ਼ਿਆਦਾ ਆਪਾਂ ਉਹਦੇ ਨਾਲ ਹੁੰਦਾ ਹੈ, ਮੈਨੂੰ ਕਾਫੀ ਸਾਰੇ ਕਾਲਸ ਆਉਂਦੀਆਂ, ਉਹ ਆ ਜਾਂਦਾ ਵੀ ਜਦੋਂ NRI ਪ੍ਰਾਪਰਟੀ ਸੇਲ ਕਰਦਾ ਉਹਦੇ ਵਿੱਚ ਆਪਣਾ TDS ਦਾ ਉਹਦੀ ਕੀ ਲਾਇਬਿਲਿਟੀ ਬਣਦੀ ਹੈਗੀ ਹੈ। ਸੋ ਦੇਖੋ ਉਹਦੇ ਵਿੱਚ ਉਹਦੀ ਤਾਂ ਲਾਇਬਿਲਿਟੀ ਬਣਦੀ ਹੈ ਜਿਹੜੇ ਪੇਮੈਂਟ ਜਿਹਨਾਂ ਦੀ ਟ੍ਰਾਂਜੈਕਸ਼ਨ ਹੋਈ, ਆਪਣੀ ਐਜ਼ ਸੱਚ ਉਹਦੇ ਵਿੱਚ ਵੀ ਕੋਈ ਲਾਇਬਿਲਿਟੀ ਨਹੀਂ ਬਣਦੀ। ਇਨ ਕੇਸ ਅਗਲੇ ਲਈ ਨਹੀਂ ਵੀ ਕੱਟਿਆ, ਆਪਾਂ ਇਹ ਤਾਂ ਕਰ ਸਕਦੇ ਹਾਂ ਵੀ ਅਗਲੇ ਨੂੰ ਕਹਿ ਸਕਦੇ ਹਾਂ। ਇਨ ਕੇਸ ਇਦਾਂ ਦੀ ਰਜਿਸਟਰੀ ਕੋਈ ਹੋ ਵੀ ਗਈ, ਆਪਣੀ ਉੱਤੇ ਕੋਈ ਡਾਇਰੈਕਟਲੀ ਗੱਲ ਨਹੀਂ ਆਉਂਦੀ ਹੈਗੀ। ਉਹਦੀ ਪ੍ਰੋਵੀਜ਼ਨ ਕੀ ਉਹ ਮੈਂ ਤੁਹਾਨੂੰ ਦੱਸ ਦਿੰਦਾ। ਇਹਦਾ ਜਿਹੜਾ ਸੈਕਸ਼ਨ ਹੈਗਾ 195 ਇਹ ਕਹਿੰਦਾ ਹੈਗਾ ਇਨਕਮ ਟੈਕਸ ਐਕਟ ਦਾ ਕਿ ਜਦੋਂ ਵੀ ਕੋਈ NRI ਆਪਣੀ ਪ੍ਰਾਪਰਟੀ ਸੇਲ ਕਰਦਾ ਹੈਗਾ, ਠੀਕ ਹੈ, ਜਿਹੜਾ ਬੰਦਾ ਉਹਨੂੰ ਪੇ ਕਰ ਰਿਹਾ ਉਹਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ 20% ਟੋਟਲ ਅਮਾਉਂਟ ਜੋ ਉਹਨੂੰ ਦਿੰਦਾ ਹੈਗਾ ਉਹਦਾ TDS ਕੱਟੇ। ਅੱਛਾ, ਇਹ NRI ਦਾ ਕੇਸ ਹੋ ਗਿਆ। ਹੁਣ ਆ ਗਿਆ ਜਿਹੜਾ ਆਪਣਾ ਇੰਡੀਅਨ ਰੈਜ਼ੀਡੈਂਟ। ਇੰਡੀਅਨ ਰੈਜ਼ੀਡੈਂਟ ਨੂੰ ਤੁਸੀਂ ਮਤਲਬ ਤੁਸੀਂ ਕਿਸੇ ਕੋ ਕੋਈ ਮਕਾਨ ਲਿਆ, ਵਰਡ ਜਿਹੜਾ ਐਕਟ ਨੇ ਯੂਜ਼ ਕੀਤਾ ਦੈਟ ਇਜ਼ ਰੈਜ਼ੀਡੈਂਸ਼ੀਅਲ ਪ੍ਰਾਪਰਟੀ। ਰੈਜ਼ੀਡੈਂਸ਼ੀਅਲ ਪ੍ਰਾਪਰਟੀ ਲਈ ਉਸ ਪ੍ਰਾਪਰਟੀ ਲਈ ਤੁਸੀਂ 50 ਲੱਖ ਤੋਂ ਉੱਤੇ ਕਿਸੇ ਨੂੰ ਪੈਸੇ ਦੇਣੇ ਆ, ਕੰਸੀਡਰੇਸ਼ਨ ਅਮਾਉਂਟ ਇਜ਼ ਮੋਰ ਦੈਨ 50,000। ਉਹਦੇ ਵਿੱਚ ਜਿਹੜਾ ਆ ਪਹਿਲਾਂ 1% ਸੀ, ਹੁਣ ਕਰੋਨਾ ਕਰਕੇ ਗਵਰਨਮੈਂਟ ਨੇ 0.75% TDS ਲਿਖਿਆ ਹੈਗਾ। ਹੁਣ 0.75% TDS ਕੱਟਿਆ ਜਾਣਾ। ਸੋ ਮੈਂ ਮੁੜ ਕੇ ਰਿਪੀਟ ਕਰਨ ਲੱਗਿਆ ਕਿ ਇਨ ਕੇਸ ਜਿਹੜੀ ਪ੍ਰਾਪਰਟੀ ਹੈਗੀ ਆ NRI ਦੀ ਅਦਰ ਦੈਨ ਅਦਰ ਦੈਨ ਇਹਦੇ ਵਿੱਚ ਨਹੀਂ, ਉਹ ਦੂਸਰੇ 'ਚ NRI ਦੀ ਪ੍ਰਾਪਰਟੀ ਜਦੋਂ ਆਪਾਂ ਉਹਨੂੰ ਪੇਮੈਂਟ ਕਰਨੀ ਆ, ਸੋ ਆਪਾਂ ਉਹਦੇ ਤੇ TDS ਕੱਟਿਆ ਜਾਣਾ। ਉਹ ਹਾਇਰ ਹੈਗਾ 20% ਆ। ਜੇ ਆਪਾਂ ਕਿਸੇ ਰੈਜ਼ੀਡੈਂਟ ਨੂੰ ਦਿੰਨੇ ਆ, ਉਹ ਜੇ 50 ਲੱਖ ਤੋਂ ਉੱਤੇ ਦਾ ਅਮਾਉਂਟ ਹੈ ਰੈਜ਼ੀਡੈਂਸ਼ੀਅਲ ਪ੍ਰਾਪਰਟੀ 'ਚ, ਉਹਦੇ ਉੱਤੇ 0.75% TDS ਕੱਟਿਆ ਜਾਣਾ। ਇਹਦੀ ਮੈਂ ਸਿੰਪਲੀਫਾਈ ਕਰਕੇ ਵੈਸੇ ਬਣਾ ਲਿਆ ਇੱਕ ਰਿਟਰਨ ਦੇ ਵਿੱਚ ਵੀ, ਉਹ ਵੀ ਮੈਂ ਗਰੁੱਪ ਦੇ ਵਿੱਚ ਤੁਹਾਨੂੰ ਪਾ ਦਿੰਦਾ ਹੈਗਾ। ਬਾਕੀ ਉਹਦੀ ਕੀ ਰਿਟਰਨ ਭਰੀ ਜਾਣੀ ਆ, ਕਦੋਂ ਉਹ ਕੱਟਣ ਵਾਲਾ ਜਾਣੇ ਤੇ ਪੈਸੇ ਦੇਣ ਵਾਲਾ ਜਾਣੇ। ਸੋ ਇਹ ਆ ਗਿਆ TDS ਦੀਆਂ ਜਿੰਨੀਆਂ ਪ੍ਰੋਵੀਜ਼ਨ ਸੀਗੀਆਂ ਇਨਕਮ ਟੈਕਸ ਐਕਟ ਦੇ ਮੁਤਾਬਕ, ਉਹ ਮੈਂ ਸਾਰੀਆਂ ਤੁਹਾਡੇ ਨਾਲ ਡਿਸਕਸ ਕਰ ਲਈਆਂ ਹੈਗੀਆਂ। ਥਰਡ ਐਕਟ ਹੈਗਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ।
ਮੇਰੇ ਕੋਲ ਇਸ ਟਾਈਮ ਹੈ ਵੀ ਆ, ਮੈਂ ਤੁਹਾਨੂੰ WhatsApp ਤੇ ਵੀ ਪਾ ਦਿੰਦਾ। ਇਹਦੇ ਵਿੱਚ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਆਪਾਂ ਕੋਲ ਨਾ ਅਕਸਰ ਇੱਕ ਪੁਆਇੰਟ ਆ ਜਾਂਦਾ ਵੀ ਜੀ NRI ਬੰਦਾ ਆ, ਇਹ ਇੰਡੀਆ ਵਿੱਚ ਜ਼ਮੀਨ ਲੈ ਸਕਦਾ ਜਾਂ ਨਹੀਂ ਲੈ ਸਕਦਾ। ਇਹ ਬਹੁਤ ਕੁਐਸਚਨ ਆਉਂਦਾ ਆ ਇਸ ਐਸਪੈਕਟ ਦੇ ਉੱਤੇ। ਸੋ NRI ਬੰਦਾ ਜਿਹੜਾ ਹੈਗਾ, ਇਸ ਐਕਟ ਦੇ ਵਿੱਚ ਪਹਿਲੀ ਗੱਲ ਤਾਂ NRI ਦੀ ਡੈਫੀਨੇਸ਼ਨ ਬੜੀ ਇੱਕ ਹੀ ਚੀਜ਼ ਹੈ, ਰੈਜ਼ੀਡੈਂਟ ਦੀ। ਰੈਜ਼ੀਡੈਂਟ ਦੀ ਇਹ ਆ ਵੀ ਜਿਹੜਾ ਪਿਛਲੇ ਸਾਲ 182 ਦਿਨ ਦਾ 182 ਦਿਨਾਂ ਤੋਂ ਜ਼ਿਆਦਾ ਇੰਡੀਆ 'ਚ ਰਿਹਾ ਹੋਵੇ, ਉਹੀ ਰੈਜ਼ੀਡੈਂਟ ਹੈ। ਸੋ ਹੋਰ ਕੋਈ ਚੀਜ਼ ਨਹੀਂ, ਸਿਰਫ ਇਹੀ ਗੱਲ ਨੂੰ ਆਪਾਂ ਲੈ ਕੇ ਚੱਲਣਾ। ਸੋ ਇਹ ਵੀ ਤੁਸੀਂ ਛੱਡੋ, ਆਪਾਂ ਇਹਨਾਂ ਡਿਟੇਲ 'ਚ ਜਾ ਨਹੀਂ ਸਕਦੇ ਹੁੰਦੇ। ਸੋ NRI ਬੰਦਾ ਜਿਹੜਾ ਆ ਐਗਰੀਕਲਚਰਲ ਲੈਂਡ ਜਿਹੜਾ ਨਹੀਂ ਲੈ ਸਕਦਾ, ਬਾਏ ਨਹੀਂ ਕਰ ਸਕਦਾ ਹੈਗਾ। ਫੋਰਨ ਨੈਸ਼ਨਲ ਤਾਂ ਕੋਈ ਵੀ ਨਹੀਂ ਲੈ ਸਕਦਾ। ਕੋਈ ਬ੍ਰਿਟਿਸ਼ ਸਿਟੀਜ਼ਨ ਹੈਗਾ, ਪਰ ਮਤਲਬ ਅੰਗਰੇਜ਼, ਬ੍ਰਿਟਿਸ਼ ਸਿਟੀਜ਼ਨ ਇੰਡੀਅਨ ਵਾਲੇ ਨਹੀਂ ਜਿਹੜੇ ਇੱਥੋਂ ਪਰਸਨ ਆਫ ਇੰਡੀਅਨ ਓਰੀਜਨ ਗਏ, ਉਹ ਨਹੀਂ, ਜਿਹੜੇ ਅੰਗਰੇਜ਼ ਆ, ਅੰਗਰੇਜ਼ ਬੰਦਾ ਕੋਈ ਵੀ ਇੱਥੇ ਕੋਈ ਵੀ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਵੀ ਨਹੀਂ ਲੈ ਸਕਦਾ। ਤੇ ਜਿਹੜੀ ਐਗਰੀਕਲਚਰ ਲੈਂਡ ਹੈ, NRI ਐਗਰੀਕਲਚਰ ਲੈਂਡ ਬਾਏ ਨਹੀਂ ਕਰ ਸਕਦਾ। ਅੱਛਾ, ਦੂਸਰਾ ਪੁਆਇੰਟ ਆਪਣੇ ਕੋਲ, ਮੇਰੇ ਕੋਲ ਇੱਥੇ ਕਾਫੀ ਕੇਸਿਸ ਆਉਂਦੇ ਉਹ ਹੈਗਾ ਕਿ ਤਬਦੀਲ ਮਲਕੀਅਤ ਕਰ ਸਕਦਾ ਕਿ ਨਹੀਂ। ਜਿਹਦਾ ਅੱਜ ਦੀ ਡੇਟ 'ਚ ਬੜਾ ਟ੍ਰੈਂਡ ਚੱਲਿਆ, ਜਿੰਨੇ ਬਜ਼ੁਰਗ ਹੈਗੇ ਆ ਜਦੋਂ ਵੀ ਇੰਡੀਆ ਆਉਂਦੇ ਉਹ ਕਹਿੰਦੇ ਚਲੋ ਆਪਾਂ ਹੁਣ ਆਏ ਆ ਤੇ ਬੱਚਿਆਂ ਦੇ ਨਾਮ ਤੇ ਟ੍ਰਾਂਸਫਰ ਕਰ ਜਾਂਦੇ। ਵੈਸੇ ਐਕਿਊਰੇਟਲੀ ਮੈਂ ਦੇਖਾਂ, ਜਿਹੜਾ RBI ਦਾ ਸਰਕੂਲਰ ਇਹਨਾਂ ਨੇ 2019 ਦੇ ਵਿੱਚ ਜਾਰੀ ਕੀਤਾ, ਉਹਦੇ ਵਿੱਚ ਇਹਨਾਂ ਨੇ ਟ੍ਰਾਂਸਫਰ ਇਨ ਬਲੱਡ ਰਿਲੇਸ਼ਨ ਜਿਹੜਾ ਵਰਡ ਯੂਜ਼ ਹੀ ਨਹੀਂ ਕੀਤਾ। ਮੈਂ ਆਪਣੇ ਜਿਹੜੀ ਸਾਡੀ CA ਐਸੋਸੀਏਸ਼ਨ ਆ ਉਹਦੇ ਥਰੂ ਰੈਫਰੈਂਸ ਵੀ ਭੇਜਿਆ ਸੀ, ਬਟ ਬਾਕੀ ਸਟੇਟਸ ਦੇ ਵਿੱਚ ਕਿਉਂਕਿ ਇਦਾਂ ਦਾ ਕੋਈ ਚੀਜ਼ ਹੈ ਨਹੀਂ, ਆਪਣੇ ਤਾਂ ਹੈਗਾ ਜਿਹੜਾ ਐਗਜ਼ੈਂਪਸ਼ਨ ਮਿਲਦੀ ਹੈ। ਉੱਥੇ ਉਹਨਾਂ ਨੇ 2 ਪੁਆਇੰਟ ਲਿਖੇ ਆ ਸਰਕੂਲਰ 'ਚ। ਇੱਕ ਇਹ ਆ ਕਿ NRI ਬੰਦਾ ਜਿਹੜਾ ਆ ਗਿਫਟ, NRI ਬੰਦੇ ਨੂੰ ਪ੍ਰਾਪਰਟੀ ਗਿਫਟ ਨਹੀਂ ਹੋ ਸਕਦੀ ਐਗਰੀਕਲਚਰ ਲੈਂਡ, ਠੀਕ ਹੈ। ਤੇ ਦੂਸਰਾ ਹੋ ਸਕਦੀ, ਪਰ ਨਾਲ ਹੀ ਇਹ ਵੀ ਲਿਖਿਆ ਆ ਕਿ ਜੇ ਉਹਨੂੰ ਆਪਣੀ ਫੈਮਿਲੀ ਦੇ ਵਿੱਚ ਥਰੂ ਵਿਲ ਪ੍ਰਾਪਤ ਹੁੰਦੀ ਆ, ਉਹ ਲੈ ਸਕਦਾ, ਉਹ ਐਕਵਾਇਰ ਹੋ ਸਕਦੀ ਹੈਗੀ। ਹੁਣ ਗੱਲ ਕਿੱਥੇ ਆ ਗਈ ਕਿ ਜਿਹੜੀ ਵਿਰਾਸਤੀ ਪ੍ਰਾਪਰਟੀ ਆ ਉਹ ਉਹਨੂੰ ਮਿਲ ਸਕਦੀ ਆ, ਪਰ ਉਹ ਜਿਹੜੀ ਗਿਫਟ ਆ ਉਹ ਨਹੀਂ ਲੈ ਸਕਦਾ। ਹੁਣ ਅਗੇਨ ਉਹੀ ਕੁਐਸਚਨ ਵੀ ਇਹ ਜਿਹੜਾ ਤਬਦੀਲ ਮਲਕੀਅਤ ਇਨ ਬਲੱਡ ਰਿਲੇਸ਼ਨ ਆ, ਇਹ ਤਾਂ ਮਿਡ ਵਿੱਚ ਸਟੈਂਡ ਕਰਦਾ ਨਾ। ਇਹ ਗਿਫਟ ਟੂ ਥਰਡ ਪਾਰਟੀ ਵੀ ਨਹੀਂ ਹੈਗਾ। ਇਹ ਗਿਫਟ ਵੈਸੇ ਦੇਖਿਆ ਜਾਵੇ ਹੈ ਵੀ ਆ ਤੇ ਨਹੀਂ ਵੀ ਆ। ਜਿਹਨੂੰ ਐਗਜ਼ੈਕਟਲੀ ਇਨਹੈਰੀਟੈਂਸ ਮੰਨ ਲਈ, ਇਨਹੈਰੀਟੈਂਸ ਵੀ ਨਹੀਂ ਆ ਕਿਉਂਕਿ ਟ੍ਰਾਂਸਫਰ ਹਾਲੇ ਜਿੰਦਾ ਹੈਗਾ। ਫਿਰ ਆਪਾਂ ਇਸ ਚੀਜ਼ ਨੂੰ ਕੀ ਲੈ ਸਕਦੇ ਆ? ਫਿਰ ਉਸ ਚੀਜ਼ ਦੀ ਕੋਈ ਕਲੈਰਿਟੀ ਹੈ ਨਹੀਂ ਕਿ ਲਾਈਫ ਥਰੂ ਲਾਈਫ ਟਾਈਮ ਬੰਦਾ ਜਿਹੜਾ NRI ਆ ਉਹ ਆਪਣੇ NRI ਫਾਦਰ ਤੋਂ ਪ੍ਰਾਪਰਟੀ ਲੈ ਸਕਦਾ ਤਬਦੀਲ ਮਲਕੀਅਤ ਦੇ ਥਰੂ ਜਾਂ ਨਹੀਂ ਲੈ ਸਕਦਾ ਹੈਗਾ। ਸੋ ਬਟ ਜੇ ਆਪਾਂ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਪ੍ਰੀਐਂਬਲ ਨੂੰ ਦੇਖਦੇ ਆ, ਸਟਾਰਟਿੰਗ ਜਾਂ ਉਹ ਨਹੀਂ ਜਦੋਂ ਇੰਟਰੋਡਕਸ਼ਨ ਕੀਤੀ ਆ ਉਹਨੂੰ ਦੇਖਦੇ, ਉਹਨਾਂ ਜ਼ਿਆਦਾ ਰਿਲੇਟਡ ਆ। ਸੋ ਇੱਕ ਵਿਊ ਆਇਆ ਸੀ ਪ੍ਰਦੀਪ ਬੈਂਸ ਸਰ ਦਾ, ਤਾਂ ਮੇਰਾ ਉਹ ਸੇਮ ਸੀਗਾ ਕਿ ਕਿਉਂਕਿ ਜਦੋਂ ਬਲੱਡ ਰਿਲੇਸ਼ਨ 'ਚ ਟ੍ਰਾਂਸਫਰ ਹੋਣੀ ਆ ਉਦੋਂ ਕਿਸੇ ਦੀ ਕੋਈ ਪੈਸੇ ਦੀ ਲੈਣ ਦੇਣ ਤਾਂ ਹੋਈ ਨਹੀਂ। ਸੋ ਇਸ ਚੀਜ਼ ਨੂੰ ਆਪਾਂ ਕੋਈ ਗੱਲ ਨਹੀਂ ਕਰ ਸਕਦੇ ਹੈਗੇ। ਬਟ ਜੇ ਬਿਲਕੁਲ ਹਾਰਡ ਐਂਡ ਫਾਸਟ ਆਪਾਂ ਚੱਲੀਏ RBI ਦੇ ਸਰਕੂਲਰ 'ਚ, ਉੱਥੇ ਗਿਫਟ ਵਰਡ ਯੂਜ਼ ਕੀਤਾ ਹੋਇਆ, ਫਿਰ ਉਹ ਮਿਡਵੇ ਜੇ ਗੱਲ ਆ ਜਾਂਦੀ ਹੈ ਕਿ ਕਰ ਸਕਦੇ ਜਾਂ ਨਹੀਂ ਕਰ ਸਕਦੇ। ਸੋ ਮੈਂ ਇਹਦੇ ਲਈ ਰਿਕੁਐਸਟ ਕਰੂੰਗਾ ਪ੍ਰਧਾਨ ਜੀ ਨੂੰ ਵੀ ਇੱਕ ਮੈਮੋਰੈਂਡਮ ਮੈਂ ਡਰਾਫਟ, ਇੱਕ ਰਿਕੁਐਸਟ ਲੈਟਰ ਆਪਾਂ ਡਰਾਫਟ ਹੋ ਸਕਦਾ ਜਾਂ ਨਹੀਂ ਹੋ ਸਕਦਾ ਹੈ। ਬਟ ਮੈਂ ਬਸ ਰਿਹਾ ਹੈ ਕੋਈ ਕੀਤੇ ਆ ਇੱਥੇ ਆਲਰੇਡੀ ਇਸ ਤਰ੍ਹਾਂ ਦੇ ਕੀਤੇ ਹੈਗੇ। ਸੋ ਇਹ ਜਿਹੜਾ ਤੁਹਾਡੇ ਨਾਲ ਮੈਂ ਡਿਸਕਸ ਕੀਤਾ, ਇਹ ਫੋਰਨ ਐਕਸਚੇਂਜ ਮੈਨੇਜਮੈਂਟ ਬਹੁਤ ਸਾਰੀਆਂ ਪ੍ਰੋਵੀਜ਼ਨਸ ਆ, ਬਟ ਆਪਣੇ ਨਾਲ ਰਿਲੇਟਡ ਦੋ ਸੈਕਸ਼ਨ ਦੀ 6 ਸੈਕਸ਼ਨ 6 ਹੈਗਾ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਲਿਆ। ਥਰਡ ਜਿਹੜਾ ਐਕਟ ਹੈਗਾ ਬਿਨਾਮੀ ਪ੍ਰੋਹਿਬਿਸ਼ਨ ਬਿਨਾਮੀ ਟ੍ਰਾਂਜੈਕਸ਼ਨਸ, ਇਹ ਜਿਹੜਾ ਐਕਟ ਹੈ ਵੈਸੇ ਇੰਟਰਸਟਿੰਗ ਬੜਾ ਹੈ ਕਿਉਂਕਿ ਇਹ 1988 ਦਾ ਐਕਟ ਸੀ। ਇਹਦੇ ਵਿੱਚ ਕਦੀ ਗਵਰਨਮੈਂਟ ਨੇ ਰੂਲਸ ਹੀ ਨਹੀਂ ਨੋਟੀਫਾਈ ਤੇ ਉਹਨਾਂ ਨੇ ਸੋਚਿਆ ਕਿ ਹਾਂਜੀ ਰੂਲਸ ਡਰਾਫਟ ਕਰ ਲਈਏ, ਡਰਾਫਟ ਵੀ ਕਰ ਲਏ। ਫਿਰ ਉਹਨਾਂ ਨੇ ਇਹ ਵਿਊ ਕੀਤਾ ਵੀ ਹੁਣ ਲਾਗੂ ਕਰਾਂਗੇ ਤਾਂ ਜਿਹੜੇ ਪੁਰਾਣੇ ਕੰਮ ਹੋ ਗਏ ਉਹਨਾਂ ਦਾ ਕੀ ਕਰਾਂਗੇ। ਫਿਰ 2018 ਚ ਨਵੰਬਰ 8 ਨੂੰ ਸ਼ਾਇਦ ਹੋਈ ਸੀ, ਤਾਂ 1 ਨਵੰਬਰ ਨੂੰ ਇਹਨਾਂ ਨੇ ਐਕਟ ਅਮੈਂਡ ਕਰ ਦਿੱਤਾ। ਨੋਟੀਫਾਈ ਕਰਤੇ। ਐਕਟ ਥੋੜੇ ਦਿਨ ਪਹਿਲਾਂ ਅਮੈਂਡ ਕੀਤਾ ਸੀ। ਇਹਨਾਂ ਨੇ 63 ਸੈਕਸ਼ਨ ਅਮੈਂਡਮੈਂਟ ਚ ਪਾਏ ਤੇ ਟੋਟਲ 22 ਸੈਕਸ਼ਨਸ ਬਣਾ ਕੇ ਰੂਲਸ ਵੀ ਨੋਟੀਫਾਈ ਕਰਤੇ। ਚਲੋ ਹੋ ਗਈ।
ਇਹਦੇ ਵਿੱਚ ਆਪਣੀ ਇੱਕ ਸੈਕਸ਼ਨ ਹੈਗਾ, ਉਹ ਸੈਕਸ਼ਨ ਹੈਗਾ ਸੈਕਸ਼ਨ 9 ਕਬਜ਼ੇ ਵਾਲੇ ਆ। ਉਹਦੇ ਵਿੱਚ ਜੇ ਰਿਲੇਟਡ ਐਸ ਸੱਚ ਤਾਂ ਨਹੀਂ ਹੈ ਡਾਇਰੈਕਟਲੀ, ਆਪਾਂ ਨੂੰ ਰਜਿਸਟ੍ਰੇਸ਼ਨ ਦੇ ਟਾਈਮ ਤੇ ਦੇਖਣ ਦੀ ਲੋੜ ਨਹੀਂ ਹੈ, ਬਟ ਇਹ ਜਿਹੜਾ ਐਕਟ ਹੈਗਾ ਬੇਨਾਮੀ ਟ੍ਰਾਂਜੈਕਸ਼ਨਸ ਵਾਲਾ, ਪਲੱਸ ਜਿਹੜਾ ਦੂਸਰਾ ਆਪਣਾ ਇਨਕਮ ਟੈਕਸ ਐਕਟ ਹੈਗਾ ਤੇ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ, ਜੇ ਤਿੰਨਾਂ ਨੂੰ ਆਪਾਂ ਇਕੱਠੇ ਪੜ੍ਹਦੇ ਤਾਂ ਉਹਦੇ 'ਚ ਇਹ ਸੈਂਸ ਨਿਕਲਦੀ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਕੰਟਰੈਕਟ ਆ, these should be made compulsory registrable। ਇਦਾਂ ਦੇ ਜਿਹੜੇ ਬਿਆਨੇ ਹੈਗੇ ਆ ਉਹਨਾਂ ਨੂੰ ਕੰਪਲਸਰੀਲੀ ਰਜਿਸਟਰੇਬਲ ਕੀਤਾ ਜਾਣਾ ਚਾਹੀਦਾ ਹੈਗਾ। ਸੋ ਆਪਣੇ ਇਦਾਂ ਦੀ ਹਾਲੇ ਇਹਨਾਂ ਨੇ ਕੋਈ ਪ੍ਰੋਵੀਜ਼ਨ ਹੈ ਨਹੀਂ। ਸੋ ਇਹ ਵੀ ਮੈਂ ਰਿਕੁਐਸਟ ਕਰਨੀ ਹੈ ਸਰ ਨੂੰ, ਧਰਮ ਸਰ ਨੂੰ, ਵੀ ਇਸ ਚੀਜ਼ ਨੂੰ ਵੀ ਆਪਾਂ ਰਿਕੁਐਸਟ ਕਰ ਦਈਏ ਕਿ ਐਕਟ ਦੇ ਵਿੱਚ ਆਲਰੇਡੀ ਪ੍ਰੋਵੀਜ਼ਨਸ ਹੈ। ਸੋ ਇਸ ਚੀਜ਼ ਦਾ ਆਪਾਂ ਬੈਨੀਫਿਟ ਲੈ ਕੇ ਗਵਰਨਮੈਂਟ ਨੂੰ ਕਹੀਏ ਵੀ ਇਹਦੇ ਤੇ ਤੁਸੀਂ ਸਟੈਂਪ ਡਿਊਟੀ ਲਾਓ ਬਿਆਨੇ ਸਮੇਤ ਕਬਜ਼ੇ, ਜਿਹਨੂੰ ਕਿਹਾ ਜਾਂਦਾ ਹੈ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਦਾ ਸੈਕਸ਼ਨ 53A। ਸੋ ਕਿਉਂਕਿ ਕੱਲ ਨੂੰ ਇਸ ਤਰ੍ਹਾਂ ਦੀ ਪਹਿਲਾਂ ਸਪੋਜ਼ ਇਦਾਂ ਦਾ ਬਿਆਨਾ ਅਨਰਜਿਸਟਰਡ ਹੁੰਦਾ ਹੈ, ਆਪਣੇ ਕੋਲ ਬਾਅਦ ਚੋਂ ਆ ਜਾਂਦਾ, ਤਾਂ ਆਪਾਂ ਨੂੰ ਫਿਰ ਸੈਕਿੰਡ ਰਜਿਸਟਰੀ ਕਰਨ ਦੇ ਟਾਈਮ ਤੇ ਇਹਦੀ ਪ੍ਰੋਬਲਮ ਆਉਂਦੀ, ਕਿਉਂਕਿ ਬੇਨਾਮੀ ਟ੍ਰਾਂਜੈਕਸ਼ਨ ਜਿਹੜਾ ਐਕਟ ਆ ਉਸ ਚੀਜ਼ ਨੂੰ ਬੇਨਾਮੀ ਪ੍ਰਾਪਰਟੀ ਮੰਨਦਾ ਤੇ ਬੇਨਾਮੀ ਪ੍ਰਾਪਰਟੀ ਦੀ ਜਿਹੜੀ ਆ ਰਜਿਸਟ੍ਰੇਸ਼ਨ ਐਜ਼ ਪਰ ਲਾਅ ਨਹੀਂ ਹੋਣੀ ਚਾਹੀਦੀ ਬਾਅਦ ਚ। ਸੋ ਇਹ ਅਨੋਮਲੀ ਆ, ਇਸ ਚੀਜ਼ ਨੂੰ ਆਪਾਂ ਮੇਰੇ ਖਿਆਲ ਨਾਲ ਲਿਖ ਦਈਏ ਤਾਂ ਬੈਟਰ ਹੈਗਾ। ਸੋ ਇਹ ਮੈਂ ਤੁਹਾਡੇ ਨਾਲ ਸਾਰੇ ਐਕਟਸ ਜਿਹੜੇ ਆ ਡਿਸਕਸ ਕੀਤੇ ਆ। ਹੁਣ ਇੱਕ ਸਰ ਨੇ ਸਟਾਰਟਿੰਗ 'ਚ ਕਿਹਾ ਸੀ, ਇੱਕ ਕੇਸ ਸੀਗਾ, ਅਸੀਂ ਮਤਲਬ ਮੇਰੇ ਲਈ ਇੱਕ ਐਕਸਰਸਾਈਜ਼ ਸੀਗੀ ਰਾਦਰ ਉਹ ਸਰ ਨੇ ਡਿਸਕਸ ਕੀਤਾ ਸੀਗਾ ਕਿ ਉਹਦੇ ਵਿੱਚ ਕੀ ਸੀ ਕਿ ਕੋਈ ਪਾਰਟਨਰਸ਼ਿਪ ਫਰਮ ਸੀ। ਪਾਰਟਨਰਸ਼ਿਪ ਫਰਮ ਇਨਫੈਕਟ ਉਹ ਵੀ ਹਾਲੇ ਕਲੀਅਰ ਨਹੀਂ ਹੈ ਕਿ ਪਾਰਟਨਰਸ਼ਿਪ ਫਰਮ ਹੈ ਜਾਂ ਨਹੀਂ। ਉਹਦੇ ਵਿੱਚ ਪਹਿਲਾਂ ਫਰਮ ਦੇ ਨਾਂ ਤੇ ਪ੍ਰਾਪਰਟੀ ਬੋਲਦੀ ਪਈ ਆ ਤੇ ਕਿਸੇ ਟਾਈਮ ਤੇ ਉਹਦੀ ਰਜਿਸਟਰੀ ਹੋਈ ਹੈ, ਇੱਕ ਪਾਰਟਨਰ ਦੇ ਨੇ ਆਪਣੇ ਬੱਚਿਆਂ ਦੇ ਨਾਮ ਤੇ ਟ੍ਰਾਂਸਫਰ ਡੀਡ ਕਰ ਦਿੱਤੀ ਹੈ ਤਾਂ ਉਹਦੇ ਤੇ ਸਟੈਂਪ ਡਿਊਟੀ ਨਹੀਂ ਲੱਗੀ, ਉਹਨੂੰ ਐਗਜ਼ੈਂਪਸ਼ਨ ਦਿੱਤੀ ਗਈ ਉਸ ਟਾਈਮ ਦੇ ਸਬ ਰਜਿਸਟਰਾਰ ਸਾਹਿਬ ਦੁਆਰਾ। ਤੇ ਹੁਣ ਫਿਰ ਇਹ ਕੇਸ ਬਣਿਆ ਕਿ ਹਾਂਜੀ ਇੱਥੇ ਲੱਗਣੀ ਚਾਹੀਦੀ ਜਾਂ ਨਹੀਂ। ਅਲਟੀਮੇਟਲੀ ਪਾਰਟੀ ਹਾਈ ਕੋਰਟ 'ਚ ਚਲੀ ਗਈ ਹੈਗੀ ਹੈ। ਸੋ ਸਰ ਨੇ ਮੈਨੂੰ 3-4 ਪੁਆਇੰਟਸ ਗਾਈਡ ਕੀਤੇ ਸੀਗੇ ਕਿ ਹਾਂ ਇਸ ਪੁਆਇੰਟਸ ਦੇ ਉੱਤੇ ਤੁਸੀਂ ਦੇਖੋ, ਕੰਮ ਕਰੋ। ਸੋ ਉਹ ਮੇਰੇ ਖਿਆਲ ਨਾਲ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਪ੍ਰਾਪਰਟੀ ਵੈਸਟ ਕਿੱਥੇ ਕਰਦੀ ਆ, ਐਲੀਮੈਂਟ ਆਫ ਟ੍ਰਾਂਸਫਰ ਉਹਦੇ ਵਿੱਚ ਹੈ ਜਾਂ ਨਹੀਂ ਹੈ। ਔਰ ਥਰਡ ਚੀਜ਼ ਹੈ ਕਿ ਜਦੋਂ ਟ੍ਰਾਂਸਫਰ ਹੋਈ ਹੈ ਉਦੋਂ ਉਹ ਪ੍ਰਾਪਰਟੀ ਜਿਹੜੀ ਆ ਉਹਦੇ ਵਿੱਚ ਟ੍ਰਾਂਜੈਕਸ਼ਨ ਵਾਲੀ ਕੋਈ ਗੱਲ ਆਈ ਜਾਂ ਨਹੀਂ ਆਈ ਹੈਗੀ। ਸੋ ਵੈਸਟ ਜਦੋਂ ਤੱਕ ਤਾਂ ਡੀਸੋਲੂਸ਼ਨ ਡੀਡ ਨਹੀਂ ਹੋਈ ਤਾਂ ਉਹ ਫਰਮ ਦੇ ਵਿੱਚ ਕਰਦੀ ਆ। ਇੱਕ ਇਹਨਾਂ ਦੇ ਕੇਸ 'ਚ ਰਿਲਿੰਕੁਇਸ਼ਮੈਂਟ ਦੀ ਡੀਡ ਹੋਈ ਸੀ, ਉਹ ਮੈਂ ਦੇਖੀ ਤਾਂ ਨਹੀਂ ਹੈ, ਬਟ ਰਿਲਿੰਕੁਇਸ਼ਮੈਂਟ ਦੀ ਜੇ ਡੀਡ ਹੋਈ ਹੈ ਤੇ ਸਾਰੇ ਪਾਰਟਨਰਸ ਨੇ ਇੱਕ ਪਾਰਟਨਰ ਦੇ ਨਾਮ ਤੇ ਪ੍ਰਾਪਰਟੀ ਟ੍ਰਾਂਸਫਰ ਕਰਤੀ, ਬਟ ਉਹਦੀ ਰੈਵਨਿਊ ਰਿਕਾਰਡ 'ਚ ਐਂਟਰੀ ਹੋਈ ਜਾਂ ਨਹੀਂ ਹੋਈ ਉਹ ਆਪਾਂ ਨੂੰ ਦੇਖਣਾ ਬਣਦਾ ਆ। ਸੋ ਉਹ ਦੇਖ ਲਿਆ ਜਾਵੇ ਵੀ ਰੈਵਨਿਊ ਰਿਕਾਰਡ 'ਚ ਜਾਂ ਕੁਛ ਚੀਜ਼ ਦੀ ਕੋਈ ਲੀਗਲ ਡਾਕੂਮੈਂਟ ਕੋਈ ਬੇਸ ਕੁਛ ਹੈ ਜਾਂ ਨਹੀਂ ਹੈ। ਸੋ ਇਸ ਬੇਸ ਤੇ ਵੰਸ ਆਪਾਂ ਡਾਕੂਮੈਂਟਸ ਦੇਖ ਲਈਏ ਤੇ ਬਾਕੀ ਉਹਦੇ ਵਿੱਚ ਫੇਰ ਅੱਗੇ ਕਰ ਸਕਦੇ ਹੈਗੇ। ਸੋ ਇਹ ਜਿੰਨਾ ਸੀ ਆਪਾਂ ਫਾਈਨੈਂਸ਼ੀਅਲ ਲਾਜ਼ ਐਂਡ ਕਾਰਪੋਰੇਟ ਲਾਜ਼ ਨੂੰ ਮੈਂ ਬਹੁਤ ਸਮਰਾਈਜ਼ ਕਰਕੇ ਤੁਹਾਡੇ ਸਾਹਮਣੇ ਰੱਖਿਆ। ਹੁਣ ਇੱਕ ਐਸਪੈਕਟ ਹੈ ਆਡਿਟ ਦਾ। ਆਡਿਟ ਦੇਖੋ ਆਪਣੇ ਦੋ ਤਰ੍ਹਾਂ ਦੇ ਆਡਿਟ ਹੁੰਦੇ ਆ, ਇੱਕ ਜਿਹੜਾ ਕਰਦੇ ਆ ਏਜੀ ਵਾਲੇ ਆਡਿਟ ਕਰਦੇ ਆ, ਸੈਕਿੰਡ ਆਡਿਟ ਜਿਹੜਾ ਇੰਟਰਨਲ ਆਡਿਟ ਆਰਗੇਨਾਈਜੇਸ਼ਨ ਵਾਲੇ ਕਰਦੇ ਆ। ਦੋਨਾਂ ਦਾ ਆਡਿਟ ਕਰਨ ਦਾ ਤਰੀਕਾ ਸੇਮ ਹੈ। ਤਪਨ ਸਰ ਜੀ ਸਰ, ਇੱਕ ਵਾਰ ਨਾ ਇਸ ਮਤਲਬ ਜਿਹੜਾ ਇਹ ਪੁਆਇੰਟਾਂ ਤੇ ਜੇ ਕਿਸੇ ਦਾ ਕੋਈ ਕੁਐਸਚਨ ਹੈ ਤੇ ਕਰ ਲਓ, ਬਾਅਦ ਵਿੱਚ ਸਾਰਿਆਂ ਵੱਲ ਆਡਿਟ ਵੱਲ ਹੀ ਹੋ ਜਾਣਾ। ਠੀਕ ਹੈ ਸਰ, ਠੀਕ ਹੈ ਜੀ, ਠੀਕ ਹੈ। ਹਾਂ, ਇਹਨਾਂ ਨੂੰ ਪੁੱਛ ਲਓ, ਵਿਨੇ ਪੁੱਛ ਲਾ ਜੇ ਕਿਸੇ ਦੀ ਕੋਈ ਕੁਐਰੀ ਹੈ, ਕਿਸੇ ਨੇ ਕਲੈਰੀਫਾਈ ਕਰਨੀ ਗੱਲ ਤਾਂ। ਜੀ ਸਰ, ਮੈਂ ਕਰ ਲੈਂਦਾ ਜੀ। ਸਰ ਮੇਰੀ ਵੀ ਆਪਦੀ ਕੁਐਰੀ ਸੀਗੀ ਤਾਂ ਸਰ ਜਿੱਦਾਂ ਤੁਸੀਂ ਤਪਨ ਸਰ ਕਹਿ ਰਹੇ ਸੀ ਕਿ ਜਿਹੜੀ ਫਾਰਮ ਹੈਗੀ ਹੈ ਉਹ ਮਤਲਬ ਰੈਜ਼ੋਲੂਸ਼ਨ ਪਾਣਾ ਹੈਗਾ। ਹਾਂਜੀ ਤੁਸੀਂ ਦੱਸੋ, ਮੈਂ ਫਿਰ ਤੁਹਾਨੂੰ ਦੱਸਦਾ। ਜੀ ਦੱਸੋ ਪਲੀਜ਼। ਸਰ ਉਹ ਜਿਹੜਾ ਰੈਜ਼ੋਲੂਸ਼ਨ ਵਾਲਾ ਸੀਗਾ, ਹਾਂਜੀ, ਤਾਂ ਜੇ ਤਾਂ ਕੰਪਨੀ ਹੈ ਤਾਂ ਕੰਪਨੀ ਦਾ ਰੈਜ਼ੋਲੂਸ਼ਨ ਪ੍ਰੋਪਰ ਹੁੰਦਾ ਹੀ ਹੈ, ਉਹਨਾਂ ਦੇ ਨੀਚੇ ਲਿਖਿਆ ਹੋਇਆ। ਜੇ ਇਹ ਲਾਈਕ ਪਾਰਟਨਰਸ਼ਿਪ ਫਾਰਮ ਹੈਗੀ ਹੈ ਤਾਂ ਉਹ ਕਿੱਦਾਂ ਦਾ ਰੈਜ਼ੋਲੂਸ਼ਨ ਆਪਾਂ ਉਸ ਦੇ ਵਿੱਚ ਮੰਨਣਾ ਹੈ ਕਿ ਸਾਰੇ ਪਾਰਟਨਰ। ਮੈਂ ਦੱਸਦਾ ਜੀ।
ਰੈਜ਼ੋਲੂਸ਼ਨ ਜਿਹੜਾ ਹੈਗਾ ਪਾਰਟਨਰਸ਼ਿਪ ਫਰਮ ਦੇ ਕੇਸ ਦੇ ਵਿੱਚ ਜੇ ਆਪਾਂ ਪ੍ਰੋਪਰ ਲੈਂਗੁਏਜ ਦੀ ਗੱਲ ਕਰੀਏ ਉਹਦੇ ਚ ਰੈਜ਼ੋਲੂਸ਼ਨ ਨਹੀਂ ਹੋਊਗਾ, ਉਹਦੇ ਚ ਅਥਾਰਟੀ ਲੈਟਰ ਹੋਊਗੀ। ਸੋ ਪਾਰਟਨਰਸ਼ਿਪ ਫਰਮ ਦਾ ਜਿਹੜਾ ਗਾਈਡਿੰਗ ਡਾਕੂਮੈਂਟ ਕਹਿ ਲਓ ਤਪਨ ਜੀ ਇਹਨਾਂ ਦੀ ਇਨਕਾਰਪੋਰੇਸ਼ਨ ਜਿਹੜੀ ਹੈ ਇਹ ਮਤਲਬ ਕੀ ਕਹਿ ਲੋ ਰਜਿਸਟਰਡ ਅਨਰਜਿਸਟਰਡ ਕੀ ਕਹਿ ਲੋ ਰਿਟਰਨ ਜੀ ਹੋਰ ਸਾਰੀਆਂ ਹੁੰਦੀਆਂ, ਇਹ ਥੋੜਾ ਡਿਟੇਲ ਚ ਦੱਸ ਦੋ ਫਿਰ ਕਲੈਰਿਟੀ ਹੋਏ। ਸਰ ਮੈਂ ਉੱਥੇ ਆਉਣ ਲੱਗਿਆ ਸਰ। ਸੋ ਆਪਾਂ ਗੱਲ ਇਹ ਕਰਦੇ ਪਏ ਸੀ, ਸਰ ਨੇ ਜੋ ਦੱਸਿਆ ਉਸੇ ਲਾਈਨਸ ਤੇ ਆਪਾਂ ਹੁਣ ਕਰਨ ਲੱਗੇ ਹਾਂ ਡਿਸਕਸ ਕਿ ਫਰਮ ਦੇ ਕੇਸ 'ਚ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਰੈਜ਼ੋਲੂਸ਼ਨ ਵਰਡ ਜਿਹੜਾ ਉਹ ਵੈਸੇ ਕੰਪਨੀ ਦੇ ਕੇਸ 'ਚ ਐਪਰੋਪ੍ਰੀਏਟ ਹੈਗਾ, ਇਹਦੇ ਵਿੱਚ ਅਥਾਰਟੀ ਲੈਟਰ ਹੋਣੀ ਹੈ। ਚਲੋ ਪਹਿਲਾ ਪੁਆਇੰਟ ਇਹ ਆ ਗਿਆ। ਸੈਕਿੰਡ ਪੁਆਇੰਟ ਆ ਗਿਆ ਕਿ ਇਹਦਾ ਜਿਹੜਾ ਕਨਸਟੀਟਿਊਸ਼ਨ ਹੈ, ਸੰਵਿਧਾਨ ਹੈ ਜਾਂ ਇਹਦਾ ਕਿੱਦਾਂ ਬਣਦੀ ਆ, ਉਹ ਡਾਕੂਮੈਂਟ ਕਿਹੜਾ ਹੋਊਗਾ? ਉਹ ਡਾਕੂਮੈਂਟ ਹੁੰਦਾ ਪਾਰਟਨਰਸ਼ਿਪ ਡੀਡ। ਹੁਣ ਪਾਰਟਨਰਸ਼ਿਪ ਡੀਡ ਦੀ ਜੇ ਗੱਲ ਕਰੀਏ, ਪਾਰਟਨਰਸ਼ਿਪ ਡੀਡ ਜਿਹੜਾ ਆ ਉਹ ਵੀ ਜ਼ਰੂਰੀ ਨਹੀਂ ਹੈ ਕਿ ਰਜਿਸਟਰਡ ਹੋਵੇ, ਅਨਰਜਿਸਟਰਡ ਪਾਰਟਨਰਸ਼ਿਪ ਵੀ ਹੁੰਦੀਆਂ ਆ, ਬਟ ਮੋਸਟਲੀ ਜਿੱਥੇ ਇਹ ਪਾਰਟਨਰਸ਼ਿਪ ਡੀਡ ਪਾਰਟਨਰਸ਼ਿਪ ਫਰਮਸ ਜਿਹੜੀਆਂ ਨੇ ਉਹ ਅਸੈਸਿਸ ਹੁੰਦੀਆਂ, ਇਨਕਮ ਟੈਕਸ ਅਸੈਸਿਸ ਆ, ਉੱਥੇ 99.9% ਇਹਨਾਂ ਦੀਆਂ ਪਾਰਟਨਰਸ਼ਿਪ ਡੀਡ ਰਿਟਰਨ ਹੁੰਦੀਆਂ। ਚਲੋ ਪਹਿਲੀ ਗੱਲ ਤਾਂ ਰਿਟਰਨ ਦੀ ਆ ਗਈ। ਸੈਕਿੰਡ ਗੱਲ ਕਿ ਕੀ ਜਿਹੜਾ ਆ ਆਪਣਾ ਰਿਟਰਨ ਨੂੰ ਰਜਿਸਟਰ ਕੀਤਾ ਹੋਊਗਾ ਜਾਂ ਨਹੀਂ ਕੀਤਾ ਹੋਊਗਾ। ਮਤਲਬ ਕਿ ਇੱਕ ਤਾਂ ਆ ਗਈ ਵਰਬਲ ਗੱਲ, ਉਹ ਤਾਂ ਛੱਡ ਦਿਓ, ਉਹ ਤਾਂ ਦੈਟ ਇਜ਼ ਆਊਟ ਆਫ ਪਰਵਿਊ। ਸੈਕਿੰਡ ਆ ਗਈ ਕਿ ਰਜਿਸਟਰ ਕੀਤਾ ਜਾਂ ਨਹੀਂ ਕੀਤਾ ਹੋਇਆ। ਰਜਿਸਟਰਡ ਡੀਡ ਦਾ ਹਮੇਸ਼ਾ ਇੱਕ ਫਾਇਦਾ ਇਹ ਹੁੰਦਾ ਆ, ਜੇ ਅਸੀਂ ਟੈਕਨੀਕਲੀ ਗੱਲ ਕਰੀਏ ਕਿ ਜਿਹੜੀਆਂ ਜਿੰਨੀਆਂ ਵੀ ਪਾਰਟਨਰਸ ਦਾ ਮਿਊਚੁਅਲ ਰਿਲੇਸ਼ਨ, ਉਹਦੀ ਡਿਸੋਲੂਸ਼ਨ ਕਿੱਦਾਂ ਹੋਣੀ, ਤੇ ਥਰਡ ਥਿੰਗ ਕਿ ਉਹਦਾ ਆਊਟਸਾਈਡਰਸ ਨਾਲ ਕਿੱਦਾਂ ਰਿਲੇਸ਼ਨ ਕੀਤਾ ਜਾਣਾ ਆ, ਕੀ ਹੋਣਾ ਹੈਗਾ, ਉਹ ਆਊਟਸਾਈਡਰਸ ਦੀ ਸੇਫਟੀ ਇਹਦੇ ਚ ਕਿੱਦਾਂ ਆ ਜਾਂਦੀ ਹੈ ਫਰਮ ਨਾਲ ਡੀਲ ਕਰਨਾ, ਉਹ ਕੇਵਲ ਰਜਿਸਟਰਡ ਡੀਡਸ ਦੇ ਵਿੱਚ ਹੀ ਹੁੰਦੀ ਹੈ। ਸੋ ਹਮੇਸ਼ਾ ਇਹ ਜਿਹੜੀ ਆ ਪਾਰਟਨਰਸ਼ਿਪ ਫਰਮ ਦੀ ਜਿਹੜੀ ਪਾਰਟਨਰਸ਼ਿਪ ਡੀਡ ਹੈ ਜ਼ਿਆਦਾਤਰ ਰਜਿਸਟਰਡ ਮਿਲੂਗੀ। ਅਨਰਜਿਸਟਰਡ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ, ਸਟੈਂਪ ਪੇਪਰ ਤੇ ਹੋਊਗੀ, ਉਹਦੇ ਚ ਡੇਟ ਹੋਊਗੀ, ਪ੍ਰੋਪਰ ਸਾਰੇ ਪਾਰਟਨਰਸ ਦੇ ਸਾਈਨ ਹੋਊਗੇ, ਉਹ ਵੀ ਇੱਕ ਡੀਡ ਹੈ। ਆਪਣੇ ਕੇਸ ਲਈ ਉਹ ਵੀ ਚੱਲ ਜਾਂਦੀ ਹੈ, ਕੋਈ ਇਸ਼ੂ ਨਹੀਂ ਹੈ। ਤੁਸੀਂ ਉਸ ਡੀਡ ਦੇ ਵਿੱਚ ਦੇਖੋ। ਮੈਂ ਵੈਸੇ ਤੁਹਾਨੂੰ ਨਾ ਇੱਕ ਟਿਪੀਕਲ ਡੀਡ ਦਾ ਦੱਸ ਦਿੰਦਾ ਵਿਨੇ ਜੀ, ਉਹਨਾਂ ਆਪਣਾ ਨਾ ਮਤਲਬ ਵੈਸੇ ਆਪਣਾ ਪਰਪਸ ਸੋਲਵ ਹੋ ਜਾਣਾ। ਉਹਦੇ ਵਿੱਚ ਇਹ ਲਿਖਿਆ ਹੋਊਗਾ ਕਿ 3-4 ਚੀਜ਼ਾਂ ਹੁੰਦੀਆਂ ਕਿ ਹਾਂਜੀ ਹੂ ਵਿਲ ਬੀ ਦਾ ਪਾਰਟਨਰਸ, ਉਹਨੇ ਲਿਖਿਆ ਹੋਣਾ ਔਨ ਦਿਸ ਐਂਡ ਦਿਸ ਡੇਟ ਤਪਨ, ਵਿਨੇ, ਗੁਰਦੇਵ, ਲਖਵਿੰਦਰ have resolved to enter into a relationship of partnership under the name Messrs so and so। ਚਲੋ ਇਹ ਹੋ ਗਿਆ। ਫਿਰ ਉਹਨਾਂ ਨੇ ਲਿਖਿਆ ਹੋਗਾ ਇੱਕ ਬੜੀ ਇੰਪੋਰਟੈਂਟ ਕਲੌਜ਼ ਹੁੰਦੀ ਆ, ਔਰ ਜਦੋਂ ਡਿਸੋਲੂਸ਼ਨ ਲਈ ਬੜੀ ਇੰਪੋਰਟੈਂਟ ਆ, ਉਹ ਹੈਗਾ this partnership shall be at will। ਮਤਲਬ ਕਿ ਇਹ ਪਾਰਟਨਰਸ ਜਿਹੜੇ ਆ ਇਹ ਆਪਣਾ ਕੰਮ ਕਰਨਗੇ, ਬਟ ਜਦੋਂ ਮਰਜ਼ੀ ਇਸ ਚੀਜ਼ ਨੂੰ ਮਿਊਚੁਅਲੀ ਐਗਰੀ ਕਰਕੇ ਡਿਸੋਲਵ ਕਰ ਸਕਦੇ ਆ। ਜਾਂ ਲਿਖਿਆ ਹੋਊਗਾ ਵੀ this partnership is for this and this specific purpose। ਓਕੇ, ਇਹ ਆ ਗਿਆ ਵੀ ਪਾਰਟਨਰਸ਼ਿਪ ਦੀ ਡਿਊਰੇਸ਼ਨ ਕੀ ਹੈ। ਥਰਡ, ਵੀ ਪਾਰਟਨਰਸ਼ਿਪ ਨੇ ਕੰਮ ਕੀ ਕਰਨਾ। ਉਹਨਾਂ ਨੇ ਲਿਖਿਆ ਵੀ this partnership Messrs so and so will work ਜਾਂ will do business in this and this aspects। ਠੀਕ ਹੈ। ਫਿਰ ਉਹਨਾਂ ਦਾ ਮਿਊਚੁਅਲ ਰਿਲੇਸ਼ਨ ਲਿਖਿਆ ਹੋਊਗਾ ਵੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੀ ਹੈ, ਆਹ ਕੀ ਹੈ। ਨਾਲ ਇੱਕ ਕਲੌਜ਼ ਬੜੀ ਇੰਪੋਰਟੈਂਟ ਹੈ ਵੀ ਉਹਦੇ ਐਕਟਿਵ ਪਾਰਟਨਰਸ ਕਿਹੜੇ ਹੋਣਗੇ। ਨਾਲ ਹੀ ਜੇ ਪ੍ਰਾਪਰਟੀ ਦੀ ਕੋਈ ਲੈਣ ਦੇਣਾ ਉਹ ਵੀ ਲਿਖਿਆ ਹੋਵੇ ਤਾਂ ਬੈਟਰ ਹੈ। ਜੇ ਉਹਦੇ ਵਿੱਚ ਲਿਖਿਆ ਹੋਊਗਾ ਵੀ ਮਿਸਟਰ ਤਪਨ ਬਨੋਟ ਵਿਲ ਬੀ ਰਿਸਪੋਂਸਿਬਲ ਫॉर ਮੈਨੇਜਿੰਗ ਦਾ ਡੇ ਟੂ ਡੇ ਅਫੇਅਰਸ ਐਜ਼ ਵੈਲ ਐਜ਼ ਪ੍ਰਾਪਰਟੀ ਆਫ ਦਿਸ ਫਰਮ। ਓਕੇ, ਫਿਰ ਤਾਂ ਉੱਥੇ ਸਾਰੇ ਪਾਰਟਨਰ ਦੇ ਸਾਈਨ ਆ ਤੇ ਆਪਾਂ ਡੀਡ ਨੂੰ ਹੀ ਬੇਸ ਮੰਨ ਲਾਂਗੇ। ਜੇ ਨਹੀਂ ਲਿਖਿਆ, ਜਿਹੜੇ ਚੀਜ਼ਾਂ ਪਾਰਟਨਰਸ਼ਿਪ ਡੀਡ ਦੇ ਵਿੱਚ ਨਹੀਂ ਲਿਖਿਆ, ਉਹਦਾ ਹਮੇਸ਼ਾ ਹੀ ਅਥਾਰਟੀ ਲੈਟਰਸ ਸਾਰੇ ਪਾਰਟਨਰਸ ਜਾਂ ਮੈਨੇਜਿੰਗ ਪਾਰਟਨਰਸ ਜਾਂ ਐਕਟਿਵ ਪਾਰਟਨਰਸ ਵੱਲੋਂ ਜਿਹੜੀ ਆ ਇੱਕ ਪਾਰਟਨਰ ਜਾਂ ਦੋ ਪਾਰਟਨਰ ਨੂੰ ਜੁਆਇੰਟਲੀ ਜਾਂ ਸੇਵਰਲੀ ਦਿੱਤੀਆਂ ਜਾਊਗੀਆਂ ਤੇ ਉਹ ਅਕੋਰਡਿੰਗਲੀ ਕੰਮ ਕਰ ਸਕਦੇ ਹੈਗੇ ਆ। ਮਤਲਬ ਕਿ ਜੇ ਪਾਰਟਨਰਸ਼ਿਪ ਫਰਮ ਦੇ ਨਾਮ ਤੇ ਕੋਈ ਪ੍ਰਾਪਰਟੀ ਹੈ, ਆਪਾਂ ਪਹਿਲਾਂ ਉਹਨਾਂ ਦੀ ਪਾਰਟਨਰਸ਼ਿਪ ਡੀਡ ਮੰਗਣੀ ਆ। ਪਾਰਟਨਰਸ਼ਿਪ ਡੀਡ ਨੂੰ ਥੋੜਾ ਜਿਹਾ ਦੇਖਣੇ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ 'ਚ ਬਿਜ਼ਨਸ ਇਹਦਾ ਕਿੱਦਾਂ ਗਵਰਨ ਹੋਣਾ। ਫਿਰ ਜਿੱਥੇ ਕਲੀਅਰ ਨਹੀਂ ਦਿੱਤਾ ਉੱਥੇ ਅਥਾਰਟੀ ਲੈਟਰ ਲਾ ਕੇ, ਮੇਰੇ ਕੋਲ ਇੱਥੇ ਇੱਕ ਦੋ ਆਪਣੇ ਕੋਲ ਵੀ ਹੁੰਦੀਆਂ ਜਿਹੜੀਆਂ ਰੀਅਲ ਏਸਟੇਟ ਦਾ ਕੰਮ ਕਰਦੇ ਆ, ਕਈ ਵਾਰ ਫਾਦਰ ਸਰ ਮਿਲ ਕੇ ਬਣਾ ਲੈਂਦੇ ਆ, ਤੇ ਉਹਦੇ ਵਿੱਚ ਉਹਨਾਂ ਨੇ ਅਥਾਰਟੀ ਲੈਟਰ ਬਕਾਇਦਾ ਲਾਉਂਦੇ ਕਿ ਹਾਂ ਦਿਸ ਪਰਸਨ ਵਿਲ ਗੋ ਟੂ ਸਰਵਿਸ ਸਟਾਰ ਆਫਿਸ ਐਂਡ ਡੂ ਦਿਸ ਐਂਡ ਦਿਸ ਬਿਜ਼ਨਸ ਅਕੋਰਡਿੰਗਲੀ। ਸੋ ਉਹਦੇ ਤੋਂ ਆਪਾਂ ਨੂੰ ਹੈਲਪ ਮਿਲ ਜਾਂਦੀ ਹੈ।
ਲਾਈਕ ਜੀ ਅਥਾਰਟੀ ਲੈਟਰ ਜਿਹੜਾ ਹੋਏਗਾ ਫਿਰ ਉਸ ਕੇਸ ਦੇ ਵਿੱਚ, ਤਾਂ ਉਹਦੇ ਵਿੱਚ ਜਿੰਨੇ ਵੀ ਪਾਰਟਨਰਸ ਹੋਣਗੇ ਉਹਨਾਂ ਸਾਰਿਆਂ ਦੇ ਸਾਈਨ ਹੋਣੇ ਜ਼ਰੂਰੀ ਹੈ, ਇਦਾਂ ਹੀ ਹੋਇਆ ਨਾ? ਜੀ ਜੀ ਜੀ, ਜੇ ਕੋਈ ਮੈਨੇਜਿੰਗ ਪਾਰਟਨਰ ਜਿਹੜਾ ਆ ਆਪਣੀ ਪਾਰਟਨਰਸ਼ਿਪ ਡੀਡ ਦੇ ਵਿੱਚ ਨਹੀਂ ਲਿਖਿਆ ਹੋਇਆ, ਫਿਰ ਸਾਰੇ ਪਾਰਟਨਰਸ ਦੇ ਸਾਈਨ ਹੋਣ। ਓਕੇ, ਠੀਕ ਹੈ, ਥੈਂਕ ਯੂ। ਅੱਛਾ, ਇੱਕ ਮੈਂ ਇਹਦੇ ਨਾਲ ਹੀ ਰਿਲੇਟਡ ਹੋਰ ਦੱਸਣ ਲੱਗਿਆ, ਜਿਹੜੀ ਕੰਪਨੀ ਹੁੰਦੀ ਆ ਨਾ, ਪਬਲਿਕ ਲਿਮਟਿਡ ਐਂਡ ਪ੍ਰਾਈਵੇਟ ਲਿਮਟਿਡ ਕੰਪਨੀ, ਤੁਹਾਨੂੰ ਇੱਕ ਦੋ ਕੇਸਿਸ ਦੱਸਦਾ ਜਿਹੜੇ ਕਿ ਰੈਲੇਵੈਂਟ ਹੋ ਜੂਗੇ। ਮੇਰੇ ਕੋਲ ਇੱਕ ਕੇਸ ਆਇਆ ਸੀਗਾ ਇੱਥੇ, ਉਹਦੇ ਵਿੱਚ ਆਪਾਂ ਜਦੋਂ ਕੰਪਨੀ ਦੇ ਕੇਸ 'ਚ ਉਹਦਾ ਮੈਮੋਰੈਂਡਮ ਆਫ ਐਸੋਸੀਏਸ਼ਨ ਦੇਖਦੇ ਹੈਗੇ ਆ, ਕੋਰਟ 'ਚ ਕੇਸ ਲੱਗਿਆ ਹੋਇਆ ਸੀਗਾ। ਉਹਨਾਂ ਨੇ ਕੋਈ ਸਟੈਂਪ ਡਿਊਟੀ ਦਾ ਮੈਟਰ ਸੀਗਾ, ਚਲੋ ਮੈਂ ਜ਼ਿਆਦਾ ਡਿਟੇਲਸ ਤਾਂ ਨਹੀਂ ਜਾਣਦਾ ਵੀ ਕੀ ਸੀ ਮੈਟਰ, ਬਟ ਜਿਹੜੇ ਪੁਆਇੰਟ ਤੇ ਮੈਂ ਆਉਣਾ ਚਾਹੁੰਦਾ ਉਹ ਤੁਹਾਨੂੰ ਦੱਸਦਾ। ਉਹਦੇ ਵਿੱਚ ਜਦੋਂ ਮੈਂ ਦੇਖਿਆ ਤੇ ਜਿਹੜਾ ਨੇਚਰ ਆ ਉਹਦੇ ਵਿੱਚ ਨਾ ਇੱਕ ਹੁੰਦਾ ਆਬਜੈਕਟਸ ਕਲੌਜ਼ ਹੁੰਦਾ, ਮੈਮੋਰੈਂਡਮ ਦੇ ਵਿੱਚ ਇੱਕ ਹੁੰਦਾ ਆਬਜੈਕਟਸ ਕਲੌਜ਼, ਕਿ ਇਹ ਕੰਪਨੀ ਕਿਸ ਕੰਮ ਲਈ ਬਣੀ ਹੈ। ਉਹਦੇ ਵਿੱਚ ਲਿਖਿਆ ਹੁੰਦਾ ਵੀ ਇਹਦਾ ਬਿਜ਼ਨਸ ਫਲਾਨਾ ਕਰੂਗੀ, ਆਹ ਕਰੂਗੀ, ਆਹ ਕਰੂਗੀ। ਸਪੋਜ਼ ਕਰੋ ਵੀ ਕੋਈ ਕੰਪਨੀ ਹੈ, ਉਹਨੇ ਕੋਈ ਜ਼ਮੀਨ ਲਿੱਤੀ ਆ, ਲੈਟ ਅਸ ਸਪੋਜ਼ ਵੀ ਉਹਦਾ ਆਬਜੈਕਟਸ ਕਲੌਜ਼ ਦੇ ਵਿੱਚ ਲਿਖਿਆ ਹੀ ਇਹ ਹੋਇਆ ਕਿ ਉਹਨੇ ਕੰਮ ਟ੍ਰੇਡਿੰਗ ਦਾ ਕਰਨਾ ਹੈਗਾ, ਠੀਕ ਹੈ। ਤੇ ਉਹਨਾਂ ਦਾ ਕੇਸ ਜਿਹੜਾ ਸਪੈਸ਼ਲੀ ਉਹ ਇਹ ਸੀਗਾ ਵੀ ਜ਼ਮੀਨ ਦੀ ਨੇਚਰ ਜਿਹੜੀ ਸੀ ਉਹ ਕੁਝ ਹੋਰ ਸੀ ਰਿਕਾਰਡ ਦੇ ਵਿੱਚ, ਤੇ ਉਹ ਕੋਰਟ ਦੇ ਵਿੱਚ ਇਹ ਕਲੇਮ ਕਰਦੇ ਸੀ ਵੀ ਅਸੀਂ ਮੌਕੇ ਤੇ ਤਾਂ ਖਾਲੀ ਸੀ, ਅਸੀਂ ਇਹ ਐਗਰੀਕਲਚਰ ਪਰਪਸ ਵਾਸਤੇ ਲਿੱਤੀ ਹੈ, ਜਦਕਿ ਉੱਥੇ ਕੋਈ ਸਟੋਰ ਵਗੈਰਾ ਇਹਨਾਂ ਨੇ ਬਣਾਏ ਹੋਏ ਸੀਗੇ। ਸੋ ਏਦਾਂ ਦੀ ਕੁਝ ਸੀਗਾ ਉਹ ਕੇਸ, ਮੈਂ ਤੁਹਾਨੂੰ ਦੱਸ ਵੀ ਦੇਵਾਂਗਾ। ਸ਼ਿਵ ਸ਼ਕਤੀ ਬੇਕਰਸ ਕਰਕੇ ਸੀ, ਅਸੀਂ ਜਿੱਤੇ ਆ ਹੁਣੇ ਲਾਸਟ ਈਅਰ। ਉਹਦੇ ਵਿੱਚ ਸਾਨੂੰ 19 ਲੱਖ ਰੁਪਇਆ ਗਵਰਨਮੈਂਟ ਨੂੰ ਵੇਵ ਆਫ ਕੀਤਾ ਹੈ। ਤੇ ਇੱਕ ਨਾਲ ਹੀ ਤੁਹਾਨੂੰ ਹੋਰ ਚੀਜ਼ ਦੱਸਦਾ ਵੀ ਡਾਇਰੈਕਟਰਸ ਦੀ ਜਿਹੜਾ ਹੁੰਦਾ ਇੱਕ ਡਾਇਰੈਕਟਰਸ ਆਇਡੈਂਟੀਫਿਕੇਸ਼ਨ ਨੰਬਰ ਡਿਨ, ਉਹ ਹੁੰਦਾ ਆ। ਕੋਈ ਬੰਦਾ ਜੇ ਆਪਣੇ ਆਪ ਨੂੰ ਡਾਇਰੈਕਟਰ ਕਹਿ ਰਿਹਾ ਆ, ਤੁਸੀਂ ਕੰਪਨੀ ਲਾਅ ਦੀ ਵੈਬਸਾਈਟ ਤੇ ਜਾ ਕੇ ਕੰਪਨੀ ਦਾ ਡਿਟੇਲ ਨਾਮ ਪਾਉਣਾ ਹੁੰਦਾ, ਬਸ ਉਹਦੇ 'ਚ ਤੁਹਾਨੂੰ ਉਹਦੀ ਸਾਰੀ ਬੈਲੈਂਸ ਸ਼ੀਟ ਤੱਕ ਨਿਕਲ ਆਉਂਦੀ ਆ, ਪਲੱਸ ਉਹਦੇ ਡਾਇਰੈਕਟਰਸ ਦੇ ਨਾਮ ਨਿਕਲ ਆਉਂਦੇ ਆ। ਸੋ ਇਹਦੇ ਵਿੱਚ ਮੈਂ ਤਾਂ ਹੀ ਦੱਸਿਆ ਬੜਾ ਸੇਫ ਕੰਮ ਹੁੰਦਾ ਕੰਪਨੀ ਦਾ, ਤੇ ਉਹਦੇ ਵਿੱਚ ਕੋਈ ਫਰਾਡ ਦਾ ਚਾਂਸ ਹੀ ਨਹੀਂ ਰਹਿੰਦਾ ਹੈਗਾ। ਡਿਨ, DIN, ਡਿਨ ਨੰਬਰ। ਕੋਈ ਹੋਰ ਕੁਐਰੀ ਹੋਵੇ ਸੀ ਪਲੀਜ਼ ਸਰ। ਇੱਕ ਮਿੰਟ ਸੁਣਿਓ, ਮੈਂ ਜਿਹੜੀ ਵਿਨੇ ਦੀ ਨਾ ਤਪਨ ਕੁਐਰੀ ਸੀ, ਵਿਨੇ ਦੀ ਇਹ ਸੀ ਵੀ ਕੀ ਕਿਸ ਫਾਰਮ ਦੇ ਵਿੱਚ ਉਹ ਰੈਗੂਲੇਸ਼ਨ ਔਰ ਜਿਹੜਾ ਵੀ ਉਹਨਾਂ ਨੇ ਆਪਾਂ ਨੂੰ ਦੇਣੀ ਅਥਾਰਟੀ ਲੈਟਰ ਉਹ ਦੇਣੀ ਹੈ। ਵਿਨੇ ਜਿਵੇਂ ਤਪਨ ਨੇ ਪਹਿਲਾਂ ਕਲੀਅਰ ਕਰ ਦਿੱਤਾ ਵੀ ਜਿਹੜੀ ਫਾਰਮਸ ਨੇ ਜ਼ਰੂਰੀ ਨਹੀਂ ਰਜਿਸਟਰਡ ਹੋਣ, ਜਿਵੇਂ ਇਹ ਕਹਿ ਰਿਹਾ ਵੀ ਮੈਜੋਰਟੀ ਰਜਿਸਟਰਡ ਹੁੰਦੀ ਹੈ, ਬਟ ਮੇਰੇ ਕੋਲ ਤਪਨ ਜਿੰਨਾ ਕੰਮ ਹੋ ਰਿਹਾ ਆਲਮੋਸਟ ਫਾਰਮਸ ਦਾ ਹੀ ਹੈ। ਮੈਂ ਇੱਕ ਵੀ ਮੇਰੇ ਕੋਲ ਅੱਜ ਤੱਕ 2 ਕਿ 3 ਰਜਿਸਟਰਡ ਆਈਆਂ, ਬਾਕੀ ਸਭ ਅਨਰਜਿਸਟਰਡ ਨੇ। ਤੇ ਉਹਨਾਂ ਨੇ ਇੱਕ ਪਾਰਟਨਰਸ਼ਿਪ ਡੀਡ ਲਿਖੀ ਹੈ। ਪਾਰਟਨਰਸ਼ਿਪ ਡੀਡਸ ਮੈਂ ਸਾਰੀਆਂ ਦੀ ਮੰਗਵਾਈ ਜਦੋਂ ਮੈਂ ਸਟਾਰਟ ਕੀਤਾ ਕੰਮ, ਹਰ ਇੱਕ ਦਾ ਵੀ ਪਹਿਲਾਂ ਮੈਨੂੰ ਆਪਣੇ ਪ੍ਰੋਪਰ ਤੁਸੀਂ ਇੱਕ ਵਾਰ ਪੇਪਰ ਦੇ ਦਿਓ, ਉਸ ਤੋਂ ਬਾਅਦ ਮੈਂ ਮੰਗੇ ਨਹੀਂ ਦੁਬਾਰਾ ਜੇ ਉਹ ਸੇਮ ਫਰਮ ਹੈ ਤਾਂ। ਕਿਸੇ ਨੇ ਵੀ ਵਿੱਚ ਮੈਨੇਜਿੰਗ ਪਾਰਟਨਰ ਨਹੀਂ ਬਣਾਇਆ, ਕਿਸੇ ਨੇ ਇਹ ਨਹੀਂ ਕਿਹਾ ਵੀ ਕਿਸੇ ਦੇ ਜਿਹੜੀ ਇਹ ਫਰਮ ਦਾ ਜਿਹੜਾ ਹੈ ਕਹਿ ਲਓ ਰਾਈਟਿੰਗ 'ਚ ਜਿਹੜਾ ਉਹਨਾਂ ਦਾ ਡਰਾਫਟ ਹੈ, ਕਿਸੇ ਦੇ ਵਿੱਚ ਇਹ ਨਹੀਂ ਹੈ ਵੀ ਕੌਣ ਸਾਡਾ ਜਿਹੜਾ ਪਾਰਟਨਰ ਹੈ ਇਹ ਜਾ ਕੇ ਸਬ ਰਜਿਸਟਰਾਰ ਆਫਿਸ ਜਾਂ ਇਹ ਇਕੱਲਾ ਡੀਲ ਕਰੇਗਾ। ਅੱਜ ਤੱਕ ਨਹੀਂ ਇੱਕ ਵੀ ਆਈ। ਇੱਕ ਕੰਪਨੀਜ਼ 'ਚ ਹੁੰਦੀ ਹੈ ਆਲਵੇਜ਼ ਵੀ ਮੈਨੇਜਿੰਗ ਸਾਡੇ ਪਾਰਟਨਰ ਕੌਣ, ਮੈਨੇਜਿੰਗ ਸਾਡੇ ਡਾਇਰੈਕਟਰ ਕੌਣ ਨੇ, MD ਕੋਲ ਜਾਂ ਦੂਜਿਆਂ ਕੋਲ ਕੀ ਪਾਵਰਸ ਹੈ। ਹੁਣ ਜਦੋਂ ਫਰਮਸ ਦੇ 4 ਜਾਂ 5 ਬੰਦੇ ਆ ਜਾਂ 2 ਹੀ ਨੇ, ਮਤਲਬ ਇੱਕ ਚਲੋ ਜਿਹੜੀ ਉਹ ਸੋਲ ਵਾਲੀ ਉਹ ਤਾਂ ਗੱਲ ਹੀ ਹੋ ਗਈ ਨਾ, ਅਲੱਗ ਹੋ ਗਈ ਸੋਲੋ ਪ੍ਰੋਪਰਟੀ। ਜਿਹੜੀ ਪਾਰਟਨਰਸ਼ਿਪ ਫਰਮ ਹੈ, ਜਦੋਂ ਇਹਨਾਂ ਦਾ ਵਿੱਚ ਕੁਝ ਲਿਖਿਆ ਹੀ ਨਹੀਂ ਤੇ ਫਿਰ ਇਹਨਾਂ ਦੇ ਰੈਜ਼ੂਲੇਸ਼ਨ ਤੇ ਹੀ ਗੱਲ ਆ ਜਾਂਦੀ, ਜਿਹੜੀ ਅਥਾਰਟੀ ਆਪਾਂ ਕਹਿ ਰਹੇ ਹਾਂ। ਮੈਂ ਉਹਦੇ 'ਚ ਫਿਰ ਇਹ ਕੰਪਲਸਰੀ ਕੀਤਾ ਹੋਇਆ ਹਰ ਇੱਕ ਦਾ ਵੀ ਜਿੰਨੇ ਵੀ ਇਹਨਾਂ ਦੇ ਪਾਰਟਨਰਸ ਨੇ, ਜਾਂ ਤਾਂ ਜੇ ਤੁਹਾਡੀ ਪਾਰਟਨਰਸ਼ਿਪ ਫਰਮ ਜਿਹੜੀ ਤੁਸੀਂ ਮਤਲਬ ਡਰਾਫਟ ਕੀਤੀ ਹੋਈ ਹੈ ਜਿਹੜੀ ਜਿਹਦੇ ਤੇ ਸਾਰਿਆਂ ਦੇ ਸਾਈਨ ਨੇ, ਜੇ ਤਾਂ ਉਹਦੇ 'ਚ ਕਿਸੇ ਨੂੰ ਆਥੋਰਾਈਜ਼ ਕੀਤਾ, ਅਜੇ ਤੱਕ ਮੈਨੂੰ ਇੱਕ ਵੀ ਨਹੀਂ ਮਿਲੀ, ਤੇ ਫਿਰ ਤਾਂ ਉਹ ਚੱਲ ਜਾਏਗੀ। ਫਿਰ ਇੱਕ ਬੰਦਾ ਆ ਜਾ, ਮੈਨੂੰ ਕੋਈ ਇਕੱਲਾ ਅਥਾਰਟੀ ਲੈਟਰ ਵੀ ਲੋੜ ਨਹੀਂ, ਇਕੱਲੀ ਪਾਰਟਨਰਸ਼ਿਪ ਡੀਡ ਲਾ ਦੋ, ਕਿਸੇ 'ਚ ਨਹੀਂ ਹੈ। ਇਸ ਕਰਕੇ ਮੈਂ ਹਰ ਇੱਕ ਦਾ ਕੰਪਲਸਰੀ ਕੀਤਾ ਵੀ ਜਿੰਨੇ ਤੁਹਾਡੇ ਪਾਰਟਨਰਸ ਨੇ 1 2 3 4 ਜੋ ਵੀ ਨੇ, ਸਭ ਦੇ ਸਾਈਨ ਜਿਹੜੇ ਆ ਉਸ ਅਥਾਰਟੀ ਲੈਟਰ ਤੇ ਹੋਣੇ ਜ਼ਰੂਰੀ ਨੇ। ਲਿਖਿਆ ਬੜਾ ਉਹਨਾਂ ਸਿੰਪਲ ਹੁੰਦਾ ਵੀ ਅੱਜ ਆ ਸਾਡੀ ਜਿਹੜੀ ਫਰਮ ਹੈ, ਅੱਜ ਸਾਡੀ ਆ ਮੀਟਿੰਗ ਹੋਈ,
ਮੀਟਿੰਗ ਦੇ ਵਿੱਚ ਇਹ ਰਿਜ਼ੋਲਵ ਕੀਤਾ ਗਿਆ ਵੀ ਆ ਜਿਹੜਾ ਸਾਡਾ ਪਾਰਟਨਰ ਹੈ ਇਹ ਜਾ ਕੇ ਸਬ ਰਜਿਸਟਰਾਰ ਆਫਿਸ ਦੇ ਵਿੱਚ ਇਹ ਜਿਹੜਾ ਡੀਡ ਰਜਿਸਟਰ ਕਰਾਏਗਾ। ਉਹ ਲਾਈਵ ਹੀ ਫੋਟੋ ਕਾਪੀ ਜਾਂਦੇ ਆ ਕਿਉਂਕਿ ਫਰਮਾਂ ਸਾਰੀਆਂ ਨੇ ਹੈ ਕੋਲੋਨਾਈਜ਼ਰ ਨੇ, ਤੇ ਮੈਂ ਕਦੀ ਆਬਜੈਕਟ ਨਹੀਂ ਕੀਤਾ, ਪਰ ਉਹ ਆ ਵੀ ਚਾਰਾਂ ਦੇ ਸਾਈਨ, ਤਿੰਨਾਂ ਦੇ ਸਾਈਨ ਜਿਹੜੇ ਉਹ ਸਾਈਨ ਜ਼ਰੂਰੀ ਹੁੰਦੇ। ਜਿੱਥੇ ਤੁਹਾਡੇ ਮੰਨ ਲਓ ਕਿਤੇ ਛੋਟੇ ਸ਼ਹਿਰਾਂ 'ਚ ਕਿਉਂਕਿ ਫਾਰਮਸ ਵਗੈਰਾ ਘੱਟ ਹੁੰਦੀਆਂ ਨੇ, ਜਿੱਥੇ ਵੀ ਜਿੰਨੇ ਵੀ ਛੋਟੇ ਸ਼ਹਿਰ ਨੇ ਜ਼ਿਆਦਾ ਐਗਰੀਕਲਚਰ ਹੈ ਜਾਂ ਬਿਜ਼ਨਸ, ਉੱਥੇ ਆ ਵੀ ਜੇ ਕੋਈ ਵੀ ਆ ਜਾਂਦਾ ਤਾਂ ਉਹਦੇ ਕੋਲ ਓਰੀਜਨਲ ਜਿਹੜਾ ਡਰਾਫਟ ਲੈਣਾ ਜਾਂ ਰੈਜ਼ੋਲੂਸ਼ਨ ਜਾਂ ਅਥਾਰਟੀ ਲੈਟਰ ਓਰੀਜਨਲ ਲਿਆ ਜਾਵੇ, ਕਿਉਂਕਿ ਉਹਨਾਂ ਨੇ ਇੱਕ ਵਾਰ ਆ ਗਿਆ ਦੂਜੀ ਵਾਰ ਨਹੀਂ ਆਉਣਾ ਹੁੰਦਾ। ਹੁਣ ਮੇਰੇ ਕੋਲ ਤਾਂ ਉਹ ਕੋਲੋਨਾਈਜ਼ਰ ਨੇ, ਉਹ ਰੋਜ਼ ਦੀਆਂ 7-7 8-8 ਹੁੰਦੀਆਂ, ਮੈਂ ਹਰ ਇੱਕ ਨੂੰ ਕਹਾਂ ਓਰੀਜਨਲ ਦਿਓ, ਤੇ ਉਹ ਥੋੜੀ ਜੀ ਮਤਲਬ ਗੱਲ ਮੈਨੂੰ ਵੀ ਆਪ ਵੀ ਜੱਚਦੀ। ਬਾਕੀ ਹੁਣ ਤਪਨ ਜੀ ਦੱਸਦੇ ਅੱਗੇ ਇਸ ਤੋਂ। ਇਹ ਸੀ ਇੱਕ ਜਿਹੜਾ ਇਸ ਪੁਆਇੰਟ ਤੇ ਕਿਸੇ ਨੇ ਵੀ ਹੁਣ ਪੁੱਛਣਾ ਇੱਕ ਵਾਰ ਪੁੱਛ ਲਓ, ਫਿਰ ਕੰਪਨੀ ਤੇ ਚੱਲਾਂਗੇ ਆਪਾਂ। ਸਰ ਇਸ ਚੀਜ਼ ਦਾ ਮੈਂ ਵੈਸੇ ਵਿਨੇ ਜੀ ਨੂੰ ਜਦੋਂ ਦੱਸ ਰਿਹਾ ਸੀ, ਮੈਂ ਸਰ ਇਹ ਆਲਰੇਡੀ ਇਹੀ ਗੱਲ ਜੋ ਸਰ ਨੇ ਤੁਸੀਂ ਕਹੀ ਸਰ ਉਹੀ ਕਹੀ ਸੀਗੀ ਕਿ ਇਨ ਕੇਸ ਆਪਣਾ ਜਿਹੜੀ ਪਾਰਟਨਰਸ਼ਿਪ ਡੀਡ ਹੈ, ਚਾਹੇ ਰਜਿਸਟਰਡ ਚਾਹੇ ਅਨਰਜਿਸਟਰਡ, ਉਹਦੇ ਵਿੱਚ ਜੇ ਕੋਈ ਮੈਨੇਜਿੰਗ ਪਾਰਟਨਰ ਬਣਾਇਆ ਜਾਂ ਦੋ ਪਾਰਟਨਰਸ ਨੂੰ ਐਕਟਿਵ ਪਾਰਟਨਰ ਬਣਾਇਆ, ਬਾਕੀਆਂ ਨੂੰ ਸਲੀਪਿੰਗ ਜਾਂ ਡੋਰਮੈਂਟ ਪਾਰਟਨਰ ਬਣਾਇਆ, ਜਿਹੜੇ ਐਕਟਿਵ ਪਾਰਟਨਰ ਜਾਂ ਮੈਨੇਜਿੰਗ ਪਾਰਟਨਰ ਜਾਂ ਤਾਂ ਉਹ ਆਪ ਜਾ ਸਕਦੇ ਜਾਂ ਅਥਾਰਟੀ ਲੈਟਰ ਦੇ ਸਕਦੇ। ਇਨ ਕੇਸ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ ਪਾਰਟਨਰਸ਼ਿਪ ਡੀਡ ਦੇ ਵਿੱਚ, ਫਿਰ ਜਿਹੜੀ ਅਥਾਰਟੀ ਲੈਟਰ ਹੈ ਮੈਂ ਦੱਸਿਆ ਸੀਗਾ ਆਲਰੇਡੀ, ਉਹ ਸਾਰਿਆਂ ਦੇ ਹੀ ਸਾਈਨ ਕੀਤੀ ਜਾਣੀ। ਉਹ ਜਿਹੜੀ ਆ ਇਨ ਕੇਸ ਇਦਾਂ ਦਾ ਜੇ ਕੋਈ ਕੇਸ ਆ ਜਾਂਦਾ, ਉਹ ਸਾਰਿਆਂ ਦੁਆਰਾ ਹੀ, ਸਾਰੇ ਪਾਰਟਨਰ ਜਿੰਨੇ ਆ ਸਾਰੇ ਦੇ ਸਾਰਿਆਂ ਦੁਆਰਾ ਹੀ ਸਾਈਨ ਕੀਤੀ ਜਾਣੀ ਹੈ। ਸੈਕਿੰਡ ਸਰ ਇੱਕ ਮੈਂ ਮਾੜਾ ਜਿਹਾ ਹੋਰ ਕਹਿਣ ਲੱਗਿਆ ਸੀਗਾ, ਇੱਕ ਟੌਪਿਕ ਮੈਂ ਮਿਸ ਕੀਤਾ ਰਹਿ ਗਿਆ ਮੇਰੇ ਕੋਲ, ਮੈਂ ਕਰਨਾ ਨਹੀਂ ਸੀ ਸੋਚਿਆ ਹੋਇਆ ਸੀ, ਜ਼ਰੂਰ ਕਰੂੰਗਾ। ਜਦੋਂ ਹੁਣ ਸਰ ਨੇ ਗੱਲ ਕੀਤੀ ਲੁਧਿਆਣੇ ਦੀ, ਤਾਂ ਮੈਂ ਲੁਧਿਆਣੇ ਕਾਫੀ ਕੰਮ ਕੀਤਾ ਹੈ ਐਜ਼ ਅ ਸੀਏ, ਸੋ ਮੇਰੇ ਦਿਮਾਗ 'ਚ ਤਾਂ ਆਇਆ ਵੀ ਮੈਂ ਚਲੋ ਉਹ ਵੀ ਸ਼ੇਅਰ ਕਰ ਲਵਾਂ। ਇੱਥੇ HUF ਦੀ ਵੀ ਹੋ ਸਕਦਾ ਆਉਂਦੀ ਹੋਵੇ। HUF ਕੀ ਆ ਇਹ, ਤੁਸੀਂ ਜਿੱਦਾਂ ਨਾ ਮੇਰਾ ਇੱਕ ਸਬਜੈਕਟ ਹੁੰਦਾ ਸੀ ਪ੍ਰਿੰਸੀਪਲਸ ਆਫ ਇੰਟਰਨੈਸ਼ਨਲ ਟੈਕਸੇਸ਼ਨ, ਉਹਦੇ ਵਿੱਚ ਸਰ ਕੋਈ ਕੁਝ ਕੁਐਰੀ ਹੈ ਮੇਰੇ ਖਿਆਲ ਨਾਲ, ਕੋਈ ਇੰਟਰਪਸ਼ਨ ਆ ਰਹੀ ਸੀ? ਨਹੀਂ ਚਲੋ ਬਾਅਦ ਚ ਕਰ ਲੈਣਗੇ। HUF ਦੇ ਵਿੱਚ ਇੱਕ ਕਰਤਾ ਹੁੰਦਾ ਜਿਹੜਾ ਕਿ ਸਾਰਾ ਪ੍ਰਾਪਰਟੀ ਨੂੰ ਜਾਂ ਬਿਜ਼ਨਸ ਨੂੰ ਜੋ ਵੀ ਡੀਲਿੰਗ ਕਰਦਾ ਉਹ ਕਰਤਾ ਹੈਗਾ। ਸੋ ਪ੍ਰਾਪਰਟੀ ਜਿਹੜੀ ਆ ਉਹ ਵੈਸੇ ਜੋ 99% ਇੰਡੀਵਿਜੂਅਲ ਜਿੰਨੇ ਮੈਂਬਰਸ ਆ HUF 'ਚ, ਪਾਰਟਨਰ ਤਾਂ ਨਹੀਂ ਹੋਣੇ, ਉਹਦੇ 'ਚ ਮੈਂਬਰਸ ਹੁੰਦੇ ਆ, ਫੈਮਿਲੀ ਮੈਂਬਰਸ ਹੁੰਦੇ, ਉਹ ਜਾਂ ਕਰਤਾ ਦੇ ਨਾਂ ਤੇ ਪ੍ਰਾਪਰਟੀ ਹੋਊਗੀ ਜਾਂ ਫੈਮਿਲੀ ਮੈਂਬਰਸ ਦੇ ਨਾਂ ਤੇ ਉਹ ਪ੍ਰਾਪਰਟੀ ਹੋਊਗੀ। ਸੋ ਉਹਦੇ ਵਿੱਚ ਆ ਬਲੱਡ ਰਿਲੇਸ਼ਨ ਦੇ ਵਿੱਚ ਡੈਫੀਨਿਟਲੀ ਹੋ ਸਕਦੀ, ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ, ਕੋਈ ਪ੍ਰੋਬਲਮ। ਸਰ ਉਹਦੇ ਵਿੱਚ ਕਰਤਾ ਜਿਹੜਾ ਹੈਗਾ ਉਹ ਉਹਨਾਂ ਦੇ ਪੈਨ ਕਾਰਡ ਤੋਂ ਹੀ ਪਤਾ ਲੱਗਦਾ, ਪੈਨ ਕਾਰਡ ਦੇ ਉੱਤੇ ਲਿਖਿਆ? ਜੀ ਉਹਦੀ ਤੁਸੀਂ ਕੋਈ ਵੀ ਜਿੱਥੇ ਵੀ ਤੁਹਾਨੂੰ ਪ੍ਰੋਬਲਮ ਆਵੇ ਨਾ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਕੰਪਨੀ ਦੀ ਆਵੇ, ਪਾਰਟਨਰਸ਼ਿਪ ਫਰਮ ਦੀ ਆਵੇ, ਸੋਲ ਪ੍ਰੋਪਰਾਈਟਰ ਦੀ ਆਵੇ, ਦੋ ਚੀਜ਼ਾਂ ਮੰਗ ਲਓ। ਇੱਕ ਤਾਂ ਮੰਗ ਲਓ ਉਹਦਾ ਪੈਨ ਕਾਰਡ, ਸੈਕਿੰਡ ਉਹਦਾ ਮੰਗ ਲਓ ਰਿਟਰਨ ਦੇ ਉੱਤੇ ਕਰਤਾ ਨਹੀਂ ਸਾਈਨ ਕੀਤੇ ਹੁੰਦੇ ਆ, ਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਕਰਤਾ ਬੰਦਾ ਇਹ ਹੈਗਾ। ਪ੍ਰਾਪਰਟੀ ਜਿਹੜੀ ਹੈ ਜ਼ਰੂਰੀ ਨਹੀਂ ਕਿ ਸਾਰੀ ਕਰਤਾ ਦੇ ਨਾਂ ਤੇ ਹੀ ਹੋਵੇ, ਉਹ ਇੰਡੀਵਿਜੂਅਲ ਮੈਂਬਰਸ ਦੇ ਨਾਂ ਤੇ ਵੀ ਹੋ ਸਕਦੀ। ਕੰਮ ਸਿਰਫ ਇਹ ਆ ਵੀ ਜਿੱਦਾਂ ਸਪੋਜ਼ ਕਰੋ HUF ਬਣਦਾ ਵੀ ਬੜਾ ਈਜ਼ੀਲੀ ਆ, ਉੱਦਾਂ ਜਿੱਦਾਂ ਬੰਦੇ ਦਾ ਮੈਂ ਮੇਲ ਲੈ ਕੇ ਚੱਲਦਾ, ਹੁਣ ਮੇਲ ਹੈਗਾ, ਉਹਦਾ ਵਿਆਹ ਹੋਇਆ, ਬੱਚਾ ਹੋਇਆ, HUF ਬਣ ਗਈ, ਸਿੰਪਲ। ਫਿਰ ਉਹਦਾ ਇੱਕ ਤੁਸੀਂ ਪੈਨ ਕਾਰਡ ਬਣਵਾ ਲਿਆ, ਉਹ HUF ਦਾ ਪੈਨ ਕਾਰਡ ਬਣ ਗਿਆ। ਫਿਰ ਤੁਸੀਂ ਉਹਦੇ 'ਚ ਪਾਈ ਜਾਓ ਟ੍ਰਾਂਜੈਕਸ਼ਨਸ ਕੀ ਆਹ ਕੀਤਾ, ਸੇਲ ਆਫ ਸਿਕਿਉਰਿਟੀਜ਼ ਕੀਤੀਆਂ, ਫਲਾਨਾ ਸਾਨੂੰ ਇੱਥੇ ਪੈਸੇ ਆਏ ਹੈਗੇ ਆ। ਉਹ ਬੇਸਿਕਲੀ ਮੋਟਿਵਸ ਉਹਦੇ ਕਈ ਤਰ੍ਹਾਂ ਦੇ ਹੁੰਦੇ ਟੈਕਸ ਪਲੈਨਿੰਗ ਦੇ ਵਿੱਚ। ਸੋ ਆਪਣਾ ਅੱਜ ਟੌਪਿਕ ਨਹੀਂ ਆ, ਆਪਾਂ ਮਤਲਬ ਟੈਕਸ ਪਲੈਨਿੰਗ ਵਾਲਾ ਨਹੀਂ ਡਿਸਕਸ ਕਰਾਂਗੇ, ਉਹ ਇੰਡੀਵਿਜੂਅਲੀ ਕੋਈ ਪੁੱਛਣਾ ਜਾਵੇ, ਮਤਲਬ ਆਈ ਐਮ ਆਲਵੇਜ਼ ਰੈਡੀ ਫॉर दैट। ਸੋ ਇਹ ਜਿਹੜਾ ਸੀ ਮੈਂ ਵੈਸੇ ਦੱਸਿਆ ਵੀ ਪ੍ਰਾਪਰਟੀਜ਼ ਜਿਹੜੀਆਂ ਆ ਉਹ ਇੰਡੀਵਿਜੂਅਲ ਨਾਮਾਂ ਤੇ ਵੀ ਹੋ ਸਕਦੀਆਂ, ਕੰਮ ਉਹ ਇਕੱਠੇ ਕਰਦੇ ਆ ਬਟ ਉਹ ਇੰਡੀਵਿਜੂਅਲ ਨਾਮਾਂ ਤੇ ਹੋਣੀ ਆ। ਸੋ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ, ਉਹ ਕੋਈ ਵੀ ਉਹਨੂੰ ਟ੍ਰਾਂਸਫਰ ਕਰ ਸਕਦਾ ਹੈ। ਓਕੇ ਤਪਨ ਸਾਹਿਬ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਚੰਨੀ ਬੋਲਦਾ ਜੀ। ਹਾਂਜੀ ਚੰਨੀ ਸਾਹਿਬ। ਸਰ ਕਹਿ ਦੱਸਿਓ, ਇੱਕ ਨਾ ਮੇਰੇ ਕੋਲੇ ਬਹੁਤ ਵਧੀਆ ਸਰ ਬੇਨਤੀ ਸੀ, ਇੱਕ ਮੇਰੇ ਕੋਲੇ ਆਇਆ ਸੀਗਾ ਕੋਈ ਰਜਿਸਟਰੀ ਕਰਾਉਣਾ, ਉਹਨਾਂ ਨਾ 2 ਜਣ ਦੀ ਪਿਓ ਪੁੱਤ ਦੀ ਫਰਮ ਸੀਗੀ। ਅੱਛਾ ਜੀ। ਉਹਦੇ ਫਾਦਰ ਦੀ ਹੁਣ ਡੈਥ ਹੋ ਗਈ, ਹੁਣ ਫਿਰ ਕੀ ਕਾਰਵਾਈ ਹੋ ਸਕਦੀ ਹੈ ਜੀ?
ਜਸਟ ਇੱਕ ਮਿੰਟ, ਮੈਂ ਇੱਕ ਮੰਗ ਪੱਤਰ ਦੇਣ ਆਇਆ, ਮੈਂ ਲੈ ਲਵਾਂ 2 ਮਿੰਟ ਲੱਗਣੇ? ਹਾਂਜੀ ਹਾਂਜੀ ਠੀਕ ਹੈ ਸਰ। ਪਲੀਜ਼ ਸੌਰੀ, ਮੈਂ ਵਿੱਚ ਛੱਡ ਕੇ ਚੱਲਿਆ, ਰੀਅਲੀ ਸੌਰੀ, ਮੈਂ ਹੁਣੇ 2 ਮਿੰਟ ਚ ਆ ਰਿਹਾ ਬੈਕ। ਠੀਕ ਹੈ ਸਰ। ਆਈ ਥਿੰਕ ਚੰਨੀ ਸਾਹਿਬ ਵਿਨੇ ਹਾਂਜੀ ਜੀ ਵਿਨੇ ਉਹਨਾਂ ਸਤਿ ਸ਼੍ਰੀ ਅਕਾਲ ਜੀ। ਠੀਕ ਚੰਨੀ ਸਾਹਿਬ ਕੀ ਹਾਲ, ਠੀਕ ਹੋ? ਠਾਕ ਹੋ? ਹਾਂ ਅੱਛਾ, ਚੰਨੀ ਸਾਹਿਬ ਦੀ ਕੁਐਰੀ ਆ ਗਈ, ਹੋਰ ਕੁਐਰੀ ਕਿਹੜੀ ਹੈ? ਫਿਰ ਉਹ ਇਕੱਠਾ ਹੀ ਆਨਸਰ ਆਉਣਾ ਤਕਰੀਬਨ ਸਾਰਿਆਂ ਦਾ। ਹਾਂਜੀ ਹਾਂਜੀ ਇੱਕ ਐਨਆਰਆਈ ਵਾਲਾ ਕੀ ਐਨਆਰਆਈ ਪੁੱਛ ਲਓ ਵਿਨੇ ਜੀ। ਕਰ ਸਕਦੇ ਹਾਂਜੀ, ਹਾਂਜੀ ਤਬਦੀਲ ਮਲਕੀਅਤ ਕਿ ਨਹੀਂ ਕਰ ਸਕਦੇ? ਵਿਨੇ ਜੀ। ਹਾਂਜੀ 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 ਚੰਨੀ ਜੀ। ਵਿਨੇ ਜੀ ਨੋਟ ਕਰ ਲਓ। ਆ ਮੈਂ ਸੋਚ ਰਿਹਾ ਸੀ ਮੈਂ ਚੈਟਿੰਗ ਦੇ ਵਿੱਚ ਲਿਖ ਕੇ ਰੱਖ ਮੈਂ ਲੈਂਦਾ। ਨੋਟ ਕਰ ਲਓ, ਜਿਹੜੇ ਕੋਈ ਕੁਐਰੀ ਕਰਦੇ ਆ, ਮਤਲਬ ਪੁੱਛਦੇ ਆ। ਐਨਆਰਆਈ ਸੁਣ ਲਿਆ, ਤੁਹਾਡੇ ਵਾਲੀ ਵੀ ਸੁਣ ਹਾਂ, ਲਈ, ਹਾਂ। ਤੀਸਰੀ ਇਸ ਤੋਂ ਅੱਗੇ ਇੱਕ ਹੋਰ ਐਡ ਕਰ ਲਿਓ ਵਿਨੇ। ਹਾਂਜੀ ਹਾਂਜੀ ਸਰ। ਪਰ ਪਹਿਲੀ ਕੁਐਰੀ ਇੱਕ ਤਾਂ ਚੰਨੀ ਜੀ ਦਾ, ਚੰਨੀ ਸਾਹਿਬ ਇਹੀ ਸੀ ਨਾ ਤੁਹਾਡੀ ਕਿ HUF ਦੀ ਡੈਥ ਹੋ ਗਈ, HUF ਦੇ ਵਿੱਚ ਕਰਤਾ ਦੀ ਡੈਥ ਹੋ ਨਹੀਂ, ਗਈ। HUF ਨਹੀਂ, ਫਰਮ ਦੇ ਵਿੱਚ ਨਹੀਂ ਫਰਮ ਇੱਕ ਪਾਰਟਨਰ ਦੀ ਡੈਥ ਹੋ ਹਾਂਜੀ। ਗਈ ਹੈ ਤੇ ਦੂਜੇ ਦਾ ਕੀ ਮਤਲਬ, ਫਰਮ ਦਾ ਕੀ ਸਟੇਟਸ ਰਹਿ ਗਿਆ? ਹਾਂਜੀ 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 ਸਰ ਇੱਕ ਮੇਰੀ ਕੁਐਰੀ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਿਸ਼ਵਜੀਤ ਬੋਲ ਰਿਹਾ ਜੀ। ਹਾਂਜੀ ਹਾਂਜੀ ਵਿਸ਼ਵ ਵਿਸ਼ਵ। ਜੀ। ਸਰ ਜੇ ਜਿਹੜਾ ਡਿਸੋਲੀਊਸ਼ਨ ਆਫ ਲਿਮਿਟਡ ਕੰਪਨੀਜ਼ ਹੁੰਦਾ ਜੀ ਸਰ, ਉਹਨੂੰ ਕਿਵੇਂ ਇੰਪਲੀਮੈਂਟ ਕਰਦੇ ਆ ਰੈਵਨਿਊ ਰਿਕਾਰਡ 'ਚ? ਇੱਕ ਮਿੰਟ ਸੌਰੀ, ਮੈਂ ਆ ਗਿਆ। ਮੈਂ ਡਿਸੋਲੀਊਸ਼ਨ ਆਫ ਲਿਮਿਟਡ ਕੰਪਨੀ ਨਹੀਂ ਹੁੰਦਾ ਹੈਗਾ। ਤਪਨ ਪਹਿਲਾਂ ਤਿੰਨ ਚਾਰ ਕੁਐਰੀਜ਼ ਹੈ, ਵੀ ਨਹੀਂ ਦੱਸ ਦਿੰਦਾ ਜਾਂ ਮੈਂ ਦੱਸ ਦਿੰਦਾ। ਇੱਕ ਚੰਨੀ ਸਾਹਿਬ ਦੀ ਤੇਜ਼ ਸੀ, 2 ਪਾਰਟਨਰ ਨੇ, ਇੱਕ ਦੀ ਡੈਥ ਹੋ ਗਈ ਹੈ ਤੇ ਉਹਦਾ ਫਰਮ ਦਾ ਸਟੇਟਸ ਕੀ ਰਹਿ ਗਿਆ? ਜੀ ਸਰ। ਦੂਜੀ ਕੁਐਰੀ ਆਈ ਸੀ ਵੀ ਐਨਆਰਆਈਜ਼ ਐਗਜ਼ੈਂਪਸ਼ਨ ਕਲੇਮ ਕਰ ਸਕਦੇ ਆ ਕਿ ਨਹੀਂ ਟ੍ਰਾਂਸਫਰ ਡੀਡ ਤੇ। ਤੀਸਰੀ ਤੁਸੀਂ ਵਿਸ਼ਵ ਵਾਲੀ ਸੋਣੀ ਲਈ ਹੈ ਵੀ ਲਿਮਟਿਡ ਜਿਹੜੀ ਹੈਗੀ ਹੈ ਕੰਪਨੀ, ਇਹਦੀ ਡੈਸੋਲੂਸ਼ਨ ਕਿਵੇਂ? ਹਾਂਜੀ ਇਹ 3 ਕੁਐਰੀਜ਼ ਆਈਆਂ। ਅੱਛਾ ਜੀ, ਠੀਕ ਹੈ ਸਰ, ਮੈਂ ਦੱਸਦਾ ਜੀ। ਮੈਂ ਇੱਕ ਪਹਿਲਾਂ ਮੈਂ ਵਿਸ਼ਵਾਜੀਤ ਜੀ ਦੀ ਗੱਲ ਤੇ ਕਰਨ ਲੱਗਿਆ ਜੀ। ਇਹ ਜਿਹੜਾ ਹੈਗਾ ਕੰਪਨੀ ਦੀ ਡਿਸੋਲਿਊਸ਼ਨ ਨਹੀਂ ਹੁੰਦੀ ਹੈਗੀ, ਕੰਪਨੀ ਜਿਹੜੀ ਆ ਵਾਈਂਡ ਅਪ ਹੁੰਦੀ ਹੈਗੀ ਆ। ਬਟ ਮੈਂ ਸੌਰੀ, ਮੇਰਾ ਪਰਪਸ ਇਹ ਨਹੀਂ ਆ ਵੀ ਟੈਕਨੀਕਲ ਲੈਂਗੁਏਜ ਨੂੰ ਮੈਂ ਜ਼ਿਆਦਾ ਫੋਕਸ ਕਰਾਂ। ਇਹਦਾ ਇੱਕ ਕਾਰਨ ਹੈ, ਤੁਹਾਨੂੰ ਆਪੇ ਹੀ ਗੱਲ 'ਚ ਪਤਾ ਲੱਗ ਜਾਣਾ ਮੈਂ ਗੱਲ ਕਿਉਂ ਕਹਿੰਦਾ ਪਿਆ। ਕੰਪਨੀ ਜਿਹੜੀ ਆ ਵਾਈਂਡ ਅਪ ਹੁੰਦੀ ਵਾਈਂਡ ਅਪ ਵਿਦ ਦ ਆਰਡਰਸ ਆਫ ਹਾਈ ਕੋਰਟ। ਹਮੇਸ਼ਾ ਜਿਹੜੀ ਆ ਹਾਈ ਕੋਰਟ 'ਚ ਹੁੰਦੀ ਆ। ਹਾਈ ਕੋਰਟ ਦਾ ਇਹ ਥੋੜਾ ਜਿਹਾ ਤੁਹਾਨੂੰ ਇੱਕ ਚੀਜ਼ ਦੱਸਦਾ, ਇਹਦੇ ਵਿੱਚ ਕੀ ਆ, ਕੰਪਨੀ ਦੇ ਵਿੱਚ ਜਿਹੜੇ ਆ ਸ਼ੇਅਰ ਹੋਲਡਰਸ ਦੇ ਪੈਸੇ ਲੱਗੇ ਹੁੰਦੇ, ਡਾਇਰੈਕਟਰਸ ਤੇ ਸ਼ੇਅਰ ਹੋਲਡਰ ਲੱਗ ਹੋ ਸਕਦੇ ਹੈਗੇ। ਸੋ ਆਮ ਬੰਦੇ ਦਾ ਪੈਸਾ ਲੱਗਿਆ ਹੁੰਦਾ, ਤੇ ਜਦੋਂ ਪੈਸਾ ਆਮ ਬੰਦੇ ਦਾ ਤਾਂ ਉਹਦੇ 'ਚ ਨੈਚੁਰਲੀ ਬਹੁਤ ਕੌਸ਼ਨ ਦੇ ਨਾਲ ਸਾਰੀ ਚੀਜ਼ ਚੱਲਦੀ ਹੈ। ਤੇ ਜਦੋਂ ਹਾਈ ਕੋਰਟ ਵਾਈਂਡ ਅਪ ਕਰਦਾ, ਉਦੋਂ ਉਹਨਾਂ ਨੇ ਕੱਲੀ ਚੀਜ਼ ਏਦਾਂ ਰੱਖੀ ਹੁੰਦੀ ਆ ਕਿ ਸਪੋਜ਼ ਕਰੋ ਜਿਹੜਾ ਪਹਿਲਾਂ ਦੇਣਦਾਰੀ ਕਿਹੜੀ ਹੈ, ਜਿਹੜੀ ਦੇਣਦਾਰੀ ਕੰਪਨੀ ਦੀ ਕਿਹੜੀ ਹੈ, ਉਹ ਕੰਪਨੀ ਦੇ ਐਸੈਟਸ ਦੇ ਵਿੱਚੋਂ ਪਹਿਲਾਂ ਜਿਹੜੇ ਉਹਦੇ ਕ੍ਰੈਡੀਟਰਸ ਨੇ ਉਹਨਾਂ ਦੀ ਦੇਣਦਾਰੀ ਡਿਫਾਈਨ ਕਰਕੇ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਆ। ਫਿਰ ਉਸ ਤੋਂ ਬਾਅਦ ਜਿਹੜੇ ਐਸੈਟਸ ਬਚੇ ਉਹ ਆਇਆ ਕਿ ਸੇਲ ਹੋਣੇ ਆ, ਜਾਂ ਕਿ ਉਹ ਜਿਹੜੇ ਆ ਜਿੰਨੇ ਵੀ ਐਜ਼ ਇਟ ਇਜ਼ ਰਹਿਣੇ ਆ, ਉਹਨਾਂ ਦਾ ਕੀ ਕੀਤਾ ਜਾਣਾ, ਉਹ ਸਾਰਾ ਕੁਝ ਹਾਈ ਕੋਰਟ ਦੇ ਆਰਡਰ ਦੇ ਵਿੱਚ ਲਿਖਿਆ ਹੁੰਦਾ। ਸੋ ਦੈਟ ਇਜ਼ ਵੈਰੀ ਕਲੀਅਰ। ਫਰਸਟ ਥਿੰਗ, ਇਹ ਆਪਣਾ ਵਿਸ਼ਵ ਜੀ ਦਾ ਕੁਐਸਚਨ ਦਾ ਸੀਗਾ। ਮੇਰਾ ਬੇਸਿਕਲੀ ਮੇਰੇ ਕਹਿਣ ਦਾ ਆ ਵੀ ਵਾਈਂਡਿੰਗ ਅਪ ਦਾ ਤੁਸੀਂ ਆਰਡਰ ਦੇਖ ਲਿਓ, ਤੇ ਉਹਦੇ ਵਿੱਚ ਇਹ ਗੱਲ ਕਲੀਅਰ ਹੋਊਗੀ। ਨਹੀਂ ਤਪਨ ਵਿਸ਼ਵ ਦੀ ਕੁਐਰੀ ਇਹ ਆ ਵੀ ਜੇ ਉਹ ਆ ਜਾਂਦੀ ਹੈ ਸਪੋਜ਼ ਉਹਨਾਂ ਦਾ ਹਨਾ ਵਾਈਂਡ ਅਪ, ਉਸ ਤੋਂ ਬਾਅਦ ਉਹਨੂੰ ਆਪਾਂ ਆਪਰੇਸ਼ਨਲਾਈਜ਼ ਕਿਵੇਂ ਕਰਨਾ, ਆਪਾਂ ਇੰਪਲੀਮੈਂਟ ਸਰ ਜੀ ਸਰ ਡਿਸੋਲੀਊਸ਼ਨ ਤਾਂ ਸਰ ਮੇਰਾ ਮਤਲਬ ਹੈ ਵੀ ਜਿਵੇਂ ਸਰ ਇੱਕ ਕੋਈ ਵੱਡੀ ਕੰਪਨੀ ਹੈ, ਮੰਨ ਲਓ ਸਰ ਸਵਰਾਜ ਇੰਡੀਆ, ਤੇ ਸਰ ਉਹ ਹਾਈ ਕੋਰਟ ਤੋਂ ਆਰਡਰ ਹੋ ਗਿਆ, ਉਹਨੇ ਸਰ 2 ਭਾਗਾਂ 'ਚ ਵੰਡਤਾ ਉਹਨੂੰ ਸਰ। ਸਵਰਾਜ ਇੰਡੀਆ ਦੇ ਨਾਮ ਤੇ ਸਰ ਲੈਂਡ ਹੈ ਆਪਣੇ ਕੋਲੇ 10 ਏਕੜ ਹਨਾ ਸਰ। 10 ਏਕੜ ਨੂੰ 5 ਏਕੜ ਦਾ ਉਹਨਾਂ ਨੇ ਇੱਕ ਸਵਰਾਜ ਟਰੈਕਟਰ ਬਣਾਤਾ, ਇੱਕ ਸਵਰਾਜ ਲੈਟਸ ਸੇ ਜੀਪਸ ਬਣਾਤਾ ਹਨਾ ਸਰ। ਠੀਕ ਹੈ ਜੀ ਉਹ ਵਾਲੇ ਡਿਸੋਲੀਊਸ਼ਨ ਬਾਰੇ ਮੈਂ ਪੁੱਛ ਰਿਹਾ ਸਰ ਕਿ ਹਾਊ ਟੂ ਇੰਪਲੀਮੈਂਟ ਇਟ। ਮੈਂ ਦੱਸਦਾ ਜੀ। ਮੈਂ ਦੱਸਦਾ ਜੀ, ਇਹ ਜਿਹੜਾ ਹੁੰਦਾ ਨਾ, ਐਕਚੁਅਲੀ ਇਹ ਕੇਸ
ਇਹ ਡਿਫਰੈਂਟ ਸੌਰੀ ਮੈਂ ਕੰਟੀਨਿਊ ਕਰਾਂ ਜੀ? ਹਾਂਜੀ ਹਾਂਜੀ ਕਰੋ ਕਰੋ। ਹਾਂਜੀ ਹਾਂਜੀ, ਇਹ ਜਿਹੜਾ ਕੇਸ ਆ ਇਹ ਡਿਫਰੈਂਟ ਕੇਸ ਆ। ਮੈਂ ਤੁਹਾਨੂੰ ਤਿੰਨ ਕੇਸ ਇਹਦੇ ਵਿੱਚ ਅੱਗੇ ਦੱਸ ਦਿੰਦਾ। ਇਹਨੂੰ ਕਹਿੰਦੇ ਇੱਕ ਅਮਲਗਾਮੇਸ਼ਨ ਹੁੰਦਾ, ਇੱਕ ਡਿਸਇੰਟੀਗ੍ਰੇਸ਼ਨ ਹੁੰਦਾ, ਥਰਡ ਇਜ਼ ਵਾਈਂਡਿੰਗ ਅਪ। ਇਹਦੇ ਵਿੱਚ ਕੀ ਆ ਵੀ ਇੱਕ ਪੇਰੈਂਟ ਕੰਪਨੀ ਸੀ, ਉਹਦੇ ਵਿੱਚ ਦੋ ਅੱਗੇ ਗਾਂ ਛੋਟੀਆਂ ਕੰਪਨੀਆਂ ਬਣ ਗਈਆਂ। ਸੋ ਇਹਦੇ ਵਿੱਚ ਆਪਾਂ ਕਹਿ ਰਹੇ ਹਾਂ ਵੀ ਇਹਦਾ ਕਿੱਦਾਂ ਹੋਊਗਾ, ਮਤਲਬ ਕੰਪਨੀਜ਼ ਦੇ ਨਾਂ ਤੇ ਮੰਨ ਲਓ ਜ਼ਮੀਨ ਸੀ, ਉਹ ਜ਼ਮੀਨ ਆਪਾਂ ਤਾਂ ਜ਼ਮੀਨ ਨਾਲ ਰਿਲੇਟਡ ਆ, ਉਹ ਜ਼ਮੀਨ ਕਿੱਦਾਂ ਡਿਸਟ੍ਰੀਬਿਊਟ ਹੋਊਗੀ। ਉਹਦੇ ਵਿੱਚ ਅਗੇਨ ਹਾਈ ਕੋਰਟ ਨੇ ਲਿਖਿਆ ਹੋਣਾ ਵੀ ਆਹ ਚੀਜ਼ ਇੱਥੇ ਜਾਊਗੀ, ਆਹ ਚੀਜ਼ ਇੱਥੇ ਜਾਊਗੀ, ਤੇ ਜੋ ਕੋਰਟ ਦੇ ਆਰਡਰਸ ਆ ਉਹਦੇ ਮੁਤਾਬਕ ਹੀ ਇੰਤਕਾਲ ਐਜ਼ ਇਟ ਇਜ਼ ਚੱਲ ਜਾਣਾ, ਬਸ ਦੈਟਸ ਇਟ। ਹੋਰ ਕੁਛ ਨਹੀਂ ਆ, ਉਹਦੇ ਮੁਤਾਬਕ ਹੀ ਐਜ਼ ਇਟ ਇਜ਼ ਇੰਤਕਾਲ ਚੜ ਜਾਣਾ। ਸੈਕਿੰਡ ਥਿੰਗ, ਮੰਨ ਲਓ ਇਹਦਾ ਉਲਟਾ ਹੋ ਜਾਂਦਾ ਕਿ ਜਿਸ ਤਰ੍ਹਾਂ ਹੁਣ ਮੰਨ ਲਓ ਦੋ ਛੋਟੀਆਂ ਕੰਪਨੀਜ਼ ਨੇ, ਉਹ ਅਮਲਗਾਮੇਟ ਹੋ ਕੇ ਇੱਕ ਵੱਡੀ ਕੰਪਨੀ ਬਣ ਜਾਂਦੀ ਹੈਗੀ ਹੈ। ਉਹਦੇ ਵਿੱਚ ਹਾਈ ਕੋਰਟ ਦਾ ਆਰਡਰ ਐਜ਼ ਸੱਚ ਨਹੀਂ ਹੋਣਾ ਕੁਛ ਵੀ, ਤੇ ਉਹਨਾਂ ਨੇ ਆਪਸ 'ਚ ਹੀ ਕਰਕੇ ਅਮਲਗਾਮੇਸ਼ਨ ਦਾ ਬੜਾ ਲੰਬਾ ਪ੍ਰੋਸੀਜਰ ਹੁੰਦਾ ਹੈ। ਇਹਦੇ ਵਿੱਚ ਮਿਨਿਸਟਰੀ ਆਫ ਕੰਪਨੀ ਲਾਅ ਅਫੇਅਰਸ MCLA ਤੁਹਾਨੂੰ ਵੈਬਸਾਈਟ 'ਤੇ ਸਾਰਾ ਮਿਲ ਸਕਦਾ। ਉਹਦੇ ਵਿੱਚ ਵੀ ਜੇ ਪ੍ਰੋਸੀਜਰ ਉਹਨਾਂ ਨੇ ਜੋ ਫੋਲੋ ਪ੍ਰੋਪਰ ਕਰ ਲਿਆ, ਫਿਰ ਨਵਾਂ ਮੈਮੋਰੈਂਡਮ ਬਣ ਗਿਆ, ਨਵਾਂ ਆਰਟੀਕਲਸ ਬਣ ਗਏ, ਉਹਦੇ ਵਿੱਚ ਜੋ ਪ੍ਰੋਵੀਜ਼ਨਸ ਹੈ ਉਹਦੀ ਐਜ਼ ਸੱਚ ਇੰਪਲੀਮੈਂਟੇਸ਼ਨ ਹੋ ਜਾਣੀ ਆ, ਮਤਲਬ ਕਿ ਉਹਦੇ ਐਜ਼ ਸੱਚ ਇੰਤਕਾਲ ਚੜ ਜਾਊ ਵਿਦ that order. To third thing, winding up ਦੀ ਗੱਲ ਆ ਜਾਂਦੀ ਹੈ। ਵਾਈਂਡਿੰਗ ਅਪ ਦੀ ਇੱਕ ਚੀਜ਼ ਕਰੈਕਟਰਿਸਟਿਕ ਹੋਰ ਆ ਵੀ ਉਹਦੇ 'ਚ ਐਸਟ ਡਿਸਟ੍ਰੀਬਿਊਸ਼ਨ ਆ ਜਾਊਗਾ ਨਾ, ਮਤਲਬ ਕਿ ਜੋ ਉਹਦੀ ਜ਼ਮੀਨ ਸੀ ਉਹ ਫਾਈਨਲੀ ਉਹਦੇ ਸ਼ੇਅਰ ਹੋਲਡਰਸ ਨੂੰ, ਜਾਂ ਜੋ ਉਹਦੇ ਐਸਟ ਸੀਗੇ ਸੇਲ ਆਫ ਹੋ ਕੇ ਫਾਈਨਲੀ ਸ਼ੇਅਰ ਹੋਲਡਰਸ ਨੂੰ ਚੱਲ ਜਾਓਗੇ। ਉਹਦੇ ਵਿੱਚ ਆਪਾਂ ਹਾਈ ਕੋਰਟ ਦਾ ਆਰਡਰ ਦੇਖ ਲਾਂਗੇ। ਵੈਸੇ ਮੈਂ ਐਜ਼ ਤਹਿਸੀਲਦਾਰ ਤਾਂ ਇਦਾਂ ਦਾ ਕੇਸ ਹਾਲੇ ਮੈਂ ਡੀਲ ਨਹੀਂ ਕੀਤਾ, ਮੈਂ ਰਿਹਾ ਹੀ ਛੋਟੇ ਸਟੇਸ਼ਨ ਤੇ ਆ। ਜੇ ਇਦਾਂ ਦਾ ਤੁਹਾਡੇ ਕੋਲ ਕੋਈ ਕੇਸ ਆਊਗਾ, ਕਾਈਂਡਲੀ ਮੈਨੂੰ ਤੁਸੀਂ WhatsApp ਕਰ ਦਿਓ। ਬੇਸਿਕਲੀ ਜੋ ਜੇ ਮੈਂ ਇਨ ਪ੍ਰਿੰਸੀਪਲ ਗੱਲ ਕਰਾਂ, ਉਹ ਇਹੀ ਹੋਣਾ ਆ ਵੀ ਜੋ ਹਾਈ ਕੋਰਟ ਨੇ ਆਰਡਰ ਦਿੱਤਾ ਵੀ ਹਾਂ ਦਿਸ ਥਿੰਗ ਵਿਲ ਗੋ ਟੂ ਦਿਸ ਥਿੰਗ ਵਿਲ ਗੋ ਟੂ ਦਿਸ, ਉਹ ਐਜ਼ ਇਟ ਇਜ਼ ਜਾ ਕੇ ਮਿਊਟੇਸ਼ਨ ਚੜ ਜੂਗੀ। ਵਿਸ਼ਵ ਇਸ ਤੋਂ ਅੱਗੇ ਕੁਛ? ਸਰ ਇੱਕ ਸਵਾਲ ਹੋਰ ਹੈ ਸਰ ਵੀ ਜੀ ਸਰ। ਜਿਹੜੇ ਸਰ ਪਾਰਟਨਰਸ ਹੁੰਦੇ ਨੇ ਸਰ, ਜਿਵੇਂ ਪਾਰਟਨਰਸ਼ਿਪ ਫਰਮ ਦੇ ਵਿੱਚ ਸਰ ਜਿਹੜਾ ਉਹ ਸਰ ਆਪਾਂ ਆਰਟੀਕਲ ਆਫ ਐਸੋਸੀਏਸ਼ਨ ਤੋਂ ਚੈੱਕ ਕਰਦੇ ਹਾਂ ਸਰ ਕਿ ਇਹਦੇ ਕੌਣ ਪਾਰਟਨਰਸ ਨੇ। ਸੌਰੀ ਮੈਂ ਇੱਕ ਤਪਨ ਇੱਕ ਮਿੰਟ ਵਿਸ਼ਵ ਵਾਲੀ ਨਾ ਦੁਬਾਰਾ ਜਵਾਬ ਦਿੰਨੇ ਆ, ਜਿਹੜੀ ਆ ਆਪਣੀ ਪਹਿਲੀ ਚੱਲ ਰਹੀ ਸੀ ਨਾ ਕੰਪਨੀ ਵਾਲੀ ਗੱਲ। ਜੀ ਸਰ ਇਹਦੇ ਚ ਨਾ ਅਮਲਗਾਮੇਸ਼ਨ ਦੇ ਵਿੱਚ ਮੇਰੇ ਕੋਲ ਇੱਕ ਰਾਜਪੁਰੇ ਕੇਸ ਆਇਆ ਸੀ 2015 ਔਰ 16 ਚ, ਵੀ ਉਹਨਾਂ ਨੇ ਅਮਲਗਾਮੇਟ ਕਰ ਲਿਆ ਜੀ। ਕਹਿੰਦੇ ਹੁਣ ਸਾਡੀ ਪ੍ਰਾਪਰਟੀ ਦਾ ਜਿਹੜਾ ਨਾਮ ਹੈ, ਅਸੀਂ ਦੋ ਕੰਪਨੀਜ਼ ਅਮਲਗਾਮੇਟ ਹੋ ਗਈਆਂ, ਹੁਣ ਪ੍ਰਾਪਰਟੀ ਦਾ ਨਾਮ ਚੇਂਜ ਕਰ ਦਿਓ। ਚਲੋ ਮੈਂ ਤਾਂ ਉਹ ਆਪਣੇ ਵਾਲਾ ਪ੍ਰੋਸੀਜਰ ਫੋਲੋ ਕਰਕੇ, ਉਹਨਾਂ ਨੇ ਨਵਾਂ ਪੈਨ ਕਾਰਡ ਬਣ ਗਿਆ ਸੀ, ਸਾਰਾ ਕੁਝ ਉਹਨਾਂ ਦਾ ਦੇਖ ਕੇ ਕੰਪਨੀਜ਼ ਵਾਲਿਆਂ ਦਾ ਜਿਹੜਾ ਮਤਲਬ ਰਜਿਸਟ੍ਰੇਸ਼ਨ ਮੈਂ ਤਾਂ ਕਰ ਦਿੱਤੀ। ਪਰ ਪਿੱਛੇ ਜੇ KVS ਸਿੱਧੂ ਸਰ ਨਾਲ ਮੈਨੂੰ ਇੱਕ ਦਿਨ ਗੱਲ ਇਹ ਮੌਕਾ ਮਿਲਿਆ ਵਿਜ਼ਨ ਆਫ ਸਟੈਂਪ ਡਿਊਟੀ ਤੇ ਗੱਲ ਕਰਨ ਦਾ। ਜੀ ਸਰ ਉਹ ਮੈਨੂੰ ਕਹਿੰਦੇ ਜੀ ਤੁਸੀਂ ਅਮਲਗਾਮੇਸ਼ਨ ਬਾਰੇ ਦੱਸੋ। ਮੈਂ ਕਿਹਾ ਵੀ ਸਰ ਵੀ ਜੇ ਤੇ ਇਦਾਂ ਕਹਿੰਦਾ ਯਾਰ, ਉਹਨਾਂ ਦੀ ਮਤਲਬ ਆਪਣੀ ਥਾਟ ਸੀ, ਕਹਿੰਦੇ ਵੀ ਇਟ ਇਜ਼ ਵੇ ਟੂ ਅਵੋਇਡ ਦਾ ਸਟੈਂਪ ਡਿਊਟੀ। ਸਰ ਮੈਂ ਇਹਦੇ ਤੇ ਸਰ ਰਿਪਲਾਈ ਕਰਾਂ ਜੀ? ਹਾਂ ਕਰ। ਮੈਂ ਸਰ ਰਿਪਲਾਈ ਕਰਦਾ ਹੈਗਾ। ਇਹ ਬਿਲਕੁਲ ਸਰ ਦਾ ਵੀ ਅਮਲਗਾਮੇਸ਼ਨ ਹੈ ਕੀ, ਪਹਿਲਾਂ ਇਹ ਵੀ ਅਮਲਗਾਮੇਸ਼ਨ ਇਹ ਦੱਸ ਦੋ ਕਈਆਂ ਨੂੰ ਕਲੀਅਰ। ਦੇਖੋ ਇੱਕ ਵਰਡ ਹੈਗਾ, ਕਾਈਂਡਲੀ ਥੋੜਾ ਜਿਹਾ ਆਪਾਂ ਹੁਣ ਟੈਕਨੀਕਲ ਚੱਲਣ ਲੱਗੇ ਆ, ਪਹਿਲਾਂ ਸਿੰਪਲ ਗੱਲ ਸੀ, ਥੋੜਾ ਜਿਹਾ ਟੈਕਨੀਕਲ ਚੱਲਦੇ ਆ। ਇੱਕ ਵਰਡ ਆ ਜਾਂਦਾ ਅਮਲਗਾਮੇਸ਼ਨ, ਸੈਕਿੰਡ ਵਰਡ ਆ ਜਾਂਦਾ ਟੇਕ ਓਵਰ। ਅਮਲਗਾਮੇਸ਼ਨ ਹੋਰ ਤਰ੍ਹਾਂ ਹੁੰਦਾ, ਟੇਕ ਓਵਰ ਹੋਰ ਤਰ੍ਹਾਂ ਹੁੰਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਕ ਸ਼ਾਇਦ ਤੁਸੀਂ ਉਹ ਸੁਣਿਆ ਹੋਣਾ, ਸਤਿਅਮ ਗਰੁੱਪ ਸੀਗਾ, ਉਹ ਬਾਅਦ ਵਿੱਚੋਂ ਟੇਕ ਓਵਰ ਹੋ ਗਿਆ ਸੀ, ਮਹਿੰਦਰਾ ਨੇ ਟੇਕ ਓਵਰ ਕਰ ਲਿਆ ਸੀ, ਦੈਟ ਵਾਸ ਟੇਕ ਓਵਰ। ਅਮਲਗਾਮੇਸ਼ਨ ਕੀ ਆ, ਦੋ ਛੋਟੀਆਂ ਕੰਪਨੀਜ਼ ਹੈ, ਉਹਨਾਂ ਨੂੰ ਜੁਆਇਨ ਕਰਕੇ ਉਹ ਇੱਕ ਵੱਡੀ ਕੰਪਨੀ ਬਣ ਜਾਂਦੇ ਆ। ਰਿਲਾਇੰਸ ਤੇ ਇਦਾਂ ਹੋਇਆ ਸੀਗਾ। ਰਿਲਾਇੰਸ ਜਦੋਂ ਇਹ ਪੈਟਰੋਲੀਅਮ, ਜਦੋਂ ਧੀਰੂ ਭਾਈ ਅੰਬਾਨੀ ਦੀ ਡੈਥ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਅਮਲਗਾਮੇਟ ਛੋਟੀਆਂ ਕੰਪਨੀਆਂ ਕੀਤੀਆਂ ਸੀ। ਉਹਨਾਂ ਕੀ ਹੁੰਦਾ, ਇਹਦੀ ਸ਼ੇਅਰ ਵੈਲਿਊ ਬਹੁਤ ਵੱਧ ਜਾਂਦੀ। ਚਲੋ ਇੱਕ ਅਲੱਗ ਐਸਪੈਕਟ ਹੈਗਾ। ਚਲੋ ਹੁਣ ਆਪਾਂ ਆਪਣੇ ਮੈਟਰ ਤੇ ਆਉਂਦੇ ਹੈਗੇ ਆ, ਦੈਟ ਇਜ਼ ਅਮਲਗਾਮੇਸ਼ਨ। ਤੋ ਇੱਕ ਕੁਐਸਚਨ ਜੋ ਸਰ ਨੇ ਦੱਸਿਆ, ਇੱਕ ਕੁਐਸਚਨ ਜੋ ਸਰ ਨੇ ਪੁੱਛਿਆ, ਜੋ KVS ਸਿੱਧੂ ਦਾ ਸਰ ਦਾ KVS ਸਿੱਧੂ ਸਰ ਦਾ ਜੋ ਵਿਊ ਸੀਗਾ, ਇਹ ਵਿਊ ਬਿਲਕੁਲ ਠੀਕ ਹੈ। ਕਿਉਂਕਿ ਮੈਂ ਤੁਹਾਨੂੰ ਦੱਸਦਾ, ਇੱਕ ਵਰਡ ਆਉਂਦਾ ਇਨਕਮ ਟੈਕਸ ਐਕਟ ਦੇ ਵਿੱਚ, ਟ੍ਰਾਂਸਫਰ।
ਟ੍ਰਾਂਸਫਰ ਵਰਡ ਸੈਕਸ਼ਨ 2 ਦੀਆਂ ਡੈਫੀਨੇਸ਼ਨਸ ਦੇ ਵਿੱਚ ਆਇਆ। ਟ੍ਰਾਂਸਫਰ ਵਰਡ ਤੋਂ ਹੀ ਜਿਹੜਾ ਆ ਸੈਕਸ਼ਨ 4 ਇਨਕਮ ਟੈਕਸ ਦਾ ਸਾਰਾ ਕੁਝ ਲਿਆ, ਮਤਲਬ ਬੇਸ ਉਹਦਾ ਚਾਰਜਿੰਗ ਸੈਕਸ਼ਨ 4 ਹੈ ਇਨਕਮ ਟੈਕਸ ਐਕਟ ਦਾ, ਉਹ ਟ੍ਰਾਂਸਫਰ ਤੋਂ ਹੀ ਸਾਰੀ ਚੀਜ਼ ਆਉਂਦੀ ਹੈ। ਇੱਕ ਗੱਲ ਇਹ ਆਈ ਸੀ ਕਿ ਜਦੋਂ ਚਾਹੇ ਸਪੋਜ਼ ਕਰੋ ਪਾਰਟਨਰਸ ਹੀ ਹੈ, ਮੈਂ ਕੰਪਨੀ ਤੋਂ ਹਟ ਕੇ ਪਾਰਟਨਰਸ਼ਿਪ ਫਰਮ ਵਾਲਾ ਆਉਣਾ ਆ, ਉਹ ਕਹਿੰਦੇ ਵੀ ਡਿਸੋਲੂਸ਼ਨ ਹੋ ਗਈ, ਡਿਸੋਲੂਸ਼ਨ ਹੋ ਕੇ ਤਾਂ ਪਾਰਟਨਰ ਨੂੰ ਪ੍ਰਾਪਰਟੀ ਚਲੀ ਗਈ, ਤਾਂ ਕੀ ਉਸ ਟਾਈਮ ਤੇ ਟ੍ਰਾਂਸਫਰ ਹੋਈ ਕਿ ਨਹੀਂ? ਜੇ ਟ੍ਰਾਂਸਫਰ ਹੋਈ ਨੈਚੁਰਲੀ ਉਹ ਤੇ ਟੈਕਸ ਬਣੂਗਾ, ਜੇ ਨਹੀਂ ਹੈ ਤਾਂ ਟੈਕਸ ਨਹੀਂ ਬਣੂਗਾ। ਪਹਿਲਾਂ ਇਹਦਾ ਵਿਊ ਸੀ 85 ਤੱਕ ਬੰਬੇ ਹਾਈ ਕੋਰਟ ਦੀ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਹੁੰਦੀ ਸੀ, ਉਹਦੇ ਬੇਸ ਤੇ ਇਹਨਾਂ ਨੇ ਮੰਨਿਆ ਕਿ ਇਹ ਨਹੀਂ ਹੁੰਦਾ ਹੈਗਾ ਜੀ, ਇਹਦੇ ਤੇ ਟ੍ਰਾਂਸਫਰ ਦਾ ਐਲੀਮੈਂਟ ਨਹੀਂ ਇਨਵੋਲਵ ਹੈਗਾ। ਬਟ ਰੀਸੈਂਟਲੀ ਗਵਰਨਮੈਂਟ ਨੇ ਉਹਦੇ ਵਿੱਚ ਅਮੈਂਡਮੈਂਟ ਕੀਤੀ ਉਸ ਸੈਕਸ਼ਨ ਦੇ ਵਿੱਚ, ਤੇ ਟ੍ਰਾਂਸਫਰ ਦੀ ਡੈਫੀਨੇਸ਼ਨ ਨੂੰ ਏਦਾਂ ਉਹਦੇ ਵਿੱਚ ਐਕਸਪਲੇਨੇਸ਼ਨ ਪਾਈ ਆ ਜਾਂ ਸ਼ਾਇਦ ਕੋਈ ਸਰਕੂਲਰ ਜਾਰੀ ਕੀਤਾ, ਉਹਦੇ ਵਿੱਚ ਇਸ ਚੀਜ਼ ਨੂੰ ਟ੍ਰਾਂਸਫਰ ਮੰਨਿਆ ਗਿਆ। ਸੋ ਮੈਂ ਹੁਣ ਸਰ ਵਾਲੀ ਗੱਲ ਤੇ ਆਉਣ ਲੱਗਿਆ ਵੀ ਕਿਉਂਕਿ ਬਿਲਕੁਲ ਸਰ ਦੀ ਗੱਲ ਠੀਕ ਹੈ, ਬਟ ਆਪਣੇ ਕੋਲ ਐਕਸਪਲਿਸਿਟ ਮਤਲਬ ਕਲੀਅਰ ਪ੍ਰੋਵੀਜ਼ਨ ਸਟੈਂਪ ਦੀ ਲਗਾਉਣ ਦੀ ਡਿਊਟੀ ਦੀ ਨਹੀਂ ਹੈਗੀ, ਬਟ ਯੈਸ ਐਲੀਮੈਂਟ ਆਫ ਟ੍ਰਾਂਸਫਰ ਇਜ਼ ਇਨਵੋਲਵਡ ਇਹਦੇ ਵਿੱਚ। ਜਦੋਂ ਅਮਲਗਾਮੇਸ਼ਨ ਹੋਈ ਦੋ ਛੋਟੀਆਂ ਕੰਪਨੀਆਂ ਤੋਂ ਵੱਡੀ ਕੰਪਨੀ 'ਚ ਚੀਜ਼ ਗਈ ਆ, ਉਸ ਚੀਜ਼ ਨੂੰ ਟ੍ਰਾਂਸਫਰ ਮੰਨ ਕੇ ਉਹਦੇ ਤੇ ਸਟੈਂਪ ਡਿਊਟੀ ਵੈਸੇ ਲੱਗਣੀ ਬਣਦੀ ਆ, ਬਟ ਆਪਣੇ ਕੋਲ ਪ੍ਰੋਵੀਜ਼ਨ ਨਹੀਂ ਹੈਗੀ ਤਾਂ ਆਪਾਂ ਲਾ ਨਹੀਂ ਸਕਦੇ। ਤੇ ਸੈਕੰਡ ਚੀਜ਼ ਉਹੀ ਸਰ ਵਾਲੀ ਗੱਲ ਨੂੰ ਮੈਂ ਥੋੜਾ ਜਿਹਾ ਇੱਕ ਪਾਸੇ ਹੋਰ ਲੈ ਕੇ ਜਾ ਰਿਹਾ ਕਿ ਪਾਰਟਨਰਸ਼ਿਪ ਫਰਮ ਡਿਸੋਲਵ ਹੋਈ, ਪਾਰਟਨਰਸ ਨੂੰ ਪ੍ਰਾਪਰਟੀ ਗਈ ਤੇ ਡਿਸੋਲੂਸ਼ਨ ਡੀਡ ਦੇ ਮੁਤਾਬਕ ਉਸ ਟਾਈਮ ਵੀ ਟ੍ਰਾਂਸਫਰ ਹੈ, ਤੇ ਮਿਊਟੇਸ਼ਨ ਚਾਹੇ ਆਪਾਂ ਉਹਨਾਂ ਦੇ ਐਗਰੀਮੈਂਟ ਤੋਂ ਚੜਾ ਰਹੇ ਹਾਂ, ਬਟ ਮੇਰੇ ਖਿਆਲ ਨਾਲ ਉਸ ਟਾਈਮ ਤੇ ਵੀ ਸਟੈਂਪ ਡਿਊਟੀ ਦਿੱਤੀ ਜਾਣੀ ਬਣਦੀ ਹੈ। ਰਜਿਸਟ੍ਰੇਸ਼ਨ ਫੀਸ ਵੀ ਵੈਸੇ ਲਿੱਤੀ ਜਾਣੀ ਬਣਦੀ ਹੈ, ਪੇਸਟਿੰਗ ਫੀਸ ਨਾ ਹੋਵੇ, ਰਜਿਸਟ੍ਰੇਸ਼ਨ ਫੀਸ ਲਿੱਤੀ ਜਾਣੀ ਉਹਦੇ 'ਚ ਵੀ ਹੋਣੀ ਚਾਹੀਦੀ ਹੈ, ਇਹਦੀ ਨੋਟੀਫਿਕੇਸ਼ਨ ਜਾਰੀ ਹੋਣੀ ਚਾਹੀਦੀ ਹੈ। ਦੂਜਾ ਇਹਨਾਂ ਦੀ ਕੁਐਰੀ ਸੀ ਐਨਆਰਆਈਜ਼ ਵਾਲੀ, ਵੀ ਐਨਆਰਆਈ ਤੇ ਐਗਜ਼ੈਂਪਸ਼ਨ। ਐਨਆਰਆਈ ਦੀ ਸਰ ਮੈਂ ਉਹ ਸੁਣਿਆ ਨਹੀਂ ਸੀ, ਮੈਨੂੰ ਪਲੀਜ਼ ਰਿਪੀਟ ਕਰਿਓ, ਮੈਂ ਫਿਰ ਉਹਦਾ ਇਹਨਾਂ ਦਾ ਇੰਨੀ ਲਾਈਨ ਸੀ ਵੀ ਕੀ ਐਨਆਰਆਈ ਜਿਹੜਾ ਉਹ ਬਲੱਡ ਰਿਲੇਸ਼ਨ ਚ ਰਜਿਸਟਰੀ ਕਰਕੇ ਐਗਜ਼ੈਂਪਸ਼ਨ ਕਲੇਮ ਕਰ ਸਕਦਾ। ਜੀ 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 ਮੈਂ ਉਹੀ ਦੱਸਣ ਲੱਗਿਆ ਸੀਗਾ ਜੀ, ਮੈਂ ਥੋੜਾ ਜਿਹਾ ਪਹਿਲਾਂ ਐਕਸਪਲੇਨ ਕੀਤਾ ਸੀਗਾ ਜਿਹੜਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਹੈਗਾ, ਇਹ ਇਸ ਕੇਸ ਦੇ ਵਿੱਚ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੀ ਗੱਲ ਆਉਂਦੀ ਹੈਗੀ। ਜੇ ਪਿਓਰਲੀ ਦੇਖੀਏ ਆਪਾਂ ਰਜਿਸਟ੍ਰੇਸ਼ਨ ਵਾਲੀ ਗੱਲ ਨੂੰ ਦੇਖੀਏ, ਰਜਿਸਟ੍ਰੇਸ਼ਨ ਐਕਟ ਨੂੰ ਪਲੱਸ ਸਟੈਂਪ ਮੈਨੂਅਲ ਨੂੰ ਦੇਖੀਏ ਤੇ ਗਵਰਨਮੈਂਟ ਦੀ ਇੰਸਟਰਕਸ਼ਨ ਨੂੰ ਦੇਖੀਏ, ਉਹਦੇ ਮੁਤਾਬਕ ਤਾਂ ਐਨੀਬਡੀ ਕੈਨ ਡੂ, ਕਿਉਂਕਿ ਉਹਦੇ ਵਿੱਚ ਨੋਵੇਅਰ ਇਟ ਇਜ਼ ਰਿਟਨ ਕਿ ਦਿਸ ਇਜ਼ ਓਨਲੀ ਫॉर ਰੈਜ਼ੀਡੈਂਟ, ਸੋ ਇਹ ਤਾਂ ਹੋ ਸਕਦਾ ਹੈਗਾ। ਬਟ ਗੱਲ ਇਹ ਆ, ਔਰ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਇਦਾਂ ਦੀ ਕੋਈ ਵੀ ਗੱਲ, ਕੋਈ ਵੀ ਜਿਹੜੀ ਰਜਿਸਟ੍ਰੇਸ਼ਨ ਹੈ ਜਾਂ ਟ੍ਰਾਂਜੈਕਸ਼ਨ ਨਹੀਂ ਰਜਿਸਟ੍ਰੇਸ਼ਨ ਹੈ, ਉਹਨੂੰ ਡਿਸਅਲਾਓ ਆਪਾਂ ਨਹੀਂ ਕਰ ਸਕਦੇ। ਬਟ ਜੇ ਆਪਾਂ ਫੇਮਾ ਦੀ ਗੱਲ ਕਰੀਏ, ਆਪਾਂ ਨੂੰ ਹੁਣ ਫੇਮਾ ਤੋਂ ਸਪੈਸੀਫਿਕ ਜੇ ਦੇਖਦੇ ਹਾਂ ਤੇ ਕੀ ਇਸ ਚੀਜ਼ ਨੂੰ ਅਲਾਉਡ ਹੈ ਅੰਡਰ ਫੇਮਾ ਜਾਂ ਨਹੀਂ ਹੈਗਾ। ਮੈਂ ਪਹਿਲਾਂ ਵੀ ਉਹੀ ਐਕਸਪਲੇਨ ਕਰਦਾ ਪਿਆ ਸੀਗਾ ਵੀ ਫੇਮਾ ਦੇ ਵਿੱਚ ਜਿਹੜਾ ਸਰਕੂਲਰ ਆਇਆ ਹੈਗਾ, ਪਹਿਲਾਂ ਸਨ 2000 ਦਾ ਸਰਕੂਲਰ ਹੁੰਦਾ ਸੀ, 2019 ਦੇ ਵਿੱਚ ਜੂਨ ਦੇ ਵਿੱਚ ਆਰਬੀਆਈ ਨੇ ਇੱਕ ਨਵਾਂ ਸਰਕੂਲਰ ਜਾਰੀ ਕੀਤਾ, ਹੁਣ ਉਹ ਨਵਾਂ ਸਰਕੂਲਰ ਐਪਲੀਕੇਬਲ ਹੈ। ਉਸ ਸਰਕੂਲਰ ਦੇ ਮੁਤਾਬਕ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੋਇਆ ਕਿ ਐਨਆਰਆਈ ਨੂੰ ਪ੍ਰੋਪਰਟੀ ਗਿਫਟ ਹੋ ਕੇ ਵੀ ਐਗਰੀਕਲਚਰਲ ਲੈਂਡ ਨਹੀਂ ਜਾ ਸਕਦੀ। ਐਨਆਰਆਈ ਨੂੰ ਐਗਰੀਕਲਚਰਲ ਲੈਂਡ ਜਿਹੜਾ ਹੈਗਾ ਆ ਉਹ ਥਰੂ ਸੇਲ ਟ੍ਰਾਂਸਫਰ ਵਰਡ ਯੂਜ਼ ਨਹੀਂ ਕੀਤਾ, ਸੇਲ ਵੀ ਨਹੀਂ ਜਾ ਸਕਦੀ ਹੈਗੀ। ਸੋ ਨਾ ਸੇਲ ਜਾ ਸਕਦੀ, ਨਾ ਥਰੂ ਗਿਫਟ ਜਾ ਸਕਦੀ। ਥਰਡ ਪੁਆਇੰਟ ਉੱਥੇ ਉਹਨਾਂ ਨੇ ਲਿਖਿਆ ਹੈ ਇਨਹੈਰਿਟ ਐਨਆਰਆਈ ਵਿਅਕਤੀ ਨੂੰ ਇਨਹੈਰੀਟੈਂਸ ਪ੍ਰਾਪਰਟੀ ਐਗਰੀਕਲਚਰਲ ਪ੍ਰਾਪਰਟੀ ਮਿਲ ਸਕਦੀ ਹੈਗੀ ਹੈ। ਸੋ ਇੱਥੋਂ ਆਪਾਂ ਇੱਕ ਪੁਆਇੰਟ ਤੇ ਗੱਲ ਤੇ ਪਹੁੰਚੇ ਆ, ਉਹ ਇਹ ਆ ਕਿ ਟ੍ਰਾਂਸਫਰ ਵਰਡ ਕਿਤੇ ਨਹੀਂ ਯੂਜ਼ ਕੀਤਾ। ਗਿਫਟ ਜਿਹੜਾ ਆ, ਗਿਫਟ ਜੇ ਹੁਣ ਸਰ ਤਾਂ ਜਾਣਦੇ ਆ ਵੀ ਗਿਫਟ ਨੂੰ ਆਪਾਂ ਜੇ ਡਿਫਾਈਨ ਕਰੀਏ, ਗਿਫਟ ਦੇ ਵਿੱਚ ਹੁੰਦਾ ਵੀ nothing like consideration is involved, and second point is it is out of natural love and affection. ਹੁਣ this can be between two unrelated parties also, this can be related with can be there in family members also. ਸੋ ਜੇ ਆਪਾਂ ਟੈਕਨੀਕਲੀ ਗੱਲ ਕਰੀਏ ਤਾਂ ਇਹ ਪੂਰੀ ਤਰ੍ਹਾਂ ਗਿਫਟ ਵਾਲੀ ਗੱਲ ਵੀ ਨਹੀਂ ਆਉਂਦੀ ਹੈਗੀ, ਕਿਉਂਕਿ ਇਹ ਤਾਂ ਇਨਹੈਰੀਟੈਂਸ ਨੂੰ ਲੈ ਲਿਆ ਕਿ ਇਨਹੈਰੀਟੈਂਸ ਬੰਦੇ ਨੇ ਦੇਣੀ ਤਾਂ ਸੀਗੀ, ਉਹ ਕਹਿੰਦਾ ਮੇਰੇ ਜੀਂਦੇ ਜੀ ਦੇ ਲਓ। ਤੇ ਗਿਫਟ ਵਾਲੀ ਗੱਲ ਤਾਂ ਨਹੀਂ ਐਪਲੀਕੇਬਲ ਹੁੰਦੀ ਕਿਉਂਕਿ ਇਹਦੇ ਵਿੱਚ ਉਹ ਜਿਹੜਾ ਸੀਨੀਅਰ ਸਿਟੀਜ਼ਨਸ ਵਾਲਾ ਐਕਟ ਆ ਉਹ ਅਪਲਾਈ ਕਰਦਾ। ਗਿਫਟ ਇਜ਼ ਆਲਵੇਜ਼ ਐਬਸੋਲਿਊਟ,
ਗਿਫਟ ਵਾਪਸ ਨਹੀਂ ਲਿਆ ਜਾ ਸਕਦਾ। ਤੇ ਸੀਨੀਅਰ ਇਹ ਜਿਹੜੇ ਆਪਾਂ ਟ੍ਰਾਂਸਫਰ ਡੀਡਸ ਲਿਖਾਉਂਦੇ ਆ ਉਹਦੇ ਵਿੱਚ ਇਹ ਲਿਖ ਲੈਣੇ ਹੈਗੇ ਆ ਕਿ ਹਾਂਜੀ ਜੀ ਆਹ ਆਪਣਾ ਇਹ ਜੇ ਮੇਰੀ ਸੇਵਾ ਨਹੀਂ ਕਰਦਾ ਤੇ ਪ੍ਰਾਪਰਟੀ ਮੇਰੇ ਤੋਂ ਵਾਪਸ ਆ ਜਾਊਗੀ। ਸੋ ਦਿਸ ਇਜ਼ ਸਮਵੇਅਰ ਬਿਟਵੀਨ ਸੋ ਮੇਰੇ ਖਿਆਲ ਨਾਲ ਗਿਫਟ ਦੇ ਵਿੱਚ ਡਿਸਅਲਾਉਡ ਨਹੀਂ ਹੁੰਦਾ ਪਿਆ। ਜੇ ਆਪਾਂ ਗੱਲ ਕਰੀਏ ਸੇਲ ਦੀ, ਸੇਲ ਇੱਥੇ ਹੈ ਨਹੀਂ, ਕਰੰਸੀ ਦਾ ਕੋਈ ਲੈਣ ਦੇਣ ਨਹੀਂ ਹੋਇਆ। ਦਿਸ ਇਜ਼ ਓਨਲੀ ਮੋਡੀਫਾਈਡ ਫਾਰਮ ਆਫ ਇਨਹੈਰੀਟੈਂਸ। ਬਟ ਇਹ ਆਪਾਂ ਕਰ ਵੀ ਰਹੇ ਹੈਗੇ ਆ। ਬਟ ਮੇਰੇ ਖਿਆਲ ਦੇ ਨਾਲ ਇਸ 'ਚ ਆਪਾਂ ਨੂੰ ਗਵਰਨਮੈਂਟ ਨੂੰ ਇੱਕ ਰਿਕੁਐਸਟ ਕਰ ਲੈਣੀ ਚਾਹੀਦੀ ਆ ਵੀ RBI ਦੇ ਕੋਲੋਂ ਇੱਕ ਕਲੀਅਰੈਂਸ ਇਸ ਚੀਜ਼ ਦੀ ਲੈ ਲਈ ਜਾਵੇ। ਇਹ ਤਾਂ ਆ ਗਈ ਟ੍ਰਾਂਸਫਰ ਡੀਡ ਦੀ ਗੱਲ। ਹੁਣ ਆ ਜਾਂਦੀ ਸੇਲ ਦੀ ਗੱਲ ਵੀ ਆਪਣੇ ਕੋਲ ਇਹ ਵੀ ਬੰਦੇ ਆਉਂਦੇ ਆ ਜਿਹੜੇ ਕਹਿੰਦੇ ਆ ਕਿ ਹਾਂ ਮੇਰਾ ਬ੍ਰਦਰ ਨਹੀਂ, ਸਪੋਜ਼ ਕਰੋ ਜਿੱਥੇ ਐਗਜ਼ੰਪਸ਼ਨ ਨਹੀਂ ਸੀ, ਉਹ ਕਹਿੰਦਾ ਜੀ ਫਲਾਨਾ ਬੰਦਾ ਮੈਨੂੰ ਵੇਚਣਾ ਚਾਹੁੰਦਾ, ਮੇਰੀ ਪੈਲੀ ਦੇ ਨਾਲ ਇਹ ਜਗ੍ਹਾ ਲੱਗਦੀ ਆ ਤਾਂ ਮੈਂ ਤਾਂ ਜੀ ਖਰੀਦਣਾ ਚਾਹੁੰਦਾ ਹੈਗਾ। ਵੀ ਆਪਾਂ ਉਸ ਕੇਸ 'ਚ ਰਜਿਸਟਰੀ ਤਾਂ ਨਹੀਂ ਹੋਣੀ ਹੈਗੀ ਉਹਨਾਂ ਦੀ ਐਜ਼ ਪਰ ਫੇਮਾ। ਬਟ ਯੈਸ, ਉਹਨਾਂ ਨੂੰ ਜੇ ਸਲਾਹ ਦੇਣੀ ਹੋਵੇ ਤਾਂ ਉਹ ਦਿੱਤੀ ਜਾ ਸਕਦੀ। ਇਹਦੇ ਵਿੱਚ ਹੁੰਦਾ RBI ਦੀ ਪਰਮਿਸ਼ਨ। RBI ਤੋਂ ਪਰਮਿਸ਼ਨ ਲੈ ਲੈਂਦੇ ਆ, ਪਰਮਿਸ਼ਨ ਮਿਲ ਵੀ ਜਾਊਗੀ ਤੇ ਉਹ ਇਹੀ ਦਿਖਾਣਾ ਹੁੰਦਾ ਬੇਸਿਕਲੀ ਵੀ ਇਹਦੀ ਟ੍ਰਾਂਜੈਕਸ਼ਨ ਪੈਸੇ ਜਿਹੜੇ ਆ ਜੋ NRO ਅਕਾਊਂਟ ਵਿੱਚ ਆਉਂਦੇ ਹੁੰਦੇ ਆ ਤੇ ਉਹ ਉਹਨਾਂ ਨੇ ਵਾਪਸ ਕਿਸ ਫਾਰਮ 'ਚ ਆਪਣੀ ਕੰਟਰੀ ਨੂੰ ਲੈ ਕੇ ਜਾਣੀ, ਉਹਦੀ ਤੇ ਰਿਸਟ੍ਰਿਕਸ਼ਨਸ ਹੁੰਦੀਆਂ। ਤਾਂ RBI ਤੋਂ ਪਰਮਿਸ਼ਨ ਲੈ ਕੇ ਉਹ ਇਹ ਟ੍ਰਾਂਜੈਕਸ਼ਨ ਕਰ ਸਕਦੇ ਹੈਗੇ। ਆਪਾਂ ਉਹਨਾਂ ਨੂੰ ਇਹ ਸਲਾਹ ਦੇ ਸਕਦੇ ਹੈਗੇ। ਸਰ ਇਹ ਬੜਾ ਕੰਟਰੋਵਰਸ਼ੀਅਲ ਹੈ ਇਹ ਟੌਪਿਕ ਤੇ। ਇੱਕ ਵਾਰ ਨਾ ਜਿਹੜਾ ਮੈਂ ਪਹਿਲੋਂ ਜਿਹੜਾ ਆਪਣਾ ਆਡਿਟ ਵਾਲਾ ਇਹ ਤਾਂ ਰੱਖ ਲਈਏ ਨੈਕਸਟ ਸੈਸ਼ਨ 'ਚ, ਲੰਬਾ ਬਹੁਤ ਹੋ ਜਾਏਗਾ ਅਦਰਵਾਈਜ਼। ਸਰ ਇੱਕ ਵਾਰੀ ਮੇਰੀ ਵੀ ਇਹਦੀ ਮੈਂ ਇੱਕ ਮਿੰਟ ਬਲਜਿੰਦਰ, ਇੱਕ ਮਿੰਟ ਤੇ ਜਿਹੜੀ ਆਡਿਟ ਵਾਲੇ ਨੂੰ ਤਾਂ ਨੈਕਸਟ ਰੱਖ ਲਓ। ਤੇ ਇਹ ਜਿਹੜੀ NRI ਐਂਡ ਐਗਰੀਕਲਚਰ, ਇੱਕ ਤਾਂ ਇਹਨੂੰ ਕਾਫੀ ਨਿਕਲ ਆਉਣੀਆਂ ਕੁਐਰੀਜ਼, ਇੱਕ ਦੋ ਤਾਂ ਮੇਰੀਆਂ ਹੀ ਨੇ। ਇੱਕ ਆ ਪਹਿਲੋਂ ਫਾਰਮ ਵਾਲਾ ਹੀ ਹੈ, ਜਿਵੇਂ ਬਲਜਿੰਦਰ ਬੋਲ ਰਿਹਾ। ਜੇ ਕੋਈ ਹੋਰ ਕਿਸੇ ਦੀ ਵੀ ਹੈਗੀ ਤਾਂ ਪੁੱਛ ਕੇ ਇੱਥੇ ਕਨਕਲੂਡ ਕਰੀਏ ਦੋਵਾਂ ਪੁਆਇੰਟਾਂ। ਦੱਸੋ ਜੀ ਇਹ ਫਰਮ ਵਾਲਾ ਜਾਂ ਕੰਪਨੀਜ਼ ਵਾਲਾ, ਜੇ ਕਿਸੇ ਨੂੰ ਹੁਣ ਕੋਈ ਡਾਊਟ ਹੈ ਬਲਜਿੰਦਰ ਦੱਸ ਵੀ ਕੀ ਹੈ। ਸਰ ਇਹ ਦੱਸੋ ਜੀ ਕਿ ਦੋ ਕੰਪਨੀਆਂ ਵੱਖਰੀਆਂ ਇਹ ਰਜਿਸਟਰ ਤਬਾਦਲਾ ਕਰ ਸਕਦੀਆਂ ਜੀ? ਮੈਂ ਗੱਲ ਤਬਾਦਲਾ ਤਾਂ ਕਰ ਹੀ ਸਕਦੀਆਂ, ਤਬਾਦਲੇ ਨੂੰ ਕੀ ਪ੍ਰੋਬਲਮ ਹੈ, ਉਹ ਤਾਂ ਕਰ ਹੀ ਸਕਦੀਆਂ। ਤਬਦੀਲ ਮਲਕੀਅਤ ਨਹੀਂ ਕਰ ਸਕਦੀਆਂ, ਤਬਾਦਲਾ ਤਾਂ ਕਰ ਹੀ ਸਕਦੀਆਂ। ਠੀਕ ਹੈ ਸਰ, ਠੀਕ ਹੈ। ਜਸ ਸਰ ਦੀ ਗੱਲ ਨੂੰ ਥੋੜਾ ਜਿਹਾ ਮੈਂ ਇੱਕ ਲਾਈਨ 'ਚ ਕਰਨ ਲੱਗਿਆ ਕਿਉਂਕਿ ਟਾਈਮ ਕਾਫੀ ਹੋ ਗਿਆ। ਵੀ ਹਮੇਸ਼ਾ ਜਦੋਂ ਤੁਸੀਂ ਚੀਜ਼ ਦੇਖਣੀ ਆ ਨਾ ਬਈ ਫਾਰਮ, ਇੱਕ ਤਾਂ ਫਾਰਮ ਆਫ ਆਰਗੇਨਾਈਜੇਸ਼ਨ ਦੇਖ ਲਓ, ਉਹ ਆਪਾਂ ਸਟਾਰਟਿੰਗ 'ਚ ਡਿਸਕਸ ਕਰ ਲਿਆ। 3 ਪੁਆਇੰਟਸ ਦੇਖਣੇ ਆ। 1 ਵੈਸਟ ਕਿੱਥੇ ਕਰਦੇ ਪਏ ਪ੍ਰਾਪਰਟੀ, 2 ਐਲੀਮੈਂਟ ਆਫ ਟ੍ਰਾਂਸਫਰ ਹੈ ਜਾਂ ਨਹੀਂ, 3 ਟ੍ਰਾਂਜੈਕਸ਼ਨ ਹੋਈ ਜਾਂ ਨਹੀਂ। ਬਸ ਇਹ 3 ਚੀਜ਼ਾਂ ਦੇਖ ਲਓ, ਇਹ ਤੋਂ ਸਾਰੀ ਗੱਲ ਕਲੀਅਰ ਹੋ ਜਾਣੀ। ਪੰਜਾਬੀ 'ਚ ਦੱਸ ਤਿੰਨੇ ਚੀਜ਼ਾਂ। ਓਕੇ ਸਰ, ਪਹਿਲੀ ਚੀਜ਼ ਆ ਵੀ ਇਸ ਚੀਜ਼ ਦਾ ਆਪਾਂ ਸੰਵਿਧਾਨ ਦੇਖ ਲਿਆ ਹੈਗਾ ਵੀ ਇਹ ਜਿਹੜੀ ਚੀਜ਼ ਆ ਕਿਸ ਤਰੀਕੇ ਨਾਲ ਬਣੀ ਹੋਈ। ਮਤਲਬ ਇਹ ਜਿਹੜੀ ਕੰਪਨੀ ਆ, ਫਰਮ ਆ, ਪ੍ਰੋਪਰਾਈਟਰਸ਼ਿਪ ਆ, HUF ਆ, ਇਹ ਕੀ ਆ, ਉਹਦੇ ਮੈਂ ਤੁਹਾਨੂੰ ਦੱਸਦਾ ਦੇਖਣ ਦਾ ਤਰੀਕਾ ਵੀ ਇਹਨੂੰ ਆਪਾਂ ਕਿੱਦਾਂ ਦੇਖ ਸਕਦੇ ਹੈਗੇ ਆ। ਉਹ ਫਾਰਮ ਆਫ ਆਰਗੇਨਾਈਜੇਸ਼ਨ ਆਪਣੀ ਪਤਾ ਲੱਗ ਜੂਗਾ ਵੀ ਇਹ ਕਿਸ ਕਿਸਮ ਦੀ ਇਹ ਐਂਟੀਟੀ ਹੈ। ਨੰਬਰ 2 ਤੇ ਜੇ ਇਸ ਚੀਜ਼ ਦਾ ਪਤਾ ਲੱਗ ਗਿਆ ਤਾਂ ਆਪਾਂ ਨੂੰ ਇਹ ਪਤਾ ਲੱਗ ਜੂਗਾ ਵੀ ਇਹ ਜਿਹੜੀ ਇਹਦੀ ਐਸੈਟਸ ਨੇ, ਇਹਦੀ ਜ਼ਮੀਨ ਜਾਇਦਾਦ ਆ, ਉਹਦਾ ਮਾਲਕ ਕੌਣ ਆ, ਉਹਨੂੰ ਡੀਲ ਕਰਨ ਦੇ ਜਿਹੜੇ ਹੱਕ ਹਕੂਕ ਆ ਉਹ ਕਿਹਦੇ ਕੋਲ ਹੈਗੇ ਆ। ਪਹਿਲੀ ਚੀਜ਼। ਨੰਬਰ 2 ਤੇ ਵੀ ਐਲੀਮੈਂਟ ਆਫ ਟ੍ਰਾਂਸਫਰ ਜਿਹਨੂੰ ਕਹਿੰਦੇ ਆ। ਟ੍ਰਾਂਸਫਰ ਦੀ ਨਾ ਵੈਸੇ ਉਹ ਡੈਫੀਨੇਸ਼ਨ ਜਿਹੜੀ ਆ ਅਦਰਵਾਈਜ਼ ਹੋਰ ਐਕਟਸ ਨਹੀਂ ਦਿੱਤੀ ਹੋਈ। ਇਨਕਮ ਟੈਕਸ ਐਕਟ ਦੀ ਸਾਰੇ ਪਾਸੇ ਲੈਂਦੇ ਟ੍ਰਾਂਸਫਰ ਵਰਡ ਦੀ ਡੈਫੀਨੇਸ਼ਨ, ਉਹ ਮੈਂ ਤੁਹਾਨੂੰ ਪਾ ਵੀ ਦੇਵਾਂਗਾ। ਜਿੰਨੇ ਵੀ ਫਾਈਨੈਂਸ਼ੀਅਲ ਲਾਜ਼ ਆ, ਈਵਨ ED ਵਾਲੇ ਵੀ ਉਹੀ ਡੈਫੀਨੇਸ਼ਨ ਲੈਂਦੇ ਹਮੇਸ਼ਾ ਟ੍ਰਾਂਸਫਰ ਦੀ। ਉਸ ਡੈਫੀਨੇਸ਼ਨ ਦੇ ਮੁਤਾਬਕ ਦੇਖ ਲਿਓ ਵੀ ਦੋਨਾਂ ਪਾਰਟੀਆਂ ਦੇ ਵਿੱਚ ਕੋਈ ਟ੍ਰਾਂਸਫਰ ਹੋ ਰਹੀ ਆ ਜਾਂ ਨਹੀਂ ਹੋ ਰਹੀ। ਉਸ ਡੈਫੀਨੇਸ਼ਨ 'ਚ ABCD 4 ਪੁਆਇੰਟ ਲਿਖੇ ਹੋਏ ਕਲੌਜ਼ਸ, ਉਹਨਾਂ ਕਲੀਅਰ ਹੋ ਜਾਊਗਾ। ਥਰਡ ਥਿੰਗ ਵੀ ਟ੍ਰਾਂਜੈਕਸ਼ਨ ਉਹਨਾਂ ਦੇ ਵਿੱਚ ਕੋਈ ਲੈਣ ਦੇਣ ਆਪਸੀ ਹੋਇਆ ਜਾਂ ਨਹੀਂ ਹੋਇਆ। ਸੋ ਇਹ ਚੀਜ਼ਾਂ ਆਪਾਂ ਦੇਖ ਕੇ ਆਪਾਂ ਨੂੰ ਹਰੇਕ ਟ੍ਰਾਂਜੈਕਸ਼ਨ ਨੂੰ ਜਿੱਥੇ ਪ੍ਰੋਬਲਮ ਆਉਂਦੀ ਆ, ਇਹ 3 ਕਸੌਟੀਆਂ ਤੇ ਆਪਾਂ ਕੱਸ ਕੇ ਇਸ ਚੀਜ਼ ਨੂੰ ਦੇਖ ਸਕਦੇ ਹਾਂ। ਬਲਜਿੰਦਰ ਜਿਹੜਾ ਤੇਰਾ ਕੁਐਸਚਨ ਸੀ ਨਾ ਐਕਸਚੇਂਜ ਨਾਲ ਰਿਲੇਟਡ ਸੀ, ਤਬਾਦਲਾ ਕੋਈ ਵੀ ਦੋ ਪ੍ਰਾਈਵੇਟ ਬੰਦੇ
ਮਤਲਬ ਹਿਊਮਨ ਬੀਇੰਗਸ, ਲੇਡੀਜ਼, ਜੈਂਟਸ, ਕੋਈ ਵੀ ਦੋ ਤੋਂ ਵੱਧ, ਠੀਕ ਹੈ, 2 ਫਰਮ, ਕੋਈ ਵੀ ਫਰਮਾਂ ਜਿਹੜੀਆਂ, ਫਰਮ ਇੱਕ ਬੰਦੇ ਨਾਲ ਜਾਂ ਫਰਮ ਇੱਕ ਕੰਪਨੀ ਨਾਲ, ਹਨਾ। ਤੀਸਰਾ ਇਦਾਂ ਹੀ 2 ਕੰਪਨੀਜ਼ ਜਾਂ ਇੱਕ ਕੰਪਨੀ ਇੱਕ ਇੰਡੀਵਿਜੂਅਲ ਨਾਲ ਜਾਂ ਇੱਕ ਫਰਮ ਨਾਲ ਜਿਹੜਾ ਤਬਾਦਲਾ ਹੈ, ਉਹ ਸਿਰਫ ਆਪਾਂ ਉਹਦੇ ਦੋਵਾਂ ਦਾ ਟਾਈਟਲ ਦੇਖਣਾ ਵੀ ਦੋਨਾਂ ਦੀ ਮਾਲਕੀ ਪਲੱਸ ਦੋਵਾਂ ਕਿਵੇਂ ਜਿਹੜਾ ਕਰਨਾ ਹੈ ਉਹ ਆਥੋਰਾਈਜ਼ਡ ਕਿਵੇਂ ਹੈ। ਤੇ ਤਬਾਦਲੇ ਤੇ ਆਪਾਂ ਆਪਣੀ ਸਟੈਂਪ ਡਿਊਟੀ ਲੈ ਕੇ ਆਪਾਂ ਕਰ ਹੀ ਸਕਦੇ ਹਾਂ, ਉਹਦੇ ਚ ਕੋਈ ਡਾਊਟ ਨਹੀਂ। ਸਿਰਫ ਕੁਐਸਚਨ ਹੈਗਾ ਐਗਜ਼ੈਂਪਸ਼ਨ ਬਾਰੇ ਆਪਾਂ ਕਰ ਰਹੇ ਸੀ ਫਰਮ ਤੇ ਕੰਪਨੀ ਦਾ। ਅਦਰਵਾਈਜ਼ ਕੰਪਨੀ ਜਿਹੜੀ ਹੈ ਉਹ ਇੱਕ ਲੀਗਲ ਐਂਟੀਟੀ ਹੈ, ਜਿਹੜੀ ਫਰਮ ਹੈ ਉਹ ਲੀਗਲ ਐਂਟੀਟੀ ਨਹੀਂ ਹੈ। ਉਹ ਵੈਸਟ ਜਿਵੇਂ ਇਹਨਾਂ ਦੱਸਤਾ ਵੀ ਸਾਰੇ ਪਾਰਟਨਰਸ ਦਾ ਆਪਣਾ ਸ਼ੇਅਰ ਹੁੰਦਾ, ਉਹਦੇ ਤੇ ਐਗਜ਼ੈਂਪਸ਼ਨ ਦਾ ਕੁਐਸਚਨ ਹੈ। ਜਿਹੜੀ ਕੰਪਨੀ, ਉਹਦੇ ਤੇ ਤਾਂ ਐਗਜ਼ੈਂਪਸ਼ਨ ਦਾ ਕੁਐਸਚਨ ਵੀ ਕੋਈ ਨਹੀਂ। ਕੰਪਨੀ ਕਦੀ ਵੀ ਟ੍ਰਾਂਸਫਰ ਡੀਡ ਨਹੀਂ ਕਰ ਸਕਦੀ, ਉਹ ਜਦੋਂ ਕਰੇਗੀ ਉਹ ਸੇਲ, ਗਿਫਟ, ਐਕਸਚੇਂਜ ਕੁਝ ਵੀ ਕਰ ਸਕਦੀ ਹੈ। ਗਿਫਟ ਵੀ ਨਹੀਂ ਕਰ ਸਕਦੀ ਹੋਣੀ ਤਪਨ ਸਰ ਕੰਪਨੀ? ਹੂੰ ਸਰ ਉੱਥੇ ਨੈਚੁਰਲ ਲਵ ਵਾਲੀ ਗੱਲ ਹੀ ਨਹੀਂ ਆਣੀ ਸਰ। ਹਾਂ, ਉੱਥੇ ਸਿਰਫ ਐਕਸਚੇਂਜ ਤੇ ਸੇਲ ਹੀ ਆਏਗੀ ਜੋ ਕਰ ਸਕਦੀ, ਜਿੱਥੇ ਉਹਨਾਂ ਨੇ ਬਿਜ਼ਨਸ ਨਾਲ ਰਿਲੇਟਡ ਕੋਈ ਚੀਜ਼ ਹੋਵੇ। ਵਿਨੇ ਪੁੱਛ ਲਾ ਵੀ ਹੋਰ ਕਿਸੇ ਦੀ ਕੁਐਰੀ, ਤੇ ਮੇਰੇ ਮੁਤਾਬਕ ਅੱਜ ਦਾ ਇੱਥੇ ਹੀ ਕਰੋ। ਮੈਂ ਨਾ ਐਗਰੀਕਲਚਰ ਤੋਂ 2 ਮਿੰਟ ਗੱਲ ਕਰੀਏ ਤੇ ਟਾਈਮ ਲੱਗਣਾ ਆਪਣਾ, ਪਹਿਲੇ ਇਹ ਫਾਈਨਲ ਕਰ ਲਓ ਐਗਜ਼ੈਂਪਸ਼ਨ ਵਾਲਾ। ਹਾਂਜੀ ਵਿਸ਼ਵ ਸਰ, ਪਾਰਟਨਰਸ਼ਿਪ ਫਰਮ ਦੀ ਵੀ ਆਰਟੀਕਲ ਆਫ ਐਸੋਸੀਏਸ਼ਨ ਹੁੰਦਾ ਕਿ ਨਹੀਂ ਹੁੰਦਾ ਸਰ? ਨਹੀਂ ਹੁੰਦਾ ਜੀ, ਨਹੀਂ ਹੁੰਦਾ, ਨਹੀਂ ਹੁੰਦਾ, ਨਹੀਂ ਹੁੰਦਾ, ਨਹੀਂ ਹੁੰਦਾ। ਲੇਟ ਜੁਆਇਨ ਕੀਤਾ ਲੱਗਦਾ ਵਿਸ਼ਵ ਫਰਮ ਦਾ। ਤੇ ਫਰਮ ਦੇ ਵਿੱਚ ਨਾ ਫਰਮ ਬਰੀਫ ਚ ਸੁਣ ਲਾ, ਫਰਮ ਜਿਹੜੀ ਹੈ ਨਾ ਇਹ ਜ਼ਿਆਦਾਤਰ ਰਿਟਨ ਹੁੰਦੀ ਹੈ, ਵੈਸੇ ਜ਼ਰੂਰੀ ਵੀ ਨਹੀਂ ਰਿਟਨ ਹੋਵੇ, ਹਨਾ, ਬਟ ਹੁੰਦੀਆਂ ਨੇ। ਜਿਵੇਂ ਵਿਲ ਹੈ, ਜਿਹੜੀ ਵਿਲ ਜ਼ਰੂਰੀ ਨਹੀਂ ਉਹ ਰਿਟਨ ਹੀ ਹੋਵੇ, ਰਜਿਸਟਰਡ, ਅਨਰਜਿਸਟਰਡ, ਲਿਖਤੀ ਤੇ ਜ਼ੁਬਾਨੀ ਵੀ ਹੋ ਸਕਦੀ ਹੈ। ਬਟ ਜ਼ੁਬਾਨੀ ਲਈ ਤਾਂ ਖਤਮ ਹੋ ਗਈਆਂ ਗੱਲਾਂ, ਵੀ ਜ਼ੁਬਾਨੀ ਨੂੰ ਮੰਨੇਗਾ ਕੌਣ। ਉਦਾਂ ਹੀ ਫਰਮ ਬਾਰੇ ਆ, ਫਰਮ ਜਿਹੜੀ ਹੈ ਰਜਿਸਟਰਡ, ਮਤਲਬ ਲਿਖਤੀ ਤਾਂ ਤਕਰੀਬਨ ਤੁਹਾਨੂੰ 100 ਦੀਆਂ 100 ਹੀ ਮਿਲਣਗੀਆਂ, ਬਟ ਰਜਿਸਟਰਡ ਨਾ ਰਜਿਸਟਰਡ ਹੋਣਾ ਇਹਦਾ ਜ਼ਰੂਰੀ ਨਹੀਂ ਹੈ। ਰਜਿਸਟਰਡ ਵੀ ਹੋ ਸਕਦੀਆਂ, ਅਨਰਜਿਸਟਰਡ ਵੀ ਹੋ ਸਕਦੀਆਂ। ਪਾਰਟਨਰਸ਼ਿਪ ਫਰਮ ਬਣੇਗੀ, ਜੋ ਉਹਦਾ ਲਿਖਤੀ ਖਰੜਾ ਉਹਨੂੰ ਹੀ ਤੁਸੀਂ ਮਤਲਬ ਜੇ ਸ਼ਬਦ ਦੇਣਾ ਤਾਂ ਦੇ ਸਕਦੇ ਹੋ, ਮੈਮੋਰੈਂਡਮ ਆਫ ਐਸੋਸੀਏਸ਼ਨ। ਅਦਰਵਾਈਜ਼ ਇਹਦਾ ਕੋਈ ਮੈਮੋਰੈਂਡਮ ਆਫ ਐਸੋਸੀਏਸ਼ਨ ਜਾਂ ਆਰਟੀਕਲ ਨਹੀਂ ਹੁੰਦਾ। ਇਹਦਾ ਸਿਰਫ ਇੱਕ ਪਾਰਟਨਰਸ਼ਿਪ ਡੀਡ ਲਿਖੀ ਜਾਣੀ ਹੈ। ਜੇ ਉਹ ਰਜਿਸਟਰਡ ਕਰੇਗਾ ਤਾਂ ਉੱਥੇ ਫਾਰਮੈਲਿਟੀਜ਼ ਉਹਦੀਆਂ ਕੰਪਲੀਟ ਹੋ ਜਾਣਗੀਆਂ। ਜਦੋਂ ਉਹਨੂੰ, ਜੇ ਰਜਿਸਟਰਡ ਫਰਮ ਹੈ ਤੇ ਜੇ ਉਹਨਾਂ ਨੇ ਖਤਮ ਕਰਨੀ ਹੈ ਤਾਂ ਜਿਹੜਾ ਡੈਜ਼ੂਲੇਸ਼ਨ ਉਹ ਵੀ ਰਜਿਸਟਰਡ ਹੋਏਗਾ, ਫਿਰ ਉਹ ਆਪਣੇ ਆਪ ਖਤਮ ਨਹੀਂ ਕਰ ਸਕਣਗੇ। ਜੇ ਅਨਰਜਿਸਟਰਡ ਹੈ ਤਾਂ ਉਹਨੂੰ ਖਤਮ ਵੀ ਉਹ ਘਰ ਹੀ ਕਰ ਸਕਦੇ, ਜਿਵੇਂ ਉਹੀ ਸਾਰਿਆਂ ਦੇ ਸਾਈਨ ਹੋ ਜਾਣਗੇ। ਇੱਕ ਚੰਨੀ ਸਾਹਿਬ ਵਾਲਾ ਰਹਿ ਗਈ ਗੱਲ, ਜਿਹੜਾ ਇੱਕ ਪਾਰਟਨਰ ਦੀ ਡੈਥ ਹੋ ਜਾਏ ਤੇ ਫਰਮ ਦਾ ਕੀ ਬਣੇਗਾ? ਓਕੇ, ਇਹ ਦਿਓ ਤਾਂ ਜਵਾਬ। ਓਕੇ ਜੀ, ਓਕੇ ਜੀ। ਇਹ ਜਿਹੜਾ ਹੈ ਮੈਂ ਐਜ਼ਿਊਮ ਕਰਕੇ ਚੱਲ ਰਿਹਾ ਵੀ ਇੱਕ ਫਰਮ ਸੀ, ਉਹਦੇ ਵਿੱਚ ਜੋ ਹੀ ਪਾਰਟਨਰ ਸੀਗੇ ਤੇ 2 ਪਾਰਟਨਰਸ ਦੇ ਵਿੱਚੋਂ ਇੱਕ ਪਾਰਟਨਰ ਦੀ ਡੈਥ ਹੋ ਗਈ, ਤੇ ਬਾਕੀ ਜਿਹੜਾ ਹੁਣ ਫਰਮ ਦਾ ਕੀ ਬਣੂਗਾ? ਮੇਰੇ ਖਿਆਲ ਨਾਲ ਇਹ ਕੁਐਸਚਨ ਹੈਗਾ, ਇਹੀ ਕੁਐਸਚਨ ਹੈਗਾ। ਸੋ ਇਹਦੇ ਵਿੱਚ ਕੀ ਆ, ਫਿਰ ਆਪਾਂ ਉਸੇ ਗੱਲ ਤੇ ਆਣਾ, ਪਾਰਟਨਰਸ਼ਿਪ ਡੀਡ ਦੇਖਾਂਗੇ, ਉੱਥੇ ਵਰਡ ਲਿਖਿਆ ਹੋਣਾ ਪਾਰਟਨਰਸ਼ਿਪ ਇਜ਼ ਐਟ ਵਿਲ, ਤੇ ਉਹਦੇ ਨਾਲ ਹੀ ਫਿਰ ਇਹ ਵੀ ਲਿਖਿਆ ਹੋਣਾ ਕਿ ਇਨ ਕੇਸ ਆਫ ਡੈਥ। ਮੈਂ 2 ਕੇਸਿਸ ਲੈ ਕੇ ਚੱਲਦਾ, ਜਿੱਥੇ ਤਾਂ ਸਾਰੀ ਚੀਜ਼ ਡਾਕੂਮੈਂਟਡ ਹੈ, ਜਿੱਥੇ ਨਹੀਂ ਹੈਗੀ। ਤੁਸੀਂ ਡੀਡ ਦੇਖੋਗੇ, ਉਹਦੇ ਵਿੱਚ ਲਿਖਿਆ ਹੋਣਾ ਵੀ ਇਹ ਇਸ ਤਰ੍ਹਾਂ ਮਤਲਬ ਕਰਕੇ। ਜੇ ਇਨ ਕੇਸ ਨਹੀਂ ਲਿਖਿਆ ਹੋਇਆ ਵੀ ਉਹਦੇ ਵਿੱਚ ਕੁਝ ਨਹੀਂ ਲਿਖਿਆ ਵੀ ਇੱਕ ਪਾਰਟਨਰ ਦੀ ਡੈਥ ਹੋ ਗਈ, ਤਾਂ ਫੇਰ ਕੀ ਹੋਊਗਾ? ਫੇਰ ਕੀ ਹੋਊਗਾ, ਉਹ ਪਾਰਟਨਰਸ਼ਿਪ ਆਟੋਮੈਟਿਕਲੀ ਡਿਸੋਲਵ ਸਮਝੀ ਜਾਊਗੀ। ਆਟੋਮੈਟਿਕਲੀ ਜੇ ਡਿਸੋਲਵ ਹੋ ਗਈ ਤੇ ਜਿੰਨਾ ਸ਼ੇਅਰ ਪਾਰਟਨਰਸ਼ਿਪ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇੱਕ ਹੁੰਦੀ, ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਜੇ ਤਾਂ ਦਿੱਤੀ ਆ ਵੈਲ ਐਂਡ ਗੁੱਡ, ਫਿਰ ਉਹ ਰੇਸ਼ੋ ਨੂੰ ਬੇਸ ਮੰਨਾਂਗੇ। ਜੇ ਨਹੀਂ ਦਿੱਤੀ ਫਿਰ ਆਪਾਂ 50-50 ਮੰਨ ਲਾਂਗੇ। ਉਸ ਰੇਸ਼ੋ ਦੇ ਵਿੱਚ ਜਿੰਨੇ ਉਹਨਾਂ ਦੇ ਐਸੈਟਸ ਹੈਗੇ ਆ, ਉਹ ਇਧਰੋਂ ਤਾਂ ਪਾਰਟਨਰ ਦੇ ਇੱਕ ਦੇ ਨਾਂ ਤੇ ਚੜ ਜਾਊਗਾ, ਦੂਜੇ ਦੇ ਕੇਸ ਦੇ ਵਿੱਚ ਦੂਜੇ ਦੇ ਨਾਂ ਤੇ ਚੜ ਕੇ ਉਹਦੀ ਵਿਰਾਸਤ ਚੜ ਜਾਊਗੀ। ਵਿਰਾਸਤ ਜਿਹੜੀ ਉਹ ਸਿੰਪਲ ਚੜੇਗੀ, ਨੈਚੁਰਲ ਇਨਹੈਰੀਟੈਂਸ ਜੀ ਜੀ ਜਾਂ ਵਿਲ ਜੋ ਵੀ ਹੋਏਗੀ ਉਹਦੇ ਅਕੋਰਡਿੰਗ ਉਹ ਵਿਰਾਸਤ ਵਾਲਾ ਪ੍ਰੋਸੀਜਰ ਹੋ ਜਾਏਗਾ ਉਸ ਕੇਸ ਦੇ ਵਿੱਚ। ਚੰਨੀ ਸਾਹਿਬ ਦੱਸੋ ਕੀ ਕੁਐਸਚਨ ਸੀ ਇਸ ਤੋਂ ਅੱਗੇ? ਆਈ ਥਿੰਕ ਚੰਨੀ ਸਾਹਿਬ ਸਰ ਲੈਫਟ ਕਰ ਗਏ ਸ਼ਾਇਦ, ਤੇ ਬਾਕੀ ਸਰ ਹੋਰ ਵੀ ਆਪਣੇ ਨਾਲ ਕਾਫੀ, ਬਲਜਿੰਦਰ ਸਿੰਘ ਜੀ ਨੇ,
ਐਂਟੀ ਗੁਰਪ੍ਰੀਤ ਕੌਰ ਨੇ, ਬੋਬੀਜ਼ ਗੈਲੈਕਸੀ ਹਾਂ ਜੇ ਕਿਸੇ ਦੀ ਕੋਈ ਕੁਐਰੀ ਹੈਗੀ ਕਿਸੇ ਦੀ ਪੁੱਛ ਲਓ, ਕੋਈ ਨਹੀਂ query ਤਾਂ NRI ਐਂਡ ਐਗਰੀਕਲਚਰ ਤੇ 5 ਮਿੰਟ ਲਾਉਣੇ ਆ, ਫਿਰ ਉਹ ਵਿੱਚ ਰਲਾ ਮਲਾ ਜਾ ਹੋ ਜਾਂਦਾ। ਅਮੀਸ਼ ਜੀ, ਅਨਿਲ ਸ਼ਰਮਾ ਜੀ, ਲక్ష్మణ ਸਿੰਘ ਜੀ। ਚਲੋ ਕਿਸੇ ਦੀ ਕੁਐਰੀ ਨਹੀਂ ਹੈ ਤਾਂ ਉਹ ਤਾਂ ਕੋਈ ਬੋਲ ਨਹੀਂ ਰਿਹਾ ਤਾਂ। ਅੱਛਾ ਤਪਨ, ਹੁਣ ਮੇਰੇ ਕੋਲ ਨਾ ਮੈਨੂੰ ਅਕਸਰ ਹਾਂਜੀ ਹਾਂਜੀ ਬੋਲੋ, ਕੌਣ ਬੋਲ ਰਿਹਾ? ਕੋਈ ਕਹਿਣਾ ਚਾਹੁੰਦੇ ਸਰ? ਕੋਈ ਕੁਝ ਨਾਲ ਕੋਈ ਬੋਲ ਰਿਹਾ ਵਿੱਚ ਕੁਝ? ਸਰ ਆਪਾਂ ਕੰਟੀਨਿਊ ਕਰ ਲੈਨੇ, ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਥੋੜਾ ਜਿਹਾ ਫ੍ਰੀਕੁਐਂਸੀ ਨਾ ਹੋ ਗਈ। ਤਪਨ ਮੈਂ ਜਿਹੜਾ ਮੇਰੇ ਕੋਲ ਨਾ ਆਪਣੇ ਕਿਸੇ ਨਾ ਕਿਸੇ ਮੈਂਬਰ ਦਾ ਫੋਨ ਹਰ ਦੂਜੇ ਦਿਨ ਆ ਜਾਂਦਾ ਵੀ NRI ਹੈ ਜੀ, ਉਹ ਐਗਰੀਕਲਚਰ ਲੈ ਸਕਦਾ, ਵੇਚ ਸਕਦਾ ਕਿ ਨਹੀਂ। ਮੇਰੀ ਆਪਣੀ ਇੱਕ ਆਮ ਵੈਰੀ ਮਚ ਫੈਮਿਲੀਅਰ ਵਿਦ 2014 ਵਾਲੀਆਂ ਵੀ ਜਿਹੜੀਆਂ ਨੇ, 2019 ਮੈਂ ਨਹੀਂ ਵੇਖਿਆ ਵੈਸੇ, ਜਿਹੜੀਆਂ ਤੁਸੀਂ ਕਹਿ ਰਹੇ ਹੋ ਆਈਆਂ, ਇਹ ਸਗੋਂ ਸ਼ੇਅਰ ਵੀ ਕਰ ਦਿਓ, ਮੈਂ ਜਿਹੜੇ ਆਪਣੇ ਕੰਪੈਂਡੀਅਮ ਚ ਵੀ ਪਾ ਦਿਆਂਗਾ। ਦੂਜੀਆਂ ਤਾਂ ਮੇਰੇ ਕੋਲ ਹੈ ਸੀ, ਤੇ ਇਹਦੇ ਵਿੱਚ ਮੈਂ ਤਾਂ ਅੱਜ ਤੱਕ ਕਿਸੇ ਦੀ ਨਹੀਂ ਰੋਕੀ। ਮੈਨੂੰ ਇਹ ਆ ਵੀ ਜਦੋਂ ਤੱਕ ਆਪਣੇ ਡਿਪਾਰਟਮੈਂਟ ਵੱਲੋਂ ਨਹੀਂ ਆਉਂਦਾ, ਤੇ ਇਹ ਖਾਸ ਕਰਕੇ ਜਿਵੇਂ ਜਿੱਥੇ ਤੁਹਾਡਾ ਫਲੋਰ ਹੀ ਹੈ, NRI ਬੈਲਟਾਂ ਨੇ ਜਿਹੜੀਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਜਿਹੜਾ ਇਹ ਵਿਚਲਾ ਏਰੀਆ, ਵੀ ਇੱਥੇ ਤਾਂ ਇਹ ਆਪਣੀਆਂ ਆਲਮੋਸਟ ਸਾਰੀਆਂ ਹੀ ਜਿਹੜੀਆਂ ਟ੍ਰਾਂਜੈਕਸ਼ਨ ਖਤਮ ਹੋ ਜਾਣਗੀਆਂ ਜੇ ਆਪਾਂ NRIs ਨੂੰ ਬਲੌਕ ਕਰ ਦਿੱਤਾ ਵੀ ਉਹ ਸੇਲ ਜਾਂ ਟ੍ਰਾਂਸਫਰ ਨਹੀਂ ਕਰ ਸਕਦੇ। ਤੇ ਮੈਂ ਤਾਂ ਨਹੀਂ ਅੱਜ ਤੱਕ ਰੋਕੀ, ਔਰ ਮੈਂ ਜਿਹੜਾ ਵੀ ਮੈਨੂੰ ਪੁੱਛਦਾ ਮੈਂ ਤਾਂ ਕਹਿ ਦਿੰਦਾ ਕਰ ਦੋ। ਦੋ ਆਮ ਮਤਲਬ ਫੈਮਿਲੀਅਰ ਵਿਦ ਦਾ ਫੇਮਾ ਡਾਇਰੈਕਸ਼ਨਸ, ਤੇ ਉਹ ਆਪਾਂ ਨੂੰ ਕਰਮੇ ਵੀ ਡਿਪਾਰਟਮੈਂਟ ਵੱਲੋਂ 2014 ਚ ਵੀ ਹੋਈਆਂ ਸੀ, 19 ਚ ਤਾਂ ਸ਼ਾਇਦ ਨਹੀਂ ਹੋਈਆਂ। ਬਟ ਇਹ ਆ ਵੀ ਜਾਂ ਤਾਂ ਇਹਦੇ ਤੇ ਮੇਰੀ ਜੋ ਸੋਚ ਹੈ ਵੀ ਆਪਾਂ ਇਹਨਾਂ ਕੋਲੋਂ ਕਲੈਰਿਟੀ ਮੰਗ ਲਈਏ, ਰੈਫਰੈਂਸ ਲੈ ਲਈਏ। ਪਰ ਹਾਂ ਤੁਸੀਂ ਕੀ ਕਰਦੇ ਹੋ, ਤੁਸੀਂ ਆਪਣਾ ਦੱਸ ਦਿਓ ਸਾਰੇ ਕੀ ਕਰਦੇ ਆ, ਮੈਂ ਤਾਂ ਕਰੀ ਜਾਣਾ। ਮੈਂ ਨਾ ਇਹਨੂੰ ਸਰ, ਕਿਉਂਕਿ ਸਾਰਿਆਂ ਲਈ ਇੱਕ ਚੀਜ਼ ਨਵੀਂ ਆ, ਬਸ 5 ਮਿੰਟ ਲੱਗਣੇ ਆ, ਮੈਂ ਇਹਨੂੰ ਥੋੜਾ ਜਿਹਾ ਫੇਰ ਦੱਸਣ ਲੱਗਿਆ। ਪਹਿਲੀ ਗੱਲ ਆ ਗਈ NRI ਸੇਲ ਕਰ ਸਕਦਾ ਜਾਂ ਨਹੀਂ ਕਰ ਸਕਦਾ। ਹੁਣ ਸੇਲ ਕਰ ਸਕਦਾ ਜੀ, ਬਿਲਕੁਲ ਕਰ ਸਕਦਾ ਹੈਗਾ। NRI ਫੋਰਨ ਨੈਸ਼ਨਲੀ ਨਹੀਂ ਮੈਂ ਗੱਲ ਕਰਦਾ, ਅੰਗਰੇਜ਼ ਦੀ ਗੱਲ ਨਹੀਂ ਕਰਦਾ, ਆਪਣੇ ਉਹ ਕੇਸ ਹੀ ਬਹੁਤ ਟਾਵਾਂ ਆਉਣਾ। ਜੇ ਆਊਗਾ ਮੇਰੇ ਨਾਲ ਡਿਸਕਸ ਕਰ ਲਈ, ਉਹ ਮੈਂ ਦੇਖ ਕੇ ਤੁਹਾਨੂੰ ਦੱਸ ਦੂੰਗਾ। ਹੁਣ ਆ ਜਾਂਦਾ ਹੈ ਵੀ NRI ਸੇਲ ਕਰ ਸਕਦਾ ਜੀ, ਬਿਲਕੁਲ ਕਰ ਸਕਦਾ। ਐਗਰੀਕਲਚਰ ਲੈਂਡ ਵੀ ਕਰ ਸਕਦਾ ਹੈ, ਦੂਸਰਾ ਵੀ ਕਰ ਸਕਦਾ ਹੈ, ਇੰਡੀਅਨ ਨੂੰ ਕਰ ਸਕਦਾ, ਰੈਜ਼ੀਡੈਂਟ ਨੂੰ ਕਿਸੇ ਨੂੰ ਵੀ ਉਹ ਕਰ ਸਕਦਾ ਹੈਗਾ। ਸੋ ਇਹਦੇ 'ਚ ਤਾਂ ਕੋਈ ਪ੍ਰੋਬਲਮ ਨਹੀਂ ਆ, ਬਸ ਉਹ TDS ਵਾਲਾ ਮੈਟਰ ਸੀ, ਉਹ ਆਪਾਂ ਦੇਖ ਲਵਾਂਗੇ। ਕੰਪਲਾਈਂਸ ਵੀ ਉਹਦੇ ਵਿੱਚ ਕਰ ਲੈਂਦੇ ਆ ਮੋਸਟਲੀ। ਚਲੋ ਇਹ ਪੁਆਇੰਟ ਖਤਮ ਹੋ ਗਿਆ। ਸੈਕੰਡ ਪੁਆਇੰਟ ਵੀ NRI ਲੈਂਡ ਪਰਚੇਜ਼ ਕਰ ਸਕਦਾ ਜਾਂ ਨਹੀਂ ਕਰ ਸਕਦਾ। ਇੱਕ ਤਪਨ ਇੱਥੇ ਜਿਹੜਾ NRI ਐਂਡ TDS, ਜਿਹੜਾ TDS NRI ਦਾ ਵੀ ਐਗਰੀਕਲਚਰ ਤੇ ਲੱਗਣਾ ਜਾਂ ਉਹ ਵੀ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਵਗੈਰਾ ਤੇ ਲੱਗਣਾ? ਸਰ ਉਹਦੇ ਵਿੱਚ ਨਾ ਐਕਚੁਅਲੀ ਜਿਹੜਾ ਵਰਡ ਯੂਜ਼ ਕੀਤਾ ਆ, ਉਹਨੇ ਯੂਜ਼ ਕੀਤਾ ਹੈਗਾ ਵੀ ਫॉर ਮੇਕਿੰਗ ਐਨੀ ਪਰਸਨ ਰਿਸਪੌਂਸਿਬਲ ਫॉर ਮੇਕਿੰਗ ਐਨੀ ਪੇਮੈਂਟ ਟੂ ਐਨ NRI, ਇਹ ਵਰਡ ਸਰ ਯੂਜ਼ ਕੀਤਾ ਹੈ। ਓਕੇ, ਇਹ ਤਾਂ ਫਿਰ ਸਾਰਿਆਂ ਤੇ ਲੱਗਣਾ ਚਾਹੀਦਾ। ਹਾਂਜੀ, 1 ਮਿੰਟ ਮੇਰੇ ਕੋਲ ਆ ਨੋਟੀਫਿਕੇਸ਼ਨ ਪਈ ਹੋਈ ਹੈ। ਤੁਸੀਂ ਅਦਰਵਾਈਜ਼ ਦੂਜਾ ਐਕਸਪਲੇਨ ਕਰ ਲਓ, ਇਹ ਆਪਾਂ ਬਾਅਦ ਚ ਡਿਸਕਸ਼ਨ ਕਰਕੇ ਫਿਰ ਆਪਾਂ ਹੁਣ ਗੱਲ ਕਰਦੇ ਪਏ ਸੀ ਵੀ NRI ਦੀ ਸੇਲ ਵਾਲਾ ਮੈਟਰ ਤਾਂ ਕਲੀਅਰ ਹੋ ਗਿਆ। ਪਰਚੇਜ਼ ਵਾਲੀ ਗੱਲ ਕਰੀਏ, ਪਰਚੇਜ਼ ਦੇ ਵਿੱਚ ਰੈਜ਼ੀਡੈਂਸ ਵਾਲੀ ਪ੍ਰਾਪਰਟੀ ਪਰਚੇਜ਼ ਕਰ ਸਕਦਾ। ਐਗਰੀਕਲਚਰ ਪ੍ਰਾਪਰਟੀ, ਇੱਕ ਹੁੰਦੀ ਐਗਰੀਕਲਚਰ, ਇੱਕ ਹੁੰਦੀ ਪਲਾਂਟੇਸ਼ਨ ਆਪਣੇ ਇੱਥੇ ਹੈ ਨਹੀਂ। ਉਹ ਜਿੱਦਾਂ ਟੀ ਪਲਾਂਟੇਸ਼ਨ ਆ, ਰਬੜ ਪਲਾਂਟੇਸ਼ਨ ਆ, ਉਹ ਆਪਣੇ ਤਾਂ ਨਹੀਂ ਹੈ। ਐਗਰੀਕਲਚਰ ਪ੍ਰਾਪਰਟੀ NRI ਪਰਚੇਜ਼ ਨਹੀਂ ਕਰ ਸਕਦਾ, ਕੈਸ਼ ਦੀ ਟ੍ਰਾਂਜੈਕਸ਼ਨ ਨਾਲ ਪਰਚੇਜ਼ ਨਹੀਂ ਕਰ ਸਕਦਾ। ਉਹ ਮੈਂ ਕਦੀ ਕੋਈ ਰਜਿਸਟਰੀ ਇਦਾਂ ਦੀ ਨਹੀਂ ਕੀਤੀ ਹੈਗੀ। ਸੈਕੰਡ ਗੱਲ ਆ ਜਾਂਦੀ ਆ, ਜਿਹੜੀ NRIs ਨੇ ਬਟ ਉਹ ਪ੍ਰਾਪਰਟੀ ਜਿਹੜੀ ਹੈਗੀ ਬਲੱਡ ਰਿਲੇਸ਼ਨ 'ਚ ਟ੍ਰਾਂਸਫਰ ਕਰਦੇ ਪਏ। ਮੈਂ ਸਰ ਉਹਦੇ ਵਿੱਚ ਉਹੀ ਰਿਕੁਐਸਟ ਕੀਤੀ ਸੀਗੀ ਕਿ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ ਫੇਮਾ ਦੀਆਂ, ਉਹ ਮੋਸਟਲੀ ਹੈ ਤਾਂ ਪੁਰਾਣੀ ਵਾਲਿਆਂ ਨੂੰ ਹੀ ਥੋੜਾ ਮੋਲਡ ਕੀਤਾ ਹੋਇਆ। ਪੁਰਾਣੀ ਵਾਲੀ ਤੁਸੀਂ ਗੱਲ ਕਰਦੇ, ਉਹ ਵੀ ਠੀਕ ਹੈ ਸਰ। ਉਹਦੇ ਵਿੱਚ ਸਵਾਲ ਇਹ ਆ ਜਾਂਦਾ ਵੀ ਕਰ ਸਕਦਾ ਜਾਂ ਨਹੀਂ ਕਰ ਸਕਦਾ। ਹੁਣ ਗਿਫਟ, ਇਹ ਐਬਸੋਲਿਊਟ ਗਿਫਟ ਵੀ ਨਹੀਂ ਹੈ, ਕਿਉਂਕਿ ਗਿਫਟ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਆ, ਇੱਕ ਐਬਸੋਲਿਊਟਨੈਸ ਦੀ ਗੱਲ ਆ ਜਾਂਦੀ ਆ, ਪਰ ਆਪਾਂ ਜਿਹੜੀ ਟ੍ਰਾਂਸਫਰ ਡੀਡ ਲਿਖਾਉਂਦੇ ਆ ਉਹਦੇ ਵਿੱਚ ਉਹ ਰਿਵੋਕੇਬਲ ਹੈ, ਕੰਸੀਡਰਿੰਗ ਦਾ ਪ੍ਰੋਵੀਜ਼ਨਸ ਆਫ ਦਿਸ ਸੀਨੀਅਰ ਸਿਟੀਜ਼ਨ ਐਕਟ, ਸੋ ਦਿਸ ਇਜ਼ ਨਾਟ ਐਬਸੋਲਿਊਟ। ਸੋ ਇਹਨੂੰ ਗਿਫਟ ਦੀ ਕਲੌਜ਼ 'ਚ ਕਵਰ ਨਹੀਂ ਹੋ ਰਿਹਾ। ਇਨਹੈਰੀਟੈਂਸ ਜਿਹੜਾ NRI ਆ, ਉਹ ਇਨਹੈਰੀਟੈਂਸ ਦੇ ਵਿੱਚ ਉਹਨੂੰ ਪ੍ਰਾਪਰਟੀ ਰਿਸੀਵ ਹੋ ਸਕਦੀ ਹੈ। ਦੋ ਥਰਡ ਥਿੰਗ, ਜਿਹੜਾ ਫੇਮਾ ਐਕਟ ਆ, that is in particularly related to transactions,
ਮਨੀ ਇਨਵੋਲਵਡ ਵੇਅਰ ਮਨੀ ਇਜ਼ ਇਨਵੋਲਵਡ। ਹੁਣ ਇਸ ਕੇਸ ਦੇ ਵਿੱਚ ਉਹ ਮਨੀ ਇਨਵੋਲਵਡ ਵੀ ਨਹੀਂ ਹੁੰਦੀ, ਬਟ ਜਿਹੜਾ ਐਕਸਪਲਿਸਿਟਲੀ ਕੋਈ ਪ੍ਰੋਵੀਜ਼ਨ ਨਹੀਂ ਆ ਵੀ ਉਹ ਟ੍ਰਾਂਸਫਰ ਕਰਨ ਦੀ ਪਰਮਿਸ਼ਨ ਹੈ ਜਾਂ ਨਹੀਂ ਹੈ। ਸੋ देयर इज अ सेंस ऑफ डाउट। बल्कि मैं कहूँगा कि इस चीज़ ਨੂੰ ਡੈਫੀਨਿਟਲੀ ਰੈਫਰੈਂਸ ਬਣਾ ਕੇ ਭੇਜ ਦੇਣਾ ਚਾਹੀਦਾ ਵੀ ਗਵਰਨਮੈਂਟ ਆਰਬੀਆਈ ਤੋਂ ਇਹਦੀ ਕੋਈ ਗਾਈਡੈਂਸ ਲੈ ਲਵੇ। ਮੈਂ ਹਾਲਾਂਕਿ ਇੱਥੇ ਕੋਈ ਰੋਕੀ ਨਹੀਂ ਆ ਇਸ ਚੀਜ਼ ਨੂੰ। ਮੈਂ ਟ੍ਰਾਂਸਫਰ ਡੀਡਸ ਜਿਹੜੀ ਐਨਆਰਆਈ ਜਿੱਥੇ ਰਿਸੀਪੀਐਂਟ ਹੈਗਾ ਆ ਪ੍ਰਾਪਰਟੀ ਦਾ ਐਗਰੀਕਲਚਰ ਲੈਂਡ ਦਾ, ਉਹ ਵੀ ਮੈਂ ਕੀਤੀਆਂ ਹੈਗੀਆਂ ਰਜਿਸਟਰਡ ਐਂਡ ਉਹਦੇ ਚ ਐਗਜ਼ੰਪਸ਼ਨ ਵੀ ਦਿੱਤੀ ਹੈਗੀ ਹੈ। ਮਤਲਬ ਜਿਹੜੀ ਪਰਚੇਜ਼ ਤੇ ਲਿਮਿਟੇਸ਼ਨਸ ਨੇ ਆਪਣੇ ਮੁਤਾਬਕ, ਪਰਚੇਜ਼ ਵਾਲਾ ਦੇਖਿਆ ਜਾਵੇ, ਜੇ ਸੇਲ ਕਰਦਾ ਟ੍ਰਾਂਸਫਰ ਉਹ ਤਾਂ ਚਲੋ ਕਰੀ ਜਾ ਰਿਹਾ। ਹਾਂਜੀ, ਟ੍ਰਾਂਸਫਰ ਨੂੰ ਕੋਈ ਐਸੀ ਗੱਲ ਨਹੀਂ ਹੈਗੀ, ਸੌਰੀ ਸੇਲ ਨੂੰ ਤਾਂ ਕੋਈ ਗੱਲ ਹੀ ਨਹੀਂ ਹੈਗੀ ਬਿਲਕੁਲ ਵੀ, ਪਰ ਯੈਸ ਪਰਚੇਜ਼ ਜਿਹੜੀ ਆ ਉਹ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਜੇ ਉਹ ਸੇਲ ਕਰੇਗਾ ਜਿੱਥੇ ਫਿਰ ਆਰਬੀਆਈ ਇਨਵੋਲਵ ਨਹੀਂ ਹੋਏਗਾ, ਉਹ ਪੈਸਾ ਤਾਂ ਫਿਰ ਅਲਟੀਮੇਟਲੀ ਕਿਤੇ ਨਾ ਕਿਤੇ ਟ੍ਰਾਂਸਫਰ ਹੋਣਾ। ਸਰ ਸੇਲ ਜਿਹੜੀ ਹੈ ਮੈਂ ਦੱਸਦਾ ਜੀ, ਸੇਲ ਉਹ ਸਿਰਫ ਰੈਜ਼ੀਡੈਂਟ ਨੂੰ ਕਰ ਸਕਦਾ, ਰੈਜ਼ੀਡੈਂਟ ਨੂੰ ਕਰਦਾ ਆ ਤੇ ਉੱਥੇ ਜਿਹੜਾ ਆ ਫੈਮਾ ਵਾਲੀ ਪ੍ਰੋਵੀਜ਼ਨਸ ਉਹ ਆਟੋਮੈਟਿਕਲੀ ਅਪਲਾਈ ਨਹੀਂ ਕਰਨੀਆਂ ਹੈਗੀਆਂ। ਨਹੀਂ, ਸੇਲ ਤਾਂ ਕਰੇਗਾ ਤਾਂ ਚਲੋ ਰੈਜ਼ੀਡੈਂਟ ਉਹਨੂੰ ਪੈਸੇ ਦੇ ਦੇਗਾ ਜਿਹੜਾ ਰੈਜ਼ੀਡੈਂਟ, ਬਟ ਉਹ ਪੈਸੇ ਦਾ ਗੱਲ ਤਾਂ ਆ ਫਿਰ ਉਹ ਮਤਲਬ ਪੈਸਾ ਤਾਂ ਉਹ ਮਤਲਬ ਲੈ ਕੇ ਜਾਏਗਾ ਨਾ, ਹੀ ਵਿਲ ਟੇਕ ਅਵੇ। ਨਹੀਂ ਪੈਸਾ ਸਰ ਜਿਹੜਾ ਸੇਲ ਉਹਨੇ ਕੀਤੀ ਹੈਗੀ ਆ, ਪੈਸਾ ਜਿਹੜਾ ਲੈ ਕੇ ਜਾਊਗਾ ਉਹਦਾ ਸਰ ਉਹਦੀਆਂ ਅਲੱਗ ਹੈਗਾ ਨਾ ਪ੍ਰੋਵੀਜ਼ਨ ਵੀ ਉਹਨੇ ਕਿਹੜੇ ਅਕਾਊਂਟ 'ਚ ਜਮ੍ਹਾਂ ਕਰਾਉਣੀ ਹੈ। ਨਾਲੇ ਇਹਦੇ ਵਿੱਚ ਜਿੰਨਾ ਟ੍ਰਾਂਜੈਕਸ਼ਨ ਆ ਉਹ ਆਪਾਂ ਪਹਿਲਾਂ ਹੀ ਅਸਿਊਮ ਕਰਦੇ ਪਏ ਆ ਵੀ 20,000 ਤੋਂ ਉੱਤੇ ਜਿੰਨੀ ਆ ਉਹ ਕੈਸ਼ ਦੇ ਥਰੂ ਹੋਣੀ ਨਹੀਂ ਹੋਏਗੀ। ਸੋ ਉਹਦੇ ਵਿੱਚ ਇਹਨਾਂ ਨੂੰ ਰਿਸਟ੍ਰਿਕਸ਼ਨਸ ਉਹ ਅਲੱਗ ਸਰਕੂਲਰ ਤੋਂ ਲਾਈਆਂ ਹੁੰਦੀਆਂ ਵੀ ਐਨਆਰਓ ਅਕਾਊਂਟ 'ਚ ਕਰਾਉਣੀਆਂ ਆ, ਐਫਸੀ ਐਨਆਰਆਈ 'ਚ ਨਹੀਂ ਕਰਾਉਣੀਆਂ। ਜਿਹੜਾ ਜਿੱਦਾਂ ਵੀ ਜੋ ਹੈਗਾ ਉਹ ਮੈਂ ਤੁਹਾਨੂੰ, ਵੈਸੇ ਮੇਰੇ ਕੋਲ ਇਸ ਟਾਈਮ ਇਨ ਹੈਂਡ ਨਹੀਂ ਹੈਗੀਆਂ। ਜਿਹੜੀ ਆ ਸੀ ਨਾ ਕੈਸ਼ ਵਾਲੀ ਗੱਲ, ਮੈਂ ਦੇਖਿਆ ਹੁਣ ਮੇਰੇ ਕੋਲ ਪਾਰਟਿਕੂਲਰ ਮੇਰੇ ਕੋਲ ਤੇ ਜਗਸੀਰ ਕੋਲ 50% ਈਸਟ ਵਿੱਚ, ਮੇਰੇ ਕੋਲ 90% ਤੇ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹ ਸਾਰੀਆਂ ਹੀ 40 ਗਜ 50 ਗਜ ਤੇ ਸਾਰੇ ਹੀ ਹੈਗੇ ਨੇ ਜਿਹੜੇ ਲੇਬਰ ਜਿਹੜੀ ਆ ਕੀ ਕਹਿ ਲੋ ਮਤਲਬ ਆ ਆਪਣੀ ਲੇਬਰ ਕਲਾਸ ਸਾਰੀ ਜਿਹੜੀ ਬਾਹਰ ਲਈ ਹੈ, ਬਿਹਾਰ ਵਾਲੇ ਦੂਜੇ ਮਾਈਗ੍ਰੈਂਟਸ ਜਿਹੜੇ, ਤੇ ਕਿਸੇ ਕੋਲ ਵੀ ਅਕਾਊਂਟ ਨਹੀਂ। ਮੈਂ ਸ਼ੁਰੂ ਚ ਜਦੋਂ ਇੱਥੇ ਆਇਆ ਪੰਗਾ ਜਿਹਾ ਲਿਆ, ਉਹ ਚੀਕ ਝਾੜਾ ਪੈ ਗਿਆ। ਮੈਂ ਅਲਟੀਮੇਟਲੀ ਉਸ ਚੀਜ਼ ਨੂੰ ਦੇਖਣਾ ਹੀ ਛੱਡ ਦਿੱਤਾ ਵੀ 20,000 ਕਰ ਰਿਹਾ ਕਿ 50,000 ਕਰ ਰਿਹਾ ਕਿ 2 ਲੱਖ ਕੈਸ਼ ਲੈ ਰਿਹਾ। ਗੱਲ ਐਨਆਰਆਈਜ਼ ਆ ਗਿਆ, ਫਿਰ ਇਹਦਾ ਮਤਲਬ ਇਹ ਹੈ ਵੀ ਉਹਦੀ ਇਹ ਜ਼ਰੂਰ ਦੇਖਿਆ ਜਾਵੇ ਵੀ ਉਹ ਪੈਸੇ ਦੀ ਟ੍ਰਾਂਜੈਕਸ਼ਨ ਕਿਸ ਫਾਰਮ ਚ ਹੋ ਰਹੀ ਤੇ ਇੱਕ ਸਰ ਜਿਹੜੀ ਆ ਸਾਰੀ ਗੱਲ ਕਰ ਰਹੇ ਸੀਗੇ ਵੀ ਚਲੋ ਐਨਆਰਆਈਜ਼ ਦੀ ਵੀ ਗੱਲ ਜਾਂ ਅਦਰਵਾਈਜ਼ ਵੀ ਜੇ ਹੋਵੇ ਜਿਹੜੀ ਆ ਰਿਸਟ੍ਰਿਕਸ਼ਨ ਕਿ 20,000 ਤੋਂ ਉੱਤੇ ਆਪਾਂ ਕੈਸ਼ ਨਹੀਂ ਲੈਣਾ ਹੈਗਾ। ਸੋ ਵਿਨੇ ਜੀ ਕਾਈਂਡਲੀ ਰਿਕਾਰਡਿੰਗ ਬੰਦ ਕਰੋਗੇ ਇਸ ਟਾਈਮ? ਕਾਈਂਡਲੀ ਰਿਕਾਰਡਿੰਗ ਬੰਦ ਕਰੋਗੇ? ਹਾਂਜੀ, ਮੈਂ ਇਹਨੂੰ ਕਰ ਦਿੰਦਾ, ਹਾਂਜੀ ਪੋਜ਼ ਕਰ ਦਿੰਦੇ ਜੀ। ਕੋਈ ਹੈ ਕਿਸੇ ਦੀ ਕੁਐਰੀ ਵੀ ਕਰ ਲੋ ਗੱਲ, ਮੇਰੇ ਨੂੰ ਤਾਂ ਕਾਫੀ ਆਲਮੋਸਟ ਕਲੀਅਰ ਹੀ ਹੈ ਸਾਰਿਆਂ ਨੂੰ। ਹਾਂਜੀ ਡਾਕਟਰ ਸੰਦੀਪ ਜੀ। ਹਾਂਜੀ ਸੰਦੀਪ ਜੀ। ਹਾਂਜੀ ਸਰ, ਗੁੱਡ ਆਫਟਰਨੂਨ ਜੀ। ਗੁੱਡ ਆਫਟਰਨੂਨ ਸੰਦੀਪ ਜੀ ਸਰ। ਹਾਂਜੀ ਤਾਂ ਸਰ ਥੈਂਕ ਯੂ ਜੀ, ਬਹੁਤ ਵਧੀਆ ਕੀਤਾ ਐਕਸਪਲੇਨ। ਸਰ ਇੱਕ ਗੱਲ ਦੱਸਿਓ ਜੀ। ਜੀ ਜਿਹੜਾ ਆਪਾਂ ਐਨਆਰਆਈ ਦੀ ਗੱਲ ਕਰ ਰਹੇ ਹਾਂ ਸਰ, ਵੀ ਐਨਆਰਆਈ ਤੋਂ ਪ੍ਰਾਪਰਟੀਜ਼ ਵਗੈਰਾ, ਇਹ ਮਤਲਬ ਆਇਡੈਂਟੀਫਿਕੇਸ਼ਨ ਕਿੱਦਾਂ ਕਰਨੀ ਹੈ ਜੀ? ਆਪਾਂ ਬੰਦਾ ਐਨਆਰਆਈ ਹੈ, ਕਿਉਂਕਿ ਰੂਟੀਨ ਦੇ ਵਿੱਚ ਤਾਂ ਕੋਈ ਵੀ ਆ ਜਾਏ, ਕਿਸੇ ਤੋਂ ਕਿਵੇਂ ਪਤਾ ਲੱਗ ਜਾਏ? ਵੀਰੇ ਜੀ ਰਿਕਾਰਡਿੰਗ ਪਲੀਜ਼ ਫੇਰ ਬੰਦ ਕਰਿਓ। ਮੈਂ ਹੁਣ ਥੋੜਾ ਕਿਸੇ ਹੋਰ ਦੀ ਕੋਈ ਕੁਐਰੀ ਹੋਵੇ, ਆਪਣੇ ਨਾਲ ਕਾਫੀ ਪਾਰਟਿਸਿਪੈਂਟਸ ਅਜੇ ਹੈਗੇ। ਗੁਰਪ੍ਰੀਤ ਕੌਰ ਜੀ, ਸ਼ੀਸ਼ਪਾਲ ਸਿੰਘਲਾ ਸਰ, ਹਰਸਿਮਰਨ ਸਿੰਘ ਸਰ, ਬੋਬੀਜ਼ ਗੈਲੈਕਸੀ ਫੋਨ ਤੋਂ ਹੈ ਇੱਕ, ਹਮੀਸ਼ ਕੁਮਾਰ ਜੀ, ਵਿਸ਼ਵਜੀਤ ਜੀ ਦੀ ਤਾਂ ਹੋ ਗਈਆਂ, ਇੰਦਰਦੇਵ ਸਿੰਘ ਜੀ, ਵਿਜੇ ਕੁਮਾਰ ਜੀ, ਜਸਵਿੰਦਰ ਜੀ, ਗੁਰਤੇਜ ਸਿੰਘ ਜੀ, ਅਮਨਦੀਪ ਜੀ, ਰਾਮਕ੍ਰਿਸ਼ਨ ਜੀ। ਹਾਂਜੀ ਇੰਦਰਦੇਵ ਜੀ। ਤਪਨ ਜੀ। ਸਰ ਗੁੱਡ ਈਵਨਿੰਗ, ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਜੀ, ਗੁੱਡ ਆਫਟਰਨੂਨ। ਤੁਹਾਡਾ ਲੈਕਚਰ ਤਾਂ ਬਹੁਤ ਵਧੀਆ ਸੀ ਸਰ ਤੁਸੀਂ ਜੁਆਇਨ ਕੀਤਾ, ਮੇਰੇ ਆਨਰ ਦੀ ਗੱਲ ਹੈ ਸਰ। ਹਾਂਜੀ ਤੇ ਇੱਕ ਇਹਦੇ ਵਿੱਚ ਇਹ ਹੈਗਾ ਕਿ ਜਿਹੜੀ ਉਹ ਤੁਸੀਂ 2014 ਦੀ ਲੈਟਰ ਦੀ ਗੱਲ ਕਰਦੇ ਆ, ਫੇਮਾ ਐਕਟ ਦੇ ਅੰਡਰ ਜਿਹੜੀ ਆਈ ਸੀਗੀ 19 ਚ ਸਰ, ਨਹੀਂ 14 ਚ ਆਈ ਸੀ, ਪਹਿਲਾਂ 14 ਚ ਵੀ ਆਈ ਹੈ, 14 ਚ ਵੀ ਹੈ। 14 ਚ ਜਿਹੜੀ ਆਈ ਸੀ ਉਹਦੇ ਵਿੱਚ ਇੱਕ ਲਾਈਨ ਉਹਨਾਂ ਨੇ ਲਿਖੀ ਸੀ ਕਿ
ਇੱਕ ਡੈਕਲੇਰੇਸ਼ਨ ਜਿਹੜੀ ਹੈ ਉਹ ਪਰਚੇਜ਼ਰ ਕੋਲੋਂ ਕਿ ਸੈਲਰ ਕੋਲੋਂ ਲੈ ਲਈ ਜਾਵੇ ਕਿ ਹੀ ਵਿਲ ਬੀ ਰਿਸਪੌਂਸਿਬਲ ਫॉर ਆਲ ਦਾ ਟੈਕਸ ਲਾਇਬਿਲਿਟੀ। ਸਰ ਇੱਕ ਹੈਲੋ ਸਰ ਮੈਂ ਸੁਣ ਰਿਹਾ ਜੀ, ਇਹ ਲੈਟਰ ਜਿਹੜੀ ਗਵਰਨਮੈਂਟ ਆਪਣੇ ਪੰਜਾਬ ਗਵਰਨਮੈਂਟ ਦੀ ਸੀਗੀ ਜਾਂ ਆਰਬੀਆਈ ਦਾ ਸਰਕੂਲਰ ਦੀ ਗੱਲ ਕਰ ਰਹੇ ਸਰ? ਆਰਬੀਆਈ ਦਾ ਸਰਕੂਲਰ ਦੀ ਸਰ। ਗਵਰਨਮੈਂਟ ਨੇ ਤੇ ਕੁਝ, ਪੰਜਾਬ ਗਵਰਨਮੈਂਟ ਨੇ ਤੇ ਕੁਝ ਉਹਨਾਂ ਨੂੰ ਐਂਡੋਰਸ ਹੀ ਕੀਤਾ ਸਾਡੇ ਵੱਲ, ਉਹਨਾਂ ਨੇ ਕੀਤਾ ਹੀ ਕੁਝ ਨਹੀਂ ਪੰਜਾਬ ਗਵਰਨਮੈਂਟ ਜੀ ਸਰ। ਫੇਰ ਤਾਂ ਇਟਸ ਗੁੱਡ ਥਿੰਗ ਕਿ ਬੜੀ ਕਲੀਅਰ ਹੈ, ਕਿਉਂਕਿ ਮੈਂ ਤਾਂ ਡੈਕਲੇਰੇਸ਼ਨ ਲੈਂਦਾ ਰਿਹਾ, ਨਕੁਦਰ ਵੀ ਲੈਂਦਾ ਰਿਹਾ ਤੇ ਇੱਧਰ ਵੀ ਲੈਂਦਾ ਰਿਹਾ, ਭੁਲੱਥ ਵੀ ਲੈਂਦਾ ਰਿਹਾ। ਇੱਕ ਡੈਕਲੇਰੇਸ਼ਨ ਬਸ ਐਫੀਡੇਵਿਟ ਟਾਈਪ ਔਨ ਪਲੇਨ ਪੇਪਰ। ਜੀ ਸਰ, ਜੀ ਸਰ। ਵੀ ਮੈਂ ਪ੍ਰਾਪਰਟੀ ਜਿਹੜੀ ਵੇਚ ਰਿਹਾ ਜਾਂ ਮੈਂ ਖਰੀਦ ਰਿਹਾ, ਦੋਨਾਂ ਕੋਲੋਂ ਮੈਂ ਲੈ ਲੈਂਦਾ ਸੀਗਾ ਕਿ ਇਹਦੇ ਵਿੱਚ ਜੋ ਟੈਕਸ ਲਾਇਬਿਲਿਟੀ ਆਰਬੀਆਈ ਦੀਆਂ ਇੰਸਟਰਕਸ਼ਨਸ ਦੇ ਮੁਤਾਬਕ ਜਾਂ ਫੇਮਾ ਐਕਟ ਦੇ ਅੰਡਰ ਕੋਈ ਵੀ ਨਿਕਲੇਗੀ, ਆਈ ਵਿਲ ਬੀ ਪਰਸਨਲੀ ਰਿਸਪੌਂਸਿਬਲ, ਮੇਰੀ ਰਜਿਸਟਰੀ ਜਿਹੜੀ ਕਰ ਦਿੱਤੀ ਜਾਵੇ। ਉਹ 14 ਵਾਲੀ ਲੈਟਰ ਦੇਖ ਲੈਨੇ ਆ, ਉਹਦਾ ਇੱਕ ਬਣਾ ਕੇ ਡੈਕਲੇਰੇਸ਼ਨ ਆਪਾਂ ਸਾਰਿਆਂ ਨੂੰ ਸਰਕੂਲੇਟ ਕਰ ਦਿਆਂਗੇ 14 ਵਾਲੀ ਕਰ ਦਿਓ ਜੇ। ਹਾਂਜੀ। ਨੰਬਰ 2, ਇੱਕ ਡੀਡੀਓ ਦੇ ਤੌਰ ਤੇ ਆਪਾਂ ਪੈਨ ਨੰਬਰ ਹੀ ਹੁੰਦਾ, ਇੱਕ ਟੈਨ ਨੰਬਰ ਹੁੰਦਾ। ਜੀ ਜੀ ਸਰ, ਜੀ ਸਰ। ਉਹਦੇ ਬਾਰੇ ਥੋੜਾ ਜਿਹਾ ਡਿਫਰੈਂਸ਼ੀਏਸ਼ਨ ਜਿਹੜੀ ਹੈ ਨਾ, ਆਮ ਸਾਡੇ ਡੀਡੀਓਜ਼ ਨੂੰ, ਤਹਿਸੀਲਦਾਰਾਂ ਨੂੰ ਪਤਾ ਨਹੀਂ ਲੱਗਦੀ ਵਾਟ ਇਜ਼ ਟੈਨ ਐਂਡ ਵਾਟ ਇਜ਼ ਪੈਨ। ਕਿਉਂਕਿ ਸਾਡੇ ਕਲਰਕ ਹੀ ਆ ਕੇ ਸਾਈਨ ਸੂਨ ਕਰਾ ਕੇ ਲੈ ਜਾਂਦੀ, ਇਦਾਂ ਟੈਨ ਲੱਗਣਾ ਕਿੰਨਾ ਟੈਨ ਲੱਗਣਾ, ਉਹ ਥੋੜਾ ਜਿਹਾ ਇੰਪਲੀਕੇਸ਼ਨ, ਉਹਦੀ ਸਿਗਨੀਫੀਕੈਂਸ ਕੀ ਹੈਗੀ ਆ ਤੇ ਕੀ ਉਹਦੀ ਲੋੜ ਹੈਗੀ ਸਰ? ਜੀ ਸਰ, ਮੈਂ ਸਰ ਦੱਸਦਾ ਜੀ। ਸਰ ਦੇਖੋ, ਜਿੱਦਾਂ ਕੋਈ ਵੈਸੇ ਅਸੀਂ ਕਹਿੰਦੇ ਹੁੰਦੇ ਸੀ ਜਿੱਦਾਂ ਕੈਦੀਆਂ ਨੂੰ ਨੰਬਰ ਦਿੱਤੇ ਹੁੰਦੇ, ਉਦਾਂ ਹੀ ਇਨਕਮ ਟੈਕਸ ਵਾਲਿਆਂ ਨੇ ਆਪਣੇ ਅਸੈਸਿਸ ਨੂੰ ਨੰਬਰ ਦੇ ਦਿੰਦੇ ਆ ਤੇ ਉਹ ਪੈਨ ਨੰਬਰ ਬਣ ਜਾਂਦਾ ਹਰੇਕ ਬੰਦੇ ਦਾ। ਉਹਨਾਂ ਦੇ ਕੋਲ ਨਾਮ ਤਾਂ ਨਹੀਂ, ਉਹ ਪੈਨ ਤੋਂ ਹੀ ਰੈਕਗਨਾਈਜ਼ ਕਰਦੇ ਹੈਗੇ ਆ। ਓਕੇ ਸਰ, ਇਹ ਤਾਂ ਹੋ ਗਿਆ। ਇਹ ਹੋ ਗਿਆ ਪੈਨ ਨੰਬਰ ਆਫ ਅਸੈਸੀ। ਸੋ ਜੇ ਤੁਸੀਂ ਇਹਦੀ ਡੈਫੀਨੇਸ਼ਨ ਦੇਖਣੀ ਹੈ ਮਤਲਬ ਜਾਂ ਉਹਦਾ ਅਦਰਵਾਈਜ਼ ਦੇਖਣਾ, ਉਹ ਸੈਕਸ਼ਨ 139 ਕੈਪੀਟਲ A ਉਹ ਇਹਦੇ ਨਾਲ ਰਿਲੇਟਡ ਹੈਗਾ। ਸੋ ਉਹ ਪੈਨ ਨੰਬਰ ਉਹ ਹੋ ਗਿਆ ਜਦੋਂ ਤੁਸੀਂ ਇੰਡੀਵਿਜੂਅਲੀ ਆਪਣੀ ਇਨਕਮ ਦੇ ਰਿਲੇਟਡ ਟੈਕਸ ਲਈ ਗਵਰਨਮੈਂਟ ਨੂੰ ਲਾਇਬਲ ਹੋ, ਉਸ ਕੇਸ ਦੇ ਵਿੱਚ ਜਿਹੜੀ ਤੁਹਾਡੀ ਹੈ ਉਹ ਪੈਨ ਨੰਬਰ ਆ ਜਾਂਦਾ। ਸੈਕੰਡ ਥਿੰਗ ਆ ਜਾਂਦਾ, ਜਦੋਂ ਤੁਸੀਂ ਇਨਕਮ ਦੂਸਰੇ ਬੰਦੇ ਦੀ ਹੈ, ਇਨਕਮ ਤੁਹਾਡੀ ਨਹੀਂ, ਦੂਸਰੇ ਬੰਦੇ ਦੀ ਇਨਕਮ ਦੇ ਵਿੱਚੋਂ ਟੈਕਸ ਕੱਟ ਕੇ ਗਵਰਨਮੈਂਟ ਨੂੰ ਜਮ੍ਹਾਂ ਕਰਾਉਣ ਲਈ ਤੁਹਾਡੀ ਡਿਊਟੀ ਸਰਕਾਰ ਨੇ ਲਾਤੀ, ਉਦੋਂ ਉਹਨੂੰ ਕਿਹਾ ਜਾਂਦਾ TDS, ਟੈਕਸ ਡਿਡਕਟਡ ਐਟ ਸੋਰਸ। ਇਹਦੇ ਜਿਹੜੇ ਸੈਕਸ਼ਨਸ ਆ 192 ਔਨਵਰਡ ਸ਼ੁਰੂ ਹੋ ਜਾਂਦੇ ਆ ਇਨਕਮ ਟੈਕਸ ਐਕਟ ਦੇ ਵਿੱਚ। ਸੋ ਇਹ ਜਿਹੜੇ ਹੈਗਾ ਉਸ ਕੇਸ ਦੇ ਵਿੱਚ ਹੁੰਦਾ ਆ TDS। TDS ਦਾ ਤੁਹਾਡਾ ਇੱਕ ਅਲੱਗ ਖਾਤਾ ਚੱਲਦਾ ਜਿਹਨੂੰ ਕਿਹਾ ਜਾਂਦਾ TDS ਅਕਾਊਂਟ ਨੰਬਰ, ਉਹ ਬਣ ਜਾਂਦਾ TAN। ਸੋ PAN ਇਜ਼ ਡਿਫਰੈਂਟ, TAN ਇਜ਼ ਡਿਫਰੈਂਟ। ਬਟ ਇੱਕ ਚੀਜ਼ ਹੁਣ ਸਰ ਨੇ DDO ਦੇ ਬਹੁਤ ਵਧੀਆ ਇਹ ਮਤਲਬ ਗੱਲ ਕਰ ਲਈ ਕਿ ਕਈ ਵਾਰੀ ਸਾਡੇ ਫਰੈਂਡਸ ਦਾ ਫੋਨ ਆਉਂਦੇ ਆ, ਮਤਲਬ ਬੜਾ ਲੱਗਦਾ ਇਸ ਚੀਜ਼ ਦਾ ਕਿ ਉਹ ਕਹਿੰਦੇ ਵੀ ਇਹ ਤਾਂ ਜੀ ਮੇਰੇ ਤੋਂ, ਮੈਂ ਤਾਂ ਹੁਣ ਆਇਆ ਉਨੀ ਦੇਰ ਤੱਕ ਤਾਂ ਮੈਂ ਕੰਪਲਾਈਂਸ ਬੜੀ ਵਧੀਆ ਕਰਾਈ ਆ ਤੇ ਮੇਰੇ ਤੋਂ ਪਹਿਲਾਂ ਦਾ ਸੀਗਾ ਉਹਨੇ ਕੰਮ ਕੀਤਾ ਨਹੀਂ ਹੋਇਆ। ਚਾਹੇ ਇਹਨੂੰ ਹੀ ਲਾ ਲਈਏ ਆਪਾਂ 285 ਵਾਲਾ, ਜਿਹੜੀ 285 BA ਜਿਹੜਾ ਆਪਾਂ ਨਹੀਂ ਕੀਤਾ ਹੋਇਆ, 30 ਲੱਖ ਤੋਂ ਉੱਤੇ ਦੀ ਜਿਹੜੀ ਨਹੀਂ ਕੀਤੀ ਹੋਈ, ਉਹਦੇ ਵਿੱਚ ਕਹਿੰਦੇ ਜੀ ਸਾਨੂੰ ਸਾਡਾ ਪੈਨ ਨੰਬਰ ਨੂੰ ਲੈ ਕੇ ਉਹਨਾਂ ਨੇ ਕਰਤਾ। ਪੈਨ ਨੰਬਰ ਉੱਤੇ ਸਾਡਾ ਹੀ ਚੱਲਦਾ, ਇੰਡੀਵਿਜੂਅਲ ਨਾਮ ਤੇ ਚੱਲਦਾ। ਤੇ ਟੈਨ ਨੰਬਰ ਜਿਹੜਾ ਆ ਉਹ ਜਦੋਂ ਤੁਸੀਂ ਡਿਡਕਟਰ ਹੈਗੇ ਆ, ਉਹ ਐਜ਼ ਤੁਹਾਡਾ DDO ਮਤਲਬ ਤਹਿਸੀਲਦਾਰ ਫਲੋਰ ਚੱਲਣਾ ਹੈਗਾ। ਪੈਨ ਨੰਬਰ ਤਪਨਪਨੋਟ ਚੱਲ ਜਾਣਾ ਤੇ ਟੈਨ ਨੰਬਰ ਤਹਿਸੀਲਦਾਰ ਫਿਲੌਰ ਚੱਲ ਜਾਣਾ। ਤੇ ਜਦੋਂ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਆ, ਸੈਲਰੀ ਵਾਲੇ ਕੇਸ 'ਚ ਉਹ ਨੋਟ ਕਰ ਲੈਣ ਸਾਰੇ DDOs, ਉਹ ਇਹ ਚੀਜ਼ ਆ ਕਿ ਜਦੋਂ ਆਪਾਂ TDS ਲਈ ਲਾਇਬਲ ਆ, ਪਹਿਲਾ ਚੀਜ਼ ਹੈ TDS ਕੱਟਣਾ, ਦੂਸਰੀ ਚੀਜ਼ ਹੈ TDS ਇਮੀਡੀਏਟਲੀ ਵਰਡ ਮਤਲਬ ਨਾਲ ਦੀ ਨਾਲ ਜਮ੍ਹਾਂ ਕਰਾਉਣਾ, ਉਹ ਯੂਜ਼ ਕੀਤਾ ਹੋਇਆ ਉਹਨਾਂ ਨੇ। ਤੀਸਰੀ ਚੀਜ਼ ਹੈ ਇਸ ਇਹਦੀ ਇੰਟੀਮੇਸ਼ਨ ਗਵਰਨਮੈਂਟ ਨੂੰ ਦੇਣੀ, ਮਤਲਬ ਕਿ ਰਿਟਰਨ ਭਰਨੀ। ਚੌਥੀ ਚੀਜ਼, ਜਿਹੜੀ ਚੀਜ਼ TDS ਆਪਾਂ ਕੱਟਿਆ, ਉਹ TDS ਕੱਟ ਕੇ ਜਿਹੜਾ ਉਹਦਾ ਸਰਟੀਫਿਕੇਟ ਬਣਦਾ, ਉਹ ਡਿਡਕਟੀ ਜਿਹਦੇ ਆਪਾਂ ਪੈਸੇ ਕੱਟੇ ਆ ਉਹਨੂੰ ਉਹਦਾ ਸਰਟੀਫਿਕੇਟ ਵੀ ਦੇਣਾ। ਇਹ ਵੀ ਸਾਡੀ ਜ਼ਿੰਮੇਵਾਰੀ ਆ। ਕੱਲ ਨੂੰ ਮਤਲਬ ਆਪਾਂ ਨਹੀਂ ਦਿੰਨੇ, ਅਗਲਾ ਮਤਲਬ ਕਿਸੇ ਚੀਜ਼ ਦਾ ਕੋਰਟ 'ਚ ਜਾ ਕੇ ਇਹ ਕਹਿ ਦਿੰਦਾ ਵੀ ਹਾਂਜੀ ਮੇਰੇ ਡਿਡਕਟਰ ਨੇ ਮੈਨੂੰ ਇਹਦਾ ਸਰਟੀਫਿਕੇਟ ਨਹੀਂ ਦਿੱਤਾ, ਉਦੋਂ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈਗੀ ਆ। ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਣਾ, ਜਦੋਂ ਸੈਲਰੀ ਦਾ ਕੱਟਦੇ ਆ ਤੇ ਆਪਾਂ TDS ਦਾ ਸਰਟੀਫਿਕੇਟ 16 ਨੰਬਰ ਫਾਰਮ ਜਿਹੜਾ ਹੈਗਾ ਉਹ ਆਪਣੇ EMPLOYEES ਨੂੰ ਦਿੰਦੇ ਆ
ਜਦੋਂ ਆਪਾਂ ਰਿਟਰਨ ਭਰਦੇ ਉਦੋਂ ਵੀ ਆਪਾਂ ਲਿਖਦੇ ਹਾਂ ਕਿ ਹਾਂਜੀ ਮੈਂ ਜਿਹੜਾ 26 AS ਫਾਰਮ ਜਿਹੜਾ TDS ਦੀ ਟ੍ਰਾਂਜੈਕਸ਼ਨ ਦਾ ਉਹ ਮੈਂ ਚੈੱਕ ਕਰ ਲਿਆ। ਤੁਸੀਂ ਇਸ ਵਾਰੀ ਰਿਟਰਨ ਭਰੋਗੇ ਜ਼ਰੂਰ ਚੈੱਕ ਕਰਿਓ, ਉਹਦੇ ਵਿੱਚ ਉਹ ਇੱਕ ਤੁਸੀਂ ਕਾਲਮ ਟਿਕ ਕਰਦੇ ਆ। ਸੋ ਇਹ ਵੀ ਤੁਸੀਂ ਧਿਆਨ ਚ ਰੱਖਿਓ ਪਲੀਜ਼। ਥੈਂਕ ਯੂ ਜੀ। ਥੈਂਕ ਯੂ ਸਰ। ਥੈਂਕ ਯੂ ਇੰਦਰਦੇਵ ਸਰ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਵਿਨੇ ਇੱਕ ਮਿੰਟ। ਜੀ ਸਰ। ਵਿਨੇ ਆਪਾਂ ਇਹਨੂੰ ਕਲੋਜ਼ ਕਰਨ ਤੋਂ ਪਹਿਲਾਂ ਤਪਨ ਜੀ ਇੱਕ ਰਿਕੁਐਸਟ ਹੈ, ਜਿੰਨੇ ਕੋ ਟੈਕਸ ਸੰਬੰਧਿਤ ਗੱਲਾਂ ਹੋਈਆਂ ਇਹਨਾਂ ਦੇ ਨਾ ਇੱਕ ਪੇਜ ਤੇ ਜ਼ਿਆਦਾ ਨਹੀਂ, ਬੁਲਟ ਪੁਆਇੰਟਸ ਬਣਾਉਣੇ ਆ ਵੀ ਆ ਆਪਣਾ ਕਰਨਾ ਜ਼ਰੂਰੀ ਆ, ਕਰਨਾ ਜ਼ਰੂਰੀ, 20,000 ਤੋਂ ਵੱਧ ਕੈਸ਼ ਨਹੀਂ ਲੈਣਾ, ਜਿਹੜਾ ਕਿ ਸਾਰੇ ਆਪਣੇ ਆਪਣੇ ਆਫਿਸਿਸ ਦੇ ਵਿੱਚ ਡਿਸਪਲੇ ਕਰ ਦੇਣ, ਜਿਹੜਾ ਸਾਰਿਆਂ ਨੂੰ ਮਤਲਬ ਜਿਹੜੇ ਆਪਣੇ ਵਸੀਕਾ ਡਰਾਫਟਰ ਨੇ ਹਨਾ ਉਹਨਾਂ ਨੂੰ ਕਨਵੀਨੀਅੰਟ ਹੋ ਜਾਏ। ਸਰ 2 ਮਿੰਟ ਮੈਂ ਇੱਕ ਗੱਲ ਹੋਰ ਕਰ ਸਕਦਾ ਆਪਣੇ ਵੱਲੋਂ ਹੀ ਕਰਨਾ ਚਾਹੁੰਦਾ ਮੈਂ। ਆਹੀ ਜਿਹੜੀ ਨਾ ਮੈਂ ਬਾਰ-ਬਾਰ ਸੌਰੀ ਤੁਹਾਨੂੰ ਲੱਗਦਾ ਵੀ ਹੋਣਾ ਵੀ ਗੱਲ ਤਾਂ ਬੜੀ ਸਿੰਪਲ ਜੀ, ਵੀ ਬਾਰ-ਬਾਰ ਕਿਉਂ ਕਹਿੰਦਾ ਪਿਆ ਹੈਗਾ ਵੀ ਕੰਪਲੈਕਸ ਗੱਲਾਂ ਤਾਂ ਕੰਪਨੀ ਜਾਂ ਪਾਰਟਨਰਸ਼ਿਪਾਂ ਵਾਲਾ ਸੀ। ਇੱਕ ਨਾ ਮੈਂ ਬਾਰ-ਬਾਰ ਇਹ ਕਹਿ ਰਿਹਾ ਵੀ 285 BA ਵਾਲਾ ਜਿਹੜਾ ਆ ਵੀ 30 ਲੱਖ ਤੋਂ ਉੱਪਰ ਵਾਲੀ ਆਪਾਂ ਸਟੇਟਮੈਂਟ ਜ਼ਰੂਰ ਦੇ ਦਈਏ। ਉਹ ਮੈਂ ਤਾਂ ਕਹਿ ਰਿਹਾ, ਮੈਂ ਨਾ ਈਵਨ ਸਾਰੇ ਸੈਕਸ਼ਨਸ ਦੇ ਜਦੋਂ ਮੈਂ ਹੁਣ ਵਿਨੇ ਜੀ ਨੇ ਮਤਲਬ ਮੈਨੂੰ ਕਿਹਾ ਸੀਗਾ ਵੀ ਤੁਸੀਂ ਸਰ ਤਿਆਰੀ ਕਰਕੇ ਬਣਾਓ ਇਹਦਾ, ਤੇ ਮੈਂ ਜਦੋਂ ਕਰਦਾ ਪਿਆ ਸੀ ਮੈਂ ਵੀ ਦੇਖਿਆ ਵੀ ਕਿੰਨੇ ਵਾਰੀ ਡਿਪਾਰਟਮੈਂਟ ਨੇ ਸਬ ਰਜਿਸਟਰਾਰ ਨੂੰ ਕਿਹੜੇ ਸੈਕਸ਼ਨ 'ਚ ਨੋਟਿਸ ਇਸ਼ੂ ਕੀਤਾ ਤੇ ਫਾਈਨਲ ਹਾਈ ਕੋਰਟ ਤੱਕ ਜਾਂਦੇ ਉਹਨਾਂ ਕੇਸਿਸ ਦਾ ਸਕਸੈਸ ਰੇਟ ਕੀ ਰਿਹਾ ਸਾਡੇ ਅਗੇਂਸਟ। ਸੋ ਮੈਂ ਸਾਰਾ ਦੇਖਿਆ ਇਸ ਕੇਸ ਦੇ ਵਿੱਚ ਸਕਸੈਸ ਰੇਟ ਮੈਂ ਪਹਿਲਾਂ ਵੀ ਦੱਸਿਆ ਸੀ 100% ਰਿਹਾ। ਇੱਕ ਰੀਸੈਂਟ ਜਜਮੈਂਟ ਸੀ ਉਹਦੇ ਵਿੱਚ ਨਾ ਹਾਈ ਕੋਰਟ ਦੀ ਸੀ ਪੰਜਾਬ ਐਂਡ ਹਰਿਆਣਾ ਦੀ, ਇੱਕ ਸਬ ਰਜਿਸਟਰਾਰ ਸਾਹਿਬ ਆਪਣੇ ਮੇਰੇ ਦੁਆਬਾ ਏਰੀਆ ਦੇ ਸੀ, ਉਹਨਾਂ ਦਾ ਹੀ ਕੇਸ ਸੀ ਵਿਚਾਰਿਆਂ ਦਾ, ਉਹਨਾਂ ਦੀ ਆਪਣੀ ਕੰਪਲਾਈਂਸ ਪੂਰੀ ਸੀ ਬਟ ਉਹਨਾਂ ਤੋਂ ਜਿਹੜੇ ਪ੍ਰੀਵੀਅਸ ਪ੍ਰੈਡੇਸੈਸਰ ਸੀ ਉਹਨਾਂ ਦੀ ਕੰਪਲਾਈਂਸ ਹੈ ਨਹੀਂ ਸੀਗੀ। ਸੋ ਉਹਨਾਂ ਦੇ ਵਿੱਚ ਇੱਕ ਪਲੀ ਉਹਨਾਂ ਨੇ ਲਈ, ਉਹਨਾਂ ਨੇ ਕਿਹਾ ਵੀ ਸਬ ਰਜਿਸਟਰਾਰ ਆਰ ਮੋਸਟਲੀ ਸੈਮੀ ਲਿਟਰੇਟ। ਮੈਨੂੰ ਬੜਾ ਫੀਲ ਹੋਇਆ ਇਸ ਚੀਜ਼ ਦਾ ਵੀ ਇਦਾਂ ਦੀ ਕੋਈ ਗੱਲ ਨਹੀਂ, ਵੀ ਜਿਹੜੇ ਆਪਾਂ ਇਨਕਮ ਟੈਕਸ ਦੇ ਵੀ ਇੰਸਪੈਕਟਰ ਤੇ ITO ਹੀ ਦੇਖਦੇ, ਉਹਨਾਂ ਦੀ ਕੁਆਲੀਫਿਕੇਸ਼ਨ ਵੀ ਉਹਨਾਂ ਦੀ ਈਵਨ ਜਿਹੜਾ ਹਾਈਐਸਟ DG ਆ ਉਹਦੇ ਵੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੈ, ਕੁਆਲੀਫਾਈਂਗ ਸਾਡੀ ਵੀ ਗ੍ਰੈਜੂਏਸ਼ਨ ਹੈ। ਸੋ ਏਦਾਂ ਦੀ ਕੋਈ ਗੱਲ ਨਹੀਂ ਆ। 3 ਸਿੰਪਲ ਚੀਜ਼ਾਂ ਜਿੱਥੇ ਸਾਡੀ ਰਿਸਪੌਂਸਿਬਿਲਿਟੀ ਉਹ ਆਪਾਂ ਕਰਨੀ ਆ, ਕਰਾਂਗੇ ਜ਼ਰੂਰ, ਸਾਰੇ ਕਰਾਂਗੇ। ਥੈਂਕ ਯੂ ਜੀ। ਮੈਂ ਤਾਂ ਹੀ ਕਿਹਾ ਬੁਲਟ ਪੁਆਇੰਟਸ ਬਣਾ ਲੈਣਾ ਜੀ ਸਰ, ਸ਼ੋਰ ਸਰ। ਉਹਦੇ ਨਾਲ ਹੀ ਨਾ ਇੱਕ ਰਿਮਾਈਂਡਰ ਜਿਹਾ ਵੀ ਹੋ ਜਾਂਦਾ, ਜਦੋਂ ਆਫਿਸ 'ਚ ਲੱਗਿਆ ਹੋਵੇ ਤਾਂ ਬਾਹਰਲਿਆਂ ਨੂੰ ਸਭ ਨੂੰ ਪਤਾ ਲੱਗ ਜਾਂਦਾ। ਸ਼ੋਰ ਸਰ, ਸ਼ੋਰ। ਚਲ ਠੀਕ ਹੈ ਵਿਨੇ, ਕਰ ਦੋ। ਠੀਕ ਹੈ, ਥੈਂਕ ਯੂ ਤਪਨ ਸਰ, ਬਹੁਤ ਹੀ ਵਧੀਆ ਡਿਸਕਸ਼ਨ ਅੱਜ ਦੀ, ਬਹੁਤ ਹੀ ਨਵੇਂ ਪੁਆਇੰਟ ਪਤਾ ਲੱਗੇ ਤੇ ਥੈਂਕ ਯੂ। ਹਾਂਜੀ ਥੈਂਕ ਯੂ ਧੰਮ ਸਰ, ਤੁਸੀਂ ਬੜਾ ਲਾਈਕ ਆਰਗੇਨਾਈਜ਼ਡ ਵੇ ਨਾਲ ਵੈਸੇ ਵੀ ਬੜਾ ਪੁਆਇੰਟਸ ਐਡ ਕੀਤੇ ਸਰ ਦੇ, ਤਾਂ ਹਮੇਸ਼ਾ ਹੀ ਪਾਰਟਿਸਿਪੇਸ਼ਨ ਹੁੰਦੀ ਹੈਗੀ ਹੈ ਬਹੁਤ ਜ਼ਿਆਦਾ ਤੇ ਗਾਈਡ ਕਰਦੇ ਆਪਾਂ ਨੂੰ। ਤੇ ਬਾਕੀ ਵੀ ਸਾਰੇ ਪਾਰਟਿਸਿਪੈਂਟਸ ਨੂੰ ਮੈਂ ਥੈਂਕਸ ਕਰਦਾ ਹਾਂ, ਜਿਹੜੇ ਐਨਟੀ ਗੁਰਪ੍ਰੀਤ ਮੈਮ ਨੇ ਹੈਗੇ ਆ, ਸ਼ੀਸ਼ਪਾਲ ਸਿੰਗਲਾ ਸਰ, ਹਰਸਿਮਰਨ ਸਰ ਨੇ, ਜਸਕਰਨ ਜੀ ਨੇ, ਇੰਦਰਦੇਵ ਸਰ, ਤੇ ਬਾਕੀ ਰਾਮ ਕ੍ਰਿਸ਼ਨ ਜੀ, ਗੁਰਤੇਜ ਜੀ, ਵਿਜੇ ਕੁਮਾਰ ਜੀ, ਹਮੀਸ਼ ਜੀ, ਲక్ష్మణ ਸਰ, ਅਮਨਦੀਪ ਜੀ, ਸੰਦੀਪ ਸਰ, ਸੋਰੀ ਮੇਰੇ ਵੱਲੋਂ ਡਿਸਕਨੈਕਟ ਹੋ ਗਿਆ ਥੋੜਾ। ਤਾਂ ਥੈਂਕ ਯੂ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਲਈ। ਤਾਂ ਨੈਕਸਟ ਵੀ ਆਪਾਂ ਇਦਾਂ ਹੀ ਮੀਟਿੰਗਸ ਕਰਦੇ ਰਵਾਂਗੇ। ਥੈਂਕ ਯੂ ਜੀ।